ਟੀਮ ਰੈਡੀ ਆ, ਗੱਡੀ 'ਚ ਬੈਠ ਗਏ ਆ। ਟੈਸਲਾ ਟਰੱਕ ਵੱਲੀਏ ਸਾਡਾ ਫੁੱਲ ਤਿਆਰ ਆ ਤੇ ਅਮਰੀਕਾ ਦੇ ਵਿੱਚ ਨਾਲ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਜਿਹੜੇ ਬੰਦੇ ਇੱਥੇ ਨਹੀਂ ਆ ਸਕਦੇ ਜਾਂ ਇੱਥੇ ਕਈ ਰਹਿੰਦੇ ਹੋਏ ਵੀ 8-8 ਸਾਲ 10 ਕਿਲੋਮੀਟਰ ਪਰੇ ਨਹੀਂ ਗਏ ਤੇ ਉਹਨਾਂ ਲਈ ਬਹੁਤ ਵਧੀਆ ਹੋਏਗਾ। 1402 ਕਿਲੋਮੀਟਰ ਦਾ ਸੈਕਰਾਮੈਂਟੋ ਤੱਕ। ਆਹ ਕੈਨੇਡਾ ਦਾ ਬਾਰਡਰ ਓਕੇ, ਜਿਹੜਾ ਆਪਾਂ ਦੇਖਦੇ ਇਹ ਖਾਵੇ ਬੰਦੇ ਇਹ ਕੈਨੇਡਾ ਜਿਹੜੇ ਉਧਰ USA ਚ ਆਉਂਦੇ ਆ। US ਦੇ ਵਿੱਚ ਐਂਟਰੀ ਜਿਹੜੀ ਆ ਉਹ ਹੋ ਚੁੱਕੀ ਆ ਜੀ। ਅਮਰੀਕਾ ਦੇ ਹਾਈਵੇ ਦੁਨੀਆ 'ਚ ਬੈਸਟ ਨੇ। ਔਰ ਤੁਸੀਂ ਜਿਹੜਾ ਆਪਾਂ ਦੇਖਦੇ ਆਏ ਆ ਵੈਨਕੂਵਰ ਟੋਰਾਂਟੋ, ਜਦੋਂ ਆਪਾਂ ਅਮਰੀਕਾ ਨੂੰ ਦੇਖਦੇ ਆ ਤਾਂ ਮਤਲਬ ਕੈਨੇਡਾ ਦੇ ਹਾਈਵੇ ਅਮਰੀਕਾ ਦੇ ਮੁਕਾਬਲੇ 'ਚ ਕੁਝ ਵੀ ਹੈ ਨਹੀਂ। ਸੋ ਸਿਆਟਲ ਅਮਰੀਕਾ ਦਾ ਖੂਬਸੂਰਤ ਸ਼ਹਿਰ ਸਿਆਟਲ ਪਹੁੰਚ ਚੁੱਕੇ ਆ। ਕੋਈ ਵੀ ਬੰਦਾ ਇੱਦਾਂ ਨਹੀਂ ਮਤਲਬ ਇੰਡੀਆ ਹੋਵੇ ਤਾਂ ਨਹੀਂ ਇੱਧਰ ਵਾਲਾ ਹਾਂ। ਸੋ ਇਹ ਇਸ ਤਰ੍ਹਾਂ ਨਹੀਂ ਹੈਗਾ। ਮਤਲਬ ਡੰਡਾ ਕਾਇਮ ਆ। ਮਤਲਬ ਇਦਾਂ ਤੇ ਹੈ ਨਹੀਂ ਵੀ ਜਹਾਜ਼ ਬਣਾ ਕੇ ਤੇ ਫਿਰ ਬਾਅਦ ਵਿੱਚ ਟਰੱਕ ਚ ਲੱਦ ਕੇ ਭੇਜ ਦਿੰਦੇ ਹੋਣਗੇ। ਸੋ ਜਹਾਜ਼ ਬਣਾਉਣ ਦਾ, ਫਿਰ ਟੈਸਟ ਕਰਨ ਦਾ, ਉਹਨੂੰ ਚਲਾਉਣ ਦਾ, ਫਿਰ ਭੇਜਣ ਦਾ ਪ੍ਰੋਪਰ ਰਨਵੇ ਵੀ ਨਾਲ ਵਿੱਚ ਬਣੇ ਨੇ। ਤੇ ਆਹ ਵੇਖੋ ਤੁਸੀਂ, ਰੇਲਸ ਵੀ ਸਿੱਧੀਆਂ ਆਉਂਦੀਆਂ ਹੋਣਗੀਆਂ ਕਿਉਂਕਿ ਕਿੰਨਾ ਰॉ ਮਟੀਰੀਅਲ, ਸਪੇਅਰ ਪਾਰਟਸ, ਕਈ ਕੁਛ ਜਿਹੜਾ ਆ ਇੱਥੇ ਆਉਂਦਾ ਹੋਏਗਾ, ਫਿਰ ਇੱਥੋਂ ਅੱਗੇ ਜਾਂਦਾ ਹੋਏਗਾ। ਕੈਲੀਫੋਰਨੀਆ 'ਚ ਵੜਨ ਲੱਗੇ ਆ, ਸਾਰੀਆਂ ਚੀਜ਼ਾਂ ਛੱਡ ਦਈਏ। ਆ ਦੇਖੋ ਜੀ, ਵੈਲਕਮ ਟੂ ਕੈਲੀਫੋਰਨੀਆ। ਇਹ ਜਿੱਦਾਂ ਹੱਥ ਛੱਡ ਕੇ ਨਹੀਂ ਮੋਟਰਸਾਈਕਲ ਦੇ ਸਟੰਟ ਕਰਦੇ ਹੁੰਦੇ। ਤੁਸੀਂ ਇਹ ਦੇਖੋ ਕਿੰਨਾ ਐਕੂਰੇਟ ਟਰਨ ਆ। ਹਾਂ, ਆਟੋ ਪਾਇਲਟ ਦੇ ਵਿੱਚ ਨਾ ਅੱਗੇ ਮੋੜ ਹੈ, ਜਿੰਨੇ ਮਰਜ਼ੀ ਮੋੜ ਆ, ਮੋੜ ਘੇੜ ਆਈ ਜਾ ਰਹੇ ਨੇ। ਹਾਂ, ਔਰ ਤੁਸੀਂ ਕੁਝ ਨਹੀਂ ਕਰ ਰਹੇ। ਹਾਂ, ਤੁਸੀਂ ਇਹ ਦੇਖੋ ਆਪਣੇ ਆਪ ਹੀ ਆ ਦੇਖੋ ਕਿ ਅੱਗੇ ਮੋੜ ਆ ਗਿਆ। ਮੈਂ ਕੁਝ ਨਹੀਂ ਕਰ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਚਿਰਾਂ ਬਾਅਦ ਅਸੀਂ ਫਿਰ ਟਰੈਵਲ ਦੀ ਪ੍ਰੋਗਰਾਮ ਜਾਂ ਵੀਡੀਓ ਬਣਾਉਣ ਜਾ ਰਹੇ ਹਾਂ। ਸੋ ਇਸ ਵਾਰ ਥੋੜ੍ਹਾ ਜਿਹਾ ਸਪੈਸ਼ਲ ਇਸ ਕਰਕੇ ਹੈਗਾ ਆ ਵੀ ਇੱਕ ਤਾਂ USA ਨੂੰ ਜਾਣਾ ਆਫਟਰ ਕੋਵਿਡ। ਮੇਰੇ ਖਿਆਲ ਆਲਮੋਸਟ 2 ਸਾਲ ਬਾਅਦ ਕੋਈ USA ਦੀ ਵੀਡੀਓ ਜਾਂ ਰਿਕਾਰਡਿੰਗ ਕਰਾਂਗੇ। ਔਰ ਜ਼ਿਆਦਾ ਸਪੈਸ਼ਲ ਇਸ ਕਰਕੇ ਵੀ ਹੈਗਾ ਕਿ ਇਸ ਵਾਰ ਸਾਡੇ ਜੋਗਰਾਜ ਜੀ, ਮੈਂ ਤੁਹਾਨੂੰ ਦਿਖਾਉਣਾ ਜੀ, ਇਹਨਾਂ ਨੂੰ ਫਾਈਨਲੀ USA ਦਾ ਵੀਜ਼ਾ ਮਿਲ ਗਿਆ ਤਾਂ ਇਹ ਪਹਿਲੀ ਵਾਰ ਜਾਣਗੇ। 8 ਸਾਲੀ 8 ਸਾਲੀ ਕੀ ਕਹਿੰਦੇ ਹੁੰਦੇ ਪਿੰਡ 'ਚ ਵੀ ਇੰਨੇ ਸਾਲੀ ਦੇ ਫਲਾਣੀ ਚੀਜ਼ ਦੀ ਵੀ ਸੁਣੀ ਜਾਂਦੀ ਆ। ਸੋ ਕੈਨੇਡਾ 'ਚ ਰਹਿੰਦੇ 8 ਸਾਲੀ ਇਸ ਚੀਜ਼ ਦਾ ਵੀ ਸੁਣਿਆ ਗਿਆ। ਤੇ ਬਾਕੀ ਬਿਲਕੁਲ ਚਾਅ ਸਾਨੂੰ ਵੀ ਪੂਰਾ, ਇਹਦਾ ਚਾਅ ਤੁਹਾਨੂੰ ਵੀ ਅਸੀਂ ਨਾਲ ਪੂਰਾ ਕਰਾਵਾਂਗੇ। ਤੇ ਘੜੀਆਂ ਤੇ ਸਮਾਂ 'ਚ 4:57 ਆ। ਸਵੇਰ ਦੇ ਆਏ, 5 ਵਜਣ 'ਚ 3 ਮਿੰਟ ਰਹਿੰਦੇ ਆ। ਟੀਮ ਰੈਡੀ ਆ, ਗੱਡੀ 'ਚ ਬੈਠ ਗਏ ਆ। ਟੈਸਲਾ ਟਰੱਕ ਵੱਲੀਏ ਸਾਡਾ ਫੁੱਲ ਤਿਆਰ ਆ ਤੇ ਅਮਰੀਕਾ ਦੇ ਵਿੱਚ ਨਾਲ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਦੀਪਿੰਦਰ ਭਾਜੀ ਸਾਡੇ ਸ਼ਾਨ ਪਿੱਛੇ ਬੈਠੇ ਨੇ ਤੇ ਜੀ ਹੁਣ ਸਾਡੇ ਖਟਕਰ ਸਾਹਿਬ ਜਿਹੜੇ ਨੇ ਉਹ ਇੱਧਰਲੇ ਬੰਨੇ ਭਾਜੀ ਹੁਣੀ ਡਰਾਈਵਿੰਗ ਸੀਟ ਸਾਂਭੀ। ਅਸੀਂ ਘਰੋਂ ਐਨ ਬਿਲਕੁਲ ਰੈਡੀ ਆ। 4 ਵਜੇ ਦਾ ਸਮਾਂ ਸਾਨੂੰ ਦਿੱਤਾ ਸੀ, ਪਰ ਤੁਰਦਿਆਂ ਭਾਜੀ ਨੇ 5 ਵਜੇ ਆਤੇ। ਮੈਂ ਥੋੜੀ ਵੀ ਆਇਆ ਉਹਦੇ ਵਾਸਤੇ ਕੋਈ ਗੱਲ ਨਹੀਂ। ਸੋ ਆਪਾਂ 5 ਵਜੇ ਫਾਈਨਲੀ ਜਿਹੜਾ ਆ ਸੈਕਰਾਮੈਂਟੋ ਦਾ ਅਸੀਂ ਐਡਰੈਸ ਪਾ ਕੇ ਤੇ ਇੱਧਰਲੇ ਬੰਨੇ ਤੁਰ ਪਏ ਲੱਗੇ। ਤੁਹਾਨੂੰ ਇੱਕ ਗੱਲ ਦੱਸ ਦਈਏ ਜੀ, ਅਸੀਂ ਸਰੀ ਵੈਨਕੂਵਰ ਤੋਂ ਤੁਰਨ ਲੱਗੇ ਆ, ਕੈਨੇਡਾ ਤੋਂ। ਹੁਣ ਆਪਾਂ ਜਾਣਾ ਹੈ ਸੈਕਰਾਮੈਂਟੋ। ਜਿੰਨਾ ਚਿਰ ਜੋਗਰਾਜ ਸੈਕਰਾਮੈਂਟੋ ਵਿੱਚ ਪਾਉਂਦਾ ਆਪਾਂ ਉਹਨਾਂ ਚਿਰ ਤੁਹਾਨੂੰ ਬਾਹਰੋਂ ਮਾੜੀ ਜਿਹੀ ਗੱਡੀ ਦਿਖਾ ਦਿਆਂ। ਇਹ ਟੈਸਲਾ ਦਾ ਮਾਡਲ Y ਆ, SUV। ਬਾਹਰ ਬਿਲਕੁਲ ਨਹੀਂ ਰਿਹਾ, ਤੁਹਾਨੂੰ ਮਾੜਾ ਜਿਹਾ ਦਿਖਾ ਦਈਏ। ਇਹ ਹੁਣ ਗੱਡੀ ਸਾਡੀ ਰੈਡੀ ਆ, ਬਿਲਕੁਲ ਰੈਡੀ ਆ। ਆ ਲਓ ਜੀ, ਇੱਥੋਂ ਤੁਰਦੇ ਤੁਹਾਨੂੰ ਸਾਰੇ ਕੈਲੀਫੋਰਨੀਆ ਦਿਖਾਵਾਂਗੇ। ਇੱਥੋਂ ਜਿੱਦਾਂ ਜਾਂਦੇ ਰਾਹ 'ਚ ਸਿਆਟਲ ਆਵੇਗਾ, ਬਾਰਡਰ ਲੰਘ ਕੇ ਅਗਲਾ ਜਿਹੜਾ ਮੇਨ ਸ਼ਹਿਰ ਹੋਵੇਗਾ ਪੋਰਟਲੈਂਡ ਆਵੇਗਾ, ਫਿਰ ਸੈਕਰਾਮੈਂਟੋ, ਹੋਰ ਵੀ ਸ਼ਹਿਰ ਹੋਣਗੇ। ਇਹ ਆਪਣੀ ਗੱਡੀ ਹੈਗੀ ਆ, ਇਹ ਇਲੈਕਟ੍ਰਿਕ ਕਾਰ, ਜਿਹੜੀ ਬਿਲਕੁਲ ਇਲੈਕਟ੍ਰਿਕ ਆ। ਇਹਦਾ ਐਕਸਪੀਰੀਅੰਸ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ। ਸੋ ਹੁਣ ਤੁਰਨ ਲੱਗੇ ਆ। ਆਲਮੋਸਟ 5 ਵੱਜ ਗਿਆ, 4 ਵਜੇ ਤੁਰਨਾ ਸੀ। ਕੋਈ ਗੱਲ ਨਹੀਂ, ਇੰਨਾ ਕੁ ਤਾਂ ਮੈਨੂੰ ਪਤਾ ਹੀ ਸੀਗਾ ਵੀ ਜੋਗਰਾਜ ਆ ਦੇਖੋ ਗੱਡੀ ਸਾਡੇ ਨਾਲ ਕਿੰਨੀ ਸਿਆਣੀ ਆ। ਟੈਸਲਾ ਨੇ ਸਾਨੂੰ ਨਾਲ ਹੀ ਦੱਸਤਾ ਵੀ ਤੁਸੀਂ ਕਿੱਥੋਂ ਜਾ ਕੇ ਚਾਰਜ ਕਰਨਾ ਆ। ਓਕੇ, ਉਹ ਸਾਰਾ ਰਸਤੇ ਦੇ ਵਿੱਚ ਪਹਿਲਾਂ ਅਸੀਂ 3 ਘੰਟੇ ਤੇ ਹੁਣ ਤੋਂ ਠੀਕ 14 ਮਿੰਟ ਬਾਅਦ ਅਸੀਂ ਆਪਣੀ ਗੱਡੀ ਚਾਰਜ ਕਰਨੀ ਸੀ। ਪਹਿਲਾ ਸਟਾਪ ਉਹਨੇ ਐਕਚੁਅਲੀ ਜਿਹੜਾ ਆਹ ਹੈਗਾ ਨਾ, ਇਹ
ਇਹ ਮੇਰਾ ਵੀ ਫੇਵਰਟ ਇਹੀ ਆ ਅੱਛਾ। ਟੌਮ ਵਾਟਰ ਜਿਹੜਾ ਹੈਗਾ ਨਾ, ਇਹ ਵਾਸ਼ਿੰਗਟਨ ਦੇ ਵਿੱਚ ਆ। ਇਹ ਉਹਦੇ ਤੋਂ ਆਪਣੇ ਪੋਰਟਲੈਂਡ ਤੋਂ 100 ਕੁ ਮੀਲ ਪਹਿਲਾਂ ਆਉਣਾ ਆ। ਤਾਂ ਹੁਣ ਆਪਾਂ ਤੁਰ ਪਈਏ ਜੀ ਅਬਾਊਟ। ਇੱਕ ਜਿਹੜੀ ਮੇਨ ਗੱਲ ਭਾਜੀ ਇਹਦੇ ਵਿੱਚ, ਜੇ ਕੋਈ ਵੀ ਸਰੀ ਵੈਨਕੂਵਰ ਤੋਂ ਚੱਲਦਾ ਨਾ, ਜਿਹੜਾ ਬਾਈ ਰੋਡ I-5 ਲੈ ਕੇ ਤੇ ਫਿਰ ਜਾਂਦੇ ਨੇ ਕੈਲੀਫੋਰਨੀਆ ਨੂੰ, ਮੇਨ ਗੱਲ ਇੱਕ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਆ ਕਿ ਤੁਸੀਂ ਸਮੇਂ ਦੇ ਨਾਲ ਤੁਰਨਾ, ਕਿਉਂਕਿ ਜੇ ਤੁਸੀਂ ਲੇਟ ਹੋ ਗਏ, ਹੁਣ ਇਸ ਤੋਂ ਅਸੀਂ ਜਿੰਨਾ ਲੇਟ ਹੋਈ ਜਾਵਾਂਗੇ, ਮਤਲਬ ਸਾਡੇ ਅਗਲੇ ਬੰਨੇ ਸੈਟਲ ਵਾਲਾ ਰਸ਼ ਜਿਹੜਾ ਟ੍ਰੈਫਿਕ ਆ ਉਹਨੂੰ ਫੇਸ ਕਰਨ ਦੇ ਚਾਂਸ ਸਾਡੇ ਉਨੇ ਜ਼ਿਆਦਾ ਹੋਈ ਜਾਣੇ ਆ। ਸੋ ਅਸੀਂ ਜਿੰਨਾ ਟਾਈਮ ਨਾਲ ਚੱਲਾਂਗੇ ਉਨੀ ਜਲਦੀ ਅਸੀਂ ਸੈਟਲ ਕ੍ਰਾਸ ਕਰਾਂਗੇ ਤੇ ਸਾਡਾ ਜਿਹੜਾ ਬਾਕੀ ਰਸਤਾ ਆ ਐ ਕਰੂਜ਼ ਤੇ ਲੱਗਾ, ਸਾਨੂੰ ਪਤਾ ਨਹੀਂ ਲੱਗਣਾ। ਟੈਸਲਾ ਨੇ ਤੇ ਉਦਾਂ ਸਾਨੂੰ ਸਮਾ ਦੇਣਾ ਤੇ ਆਟੋ ਪਾਇਲਟ ਉਹ ਵੀ ਸਾਨੂੰ ਨਾਲ ਦੀ ਨਾਲ ਦਿਖਾਈ ਜਾਣਾ ਆ। ਹਾਂ, ਤਾਂ ਜਿੱਦਾਂ ਤੁਸੀਂ ਦੇਖਿਆ ਹੀ ਆ, ਇੱਥੋਂ ਮੇਰੇ ਖਿਆਲ ਸੈਕਰਾਮੈਂਟੋ ਕਿੰਨੇ 100 ਕਿਲੋਮੀਟਰ ਬਣਦਾ? 1400 ਅਰਾਊਂਡ 14 ਘੰਟਿਆਂ ਦੀ ਡਰਾਈਵ ਬਣਦੀ ਆ। 14 ਬਾਕੀ ਘੰਟੇ ਡਰਾਈਵਰ ਤੇ that ਡਿਪੈਂਡ ਕਰਦਾ। ਬਾਕੀ ਤੁਹਾਨੂੰ ਦੀਪਿੰਦਰ ਭਾਈ ਦੱਸਣਗੇ ਜੀ ਸੈਕਰਾਮੈਂਟੋ ਜਿਹੜੀ ਕਿਲੋਮੀਟਰਾਂ ਚ ਮੇਰੇ ਭਾਜੀ ਨੇਰੇ ਦੇ ਵਿੱਚ ਲੱਭਦੇ ਨਹੀਂ ਪਏ ਪਿੱਛੇ, ਭਾਜੀ ਆਵਾਜ਼ ਤੁਹਾਡੀ ਰਿਕਾਰਡ ਕਰਾਂਗੇ ਨਾਲ ਅਸੀਂ। ਯਾ ਸੋ ਇਹ ਫਿਰ ਦੱਸ ਦਈਏ ਜੀ ਇੱਥੋਂ ਆਪਾਂ ਤੁਰ ਪਏ ਆ ਲਓ ਜੀ, ਇਹਨੇ ਆਟੋਮੈਟਿਕਲੀ ਦੱਸ ਦੇਣਾ ਵੀ 300 ਮੀਟਰ ਦੇ ਵਿੱਚ ਕਿ ਤੁਸੀਂ ਸੱਜੇ ਨੂੰ ਹੋ ਜਾਓ। ਬਿਲਕੁਲ ਠੀਕ। ਸੋ ਇੱਥੋਂ 10 ਮਿੰਟ ਦੀ ਦੂਰੀ ਤੇ ਬਾਰਡਰ ਆ, ਕੈਨੇਡਾ USA ਬਾਰਡਰ ਆ। ਬਿਲਕੁਲ ਠੀਕ ਹੈ। ਕਿਉਂਕਿ ਬੜਾ ਕੁਝ ਆਪਾਂ ਦਿਖਾ ਨਹੀਂ ਸਕਦੇ ਉੱਥੇ, ਬਟ ਉਸ ਤੋਂ ਪਹਿਲਾਂ ਜੋ ਵੀ ਦਿਖਾ ਸਕਦੇ ਹੋਏ ਆਪਾਂ ਬਰਾਬਰ ਰਿਕਾਰਡ ਕਰਕੇ ਉਹਨਾਂ ਲਈ, ਜਿਹੜੇ ਬੰਦੇ ਜਿਹੜੇ ਬੰਦੇ ਇੱਥੇ ਨਹੀਂ ਆ ਸਕਦੇ ਜਾਂ ਇੱਥੇ ਕਈ ਰਹਿੰਦੇ ਹੋਏ ਵੀ 8-8 ਸਾਲ 10 ਕਿਲੋਮੀਟਰ ਪਰੇ ਨਹੀਂ ਗਏ, ਤੇ ਉਹਨਾਂ ਲਈ ਬਹੁਤ ਵਧੀਆ ਹੋਏਗਾ। ਬਿਲਕੁਲ ਠੀਕ ਹੈ। ਸੋ ਅਸੀਂ ਤੁਰ ਪਏ ਆ ਤੇ ਨਾਲ ਦੀ ਨਾਲ ਯਾਤਰਾ ਸ਼ੁਰੂ ਹੈ, ਤੇ ਯਾਤਰਾ ਮੈਂ ਨਾ ਬਾਬੇ ਦੇ ਨਾਮ ਦੇ ਨਾਲ ਸ਼ੁਰੂ ਕਰੀਏ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਬੋਲੇ ਹੀ ਸੋ ਨਿਹਾਲ, ਸਤਿ ਸ੍ਰੀ ਅਕਾਲ। ਐਂਡ ਫਿਰ ਦੱਸ ਦਈਏ ਜਿਹੜੀ ਇਹਦੀ ਰੇਂਜ ਆ, ਇਹ ਆਲਮੋਸਟ ਫੁੱਲ 100% ਆਪਾਂ ਕੀਤੀ ਸੀਗੀ। ਇਹ 527 ਕਿਲੋਮੀਟਰ 527 ਕਿਲੋਮੀਟਰ ਇਹਦੀ ਰੇਂਜ ਹੈਗੀ ਆ। ਸੋ ਹੁਣ ਨਾਲ ਦੀ ਨਾਲ ਆਪਾਂ ਤੁਹਾਨੂੰ ਹੋਰ ਦਿਖਾਈ ਜਾਣਾ ਆ। ਇੱਕ ਵਾਰੀ ਚਾਰਜ ਕੀਤਿਆਂ 527 ਕਿਲੋਮੀਟਰ ਚੱਲ ਸਕਦੀ ਆ। ਆਹ ਦੇਖੋ ਫੋਨ ਦੀ ਬੈਟਰੀ ਵਾਂਗੂ ਉਤਲੇ ਬੰਨੇ ਨਾਲ ਇਹਦੀ ਬੈਟਰੀ ਆ ਜਾਂਦੀ ਆ। ਦੇਖੋ ਕਲਿੱਕ ਕਰ ਦਿੰਦੇ ਆ ਤੁਸੀਂ। 99% ਇਹਦੀ ਬੈਟਰੀ 1402 ਕਿਲੋਮੀਟਰ ਦਾ ਸੈਕਰਾਮੈਂਟੋ ਤੱਕ ਇੱਥੋਂ। 1402 ਕਿਲੋਮੀਟਰ। ਯਾ ਲਓ ਜੀ 1402 ਕਿਲੋਮੀਟਰ। ਠੀਕ ਹੈ ਜੀ। ਸੋ ਕਿਉਂਕਿ ਸਾਡੇ ਕੋਲ ਜੋਗਰਾਜ ਪਹਿਲਾਂ ਵੀ ਟੈਸਲਾ, ਅਸੀਂ ਕਾਫੀ ਜ਼ਿਆਦਾ, ਸਾਡੀ ਫੈਮਿਲੀ ਟੈਸਲਾ ਦੀ ਬਹੁਤ ਵੱਡੀ ਫੈਨ ਆ। ਅੱਛਾ ਜੀ। ਸੋ ਇਸ ਕਰਕੇ ਦੱਸ ਦਈਏ ਭਈ ਜਿਹੜਾ ਇਹ ਆਪਣਾ ਗੱਡੀ ਆ, ਜਿੱਥੇ ਵੀ ਤੁਹਾਨੂੰ ਸੜਕ ਤੇ ਲਾਈਨਾਂ ਦਿਸਦੀਆਂ ਆ, ਉੱਥੇ ਪ੍ਰੀਟੀ ਮੱਚ ਇਹਨੇ ਆਪੇ ਡਰਾਈਵ ਕਰ ਲੈਣੀ ਆ। ਪਰ ਤੁਹਾਨੂੰ ਕੇਅਰਫੁਲ ਰਹਿਣਾ ਪੈਣਾ, ਸਟੀਅਰਿੰਗ ਤੇ ਮਾੜਾ ਜਿਹਾ ਟੱਚ ਕਰਕੇ ਰੱਖਣਾ ਪੈਣਾ। ਓਕੇ। ਮਤਲਬ ਮਿੰਟ ਦੇ ਵਿੱਚ ਇੱਕ ਅੱਧੀ ਵਾਰ ਜੇ ਇਹਨੂੰ ਲੱਗਦਾ ਵੀ ਤੁਸੀਂ ਹੱਥ ਉੱਥੇ ਨਹੀਂ ਲਾ ਰਹੇ ਵੀ ਕਿਤੇ ਤੁਸੀਂ ਠੀਕ ਵੀ ਹੈਗੇ ਆ, ਜਾਂ ਤੁਸੀਂ ਅਟੈਂਸ਼ਨ ਪੇ ਨਹੀਂ ਕਰਦੇ, ਤਾਂ ਫਿਰ ਇਹਨੇ ਤੁਹਾਨੂੰ ਮੈਸੇਜ ਦੇਣਾ ਵੀ ਥੋੜੀ ਜਿਹਾ ਸਟੀਅਰਿੰਗ ਨੂੰ ਟੱਚ ਕਰਕੇ ਰੱਖੋ। ਪਰ ਚੱਲਣਾ ਆ ਪਈ ਆ, ਸਪੀਡ ਵੀ ਵਧੀ ਜਾਣੀ ਘਟੀ ਜਾਣੀ, ਬ੍ਰੇਕ ਵੀ ਆ। ਇਹ ਹੈਗਾ ਜਿਹੜਾ ਆਟੋ ਪਾਇਲਟ ਦਾ ਫੀਚਰ ਜਿਹੜਾ ਇਹਦੇ ਵਿੱਚ ਹੈਗਾ, ਜਿਹੜਾ ਇੱਕ ਸੈਲਫ ਡਰਾਈਵਿੰਗ ਫੀਚਰ ਹੈਗਾ ਆ, ਜਿਹੜਾ ਟੈਸਲਾ ਤੋਂ ਤੁਹਾਨੂੰ ਐਕਸਟਰਾ ਲੈਣਾ ਪੈਂਦਾ। ਉਹ ਮੇਰੇ ਖਿਆਲ 12,000 ਕੈਨੇਡੀਅਨ ਡਾਲਰਸ ਦਾ ਆ। ਅੱਛਾ ਜੀ। ਸੋ ਉਹ ਸੈਲਫ ਡਰਾਈਵਿੰਗ ਮੋਡ ਆ, ਉਹਦੇ ਵਿੱਚ ਤਾਂ ਮਤਲਬ ਤੁਸੀਂ ਇਹ ਕਲਪ ਭਾਵੇਂ ਤੁਸੀਂ ਪਿਛਲੀ ਸੀਟ ਤੇ ਬਹਿ ਜਾਓ, ਵੈਸੇ ਅਲਾਉ ਨਹੀਂ ਕਰਦੇ। ਮਤਲਬ ਉਹ ਟਰਨਾ ਵੀ ਆਪੇ ਲੈਂਦੀ ਆ, ਰੈੱਡ ਲਾਈਟ ਵੀ ਆਪੇ ਦੇਖਦੀ ਆ, ਸਟਾਪ ਸਾਈਨ ਵੀ ਆਪੇ ਦੇਖਦੀ ਆ, ਲੇਨਾਂ ਵੀ ਆਪੇ ਚੇਂਜ ਕਰਦੀ ਆ। ਬਿਲਕੁਲ ਠੀਕ ਹੈ। ਸੋ ਤੁਹਾਨੂੰ ਹੁਣ ਦਿਖਾਉਂਦੇ ਆ ਅਸੀਂ ਹੁਣ USA ਦੇ ਕਿੱਥੇ ਤੱਕ ਜਾਂਦੇ ਆ, ਸਰਪ੍ਰਾਈਜ਼ ਹੋਊਗਾ। ਬਿਲਕੁਲ ਠੀਕ। ਪਰ ਟੈਸਲਾ ਗੱਡੀ ਦੇ ਵਿੱਚ ਇੱਕ ਡ੍ਰੌਪ ਵੀ ਆਪਾਂ ਨੇ ਫਿਊਲ ਦਾ ਨਹੀਂ ਫੂਕਣਾ, ਔਰ ਇੱਕ ਕਹਿ ਲਓ ਵੀ ਮਾੜਾ ਜਿਹਾ ਵੀ ਧੂਆਂ ਨਹੀਂ ਆਪਾਂ ਛੱਡਣਾ। ਸੋ ਮਤਲਬ ਤੁਹਾਡੀ ਜੇਬ ਵੀ ਸੁਖੀ ਤੇ ਨਾਲੇ ਵਾਤਾਵਰਨ ਵੀ ਸੁਖੀ। ਵਾਤਾਵਰਨ ਤਾਂ ਬਹੁਤ ਸੁਖੀ, ਨਾਲੇ ਪਲੱਸ ਟੈਕਨੋਲੋਜੀ ਜਿਹੜੀ ਟੈਸਲਾ ਇਸ ਕਰਕੇ ਬਹੁਤ ਹੀ ਇੱਥੇ ਪਪੂਲਰ ਹੋ ਰਹੀ ਆ, ਕਿਉਂਕਿ ਇੱਕ ਤਾਂ ਪਰਫਾਰਮੈਂਸ ਵਾਈਜ਼ ਬਹੁਤ ਹੀ ਫਾਸਟ ਆ। ਠੀਕ ਹੈ, ਦੂਜੀ ਗੱਡੀ ਕੋਈ ਵੀ ਮੈਚ ਵੀ ਨਹੀਂ ਕਰ ਸਕਦੀ। ਠੀਕ ਹੈ ਨਾ ਜੀ। ਜੇ ਤੁਸੀਂ ਪਿਕਅਪ ਦਿੰਦੇ ਤਾਂ ਤੁਹਾਡੀ ਮਤਲਬ ਤੁਸੀਂ ਹੁਣ ਵਰਲਡ ਦੀਆਂ ਫਾਸਟੈਸਟ ਕਾਰਾਂ ਚ ਟੈਸਲਾ ਹੀ ਹੈ ਜੀ। ਮਤਲਬ ਧੌਣ ਸੀਟ ਨਾਲ ਲੱਗਦੀ ਹੈ ਗੱਲ। ਬਿਲਕੁਲ ਲੱਗਦੀ ਆ। ਸੋ ਅਗੇਨ ਜਿਹੜੀ ਮਾਡਲ 3 ਆ, ਦੈਨ ਮਾਡਲ Y ਆ, ਦੈਨ ਮਾਡਲ X ਆ। ਸੋ ਇਹ ਹੁਣ ਆਪਣੇ ਕੋਲ ਜਿਹੜੀ ਆ ਮਿਡ ਮਾਡਲ ਆ, ਜਿਹੜੀ ਮਾਡਲ Y। ਓਕੇ। ਇਹ SUV ਦੇ ਵਿੱਚ ਆਉਂਦੀ ਆ, 5 ਸੀਟਾਂ ਆ। ਤਾਂ ਪਰ ਬੰਦੇ ਆਪਾਂ ਦੇਣੀ ਆ, ਬੰਦੇ ਆਪਣਾ ਦੇਣੀ ਆ, ਪਰ ਆਪਣੇ ਨਾਲ ਸਾਰੇ ਫੈਮਿਲੀ ਮੈਂਬਰਸ ਵੀ ਜਾ ਰਹੇ ਆ। ਜੋ ਅਸੀਂ ਦੇਖਾਂਗੇ ਉਹ ਸਾਰਾ ਕੁਝ ਦਿਖਾਵਾਂਗੇ। ਭਾਜੀ ਪਿੱਛੇ ਹਨੇਰੇ 'ਚ ਥੋੜਾ ਰੱਬ ਰੇ। ਸੋ ਆਪਾਂ ਹੁਣ ਆਗਿਆ ਲੈ ਕੇ ਬਾਰਡਰ ਤੇ ਜਾ ਕੇ ਫਿਰ ਦਿਖਾਵਾਂਗੇ ਨਾਲ ਹੀ। ਬਿਲਕੁਲ ਸਹੀ। ਫਿਰ ਦੱਸ ਦਈਏ। ਹਾਂਜੀ। ਇਹ ਵੈਨਕੂਵਰ ਜਾਂ ਸਰੀ ਜਿੱਥੇ ਰਹਿੰਦੇ, ਇੱਥੋਂ 10 ਮਿੰਟ ਦੀ ਦੂਰੀ ਤੇ ਬਾਰਡਰ ਹੈ। ਇੱਥੇ 2 ਬਾਰਡਰ ਆ ਜਿਹੜੇ ਇੱਥੋਂ ਲੰਘਦੇ ਆ। ਇੱਕ ਨੂੰ ਆਪਾਂ ਟਰੱਕਾਂ ਵਾਲਾ ਬਾਰਡਰ ਕਹਿੰਦੇ ਆ, ਤਾਂ ਇਹ ਦੂਸਰੇ ਨੂੰ ਆਪਾਂ ਜਿਹੜਾ ਪੀਸ। ਇਹ ਬਾਰਡਰ ਦਾ ਨਾਮ ਕੀ? ਆਪਾਂ ਹੁਣ ਪੀਸਰਚ ਬਾਰਡਰ ਤੇ ਚੱਲੇ ਆਪਾਂ ਹੁਣ ਇੱਧਰ ਆਪਾਂ ਟਰੱਕਾਂ ਵਾਲੇ
ਚੱਲ ਜਾਂਦੇ ਕਿਉਂਕਿ ਬਲੇਨ ਨੇੜੇ ਆ ਮਤਲਬ ਕਿਸੇ 'ਚ ਵੀ ਜਾ ਸਕਦੇ ਪਰ ਜਿਹੜਾ ਹਾਈਵੇ 15 ਤੇ 176 ਤੇ ਰਾਈਡ ਕਰਕੇ ਸਿੱਧਾ ਹੀ ਆਉਂਦਾ ਆ ਜਿਹੜਾ ਬਲੇਨ ਵਾਲਾ ਬਾਰਡਰ ਕਹਿੰਦੇ ਇਹ ਦੋਵੇਂ ਬਲੇਨ ਵਾਲੇ ਆ। ਦੋਵੇਂ ਬਲੇਨ ਵਾਲੇ ਆ ਯਾਰ ਇੱਕ ਤਾਂ ਇਹਨੂੰ ਆਪਾਂ ਬੰਦ ਕਰਾਈ ਇਹਨੂੰ ਮੈਂ ਪਹਿਲਾਂ ਆ ਕੈਮਰਾ ਬੰਦ ਕਰਕੇ ਫਿਰ ਮੈਂ ਪਹਿਲਾ ਕੰਮ ਇਹਦਾ ਮੂੰਹ ਬੰਦ ਕਰਤਾ ਸੀ, ਕੋਈ ਗੱਲ ਨਹੀਂ। ਤੇ ਆਪਾਂ ਹੁਣ ਆ ਲਓ ਜੀ, ਆਪਾਂ ਹੁਣ ਨਾਲ ਹੀ ਬਾਰਡਰ ਤੇ ਜਾ ਕੇ ਹੁਣ ਬਾਰਡਰ ਕਿਵੇਂ ਲੰਘਣਾ ਉਹਦੇ ਵਿੱਚ ਇੱਕ ਮੇਰੇ ਵਾਸਤੇ ਵੀ ਨਵੀਂ ਗੱਲ ਮੈਨੂੰ ਪਤਾ ਲੱਗੀ ਕਿ ਜਦੋਂ ਪਹਿਲੀ ਵਾਰੀ ਅਮਰੀਕਨ ਬਾਰਡਰ ਤੁਸੀਂ ਕ੍ਰਾਸ ਕਰਨਾ ਹੈ ਨਾ, ਫਿਰ ਉੱਥੇ ਥੋੜਾ ਜਿਹਾ ਅੰਦਰ ਜਾ ਕੇ ਥੋੜੀ ਜੀ ਉਹ ਬਿਠਾਉਂਦੇ ਨੇ ਤੁਹਾਨੂੰ ਇੱਕ ਵਾਰੀ ਵੀ ਆਓ ਮਿਲੋ, ਤੇ ਸਾਨੂੰ ਲੱਗਦਾ ਕਿ ਅੱਧਾ ਕੁ ਘੰਟਾ ਉੱਥੇ ਵੀ ਲੱਗੇਗਾ। ਥੰਬਪ੍ਰਿੰਟ ਫਿੰਗਰਪ੍ਰਿੰਟਸ ਲੈਣੇ ਆ ਅੰਦਰ ਤੁਹਾਡੇ, Okay. ਤੁਹਾਡਾ ਪ੍ਰੋਪਰ ਇੱਕ ਉਹਨੂੰ ਕੋਈ ਫਾਰਮ ਹੁੰਦਾ ਜਿਹੜਾ ਮੈਨੂੰ ਨਾਂ ਨਹੀਂ ਯਾਦ, ਜਿਹੜਾ ਮਤਲਬ ਇਮੀਗ੍ਰੇਸ਼ਨ ਚੈੱਕ ਹੋਣੀ ਟੋਟਲ। ਮੇਰੇ ਪਾਸਪੋਰਟ ਤੇ ਉਹਨਾਂ ਨੇ ਡੇਟ ਪਾਉਣੀ ਹੈ ਕਿ ਇੰਨੇ ਤਰੀਕ ਤੱਕ ਦੁਬਾਰਾ ਤੁਹਾਨੂੰ ਐਂਟਰੀ ਕਰਨ ਵੇਲੇ ਕੱਪ ਮਿਲਣ ਦੀ ਲੋੜ ਨਹੀਂ, ਸੋ 6 ਮਹੀਨੇ ਦਾ ਤੁਹਾਨੂੰ ਇੱਕ ਟਰੈਵਲ ਪਾਸ ਬਣਾ ਦਿੰਦੇ ਆ। ਉਹ ਇੱਕ ਪਰਚੀ ਵੀ ਮੈਂ ਸੁਣਿਆ ਨਾਲ ਲਾ ਦੇਣੀ ਉਹਨਾਂ ਨੇ ਨਾ। ਪਰਚੀ ਨਹੀਂ ਲਾਉਂਦੇ ਹੁਣ, ਉਹ ਮੋਹਰ ਲਾ ਕੇ ਡੇਟ ਲਿਖ ਦਿੰਦੇ ਆ ਉੱਤੇ। ਓਕੇ, ਪਰਚੀ ਬੰਦ ਕਰਤੀ ਆ। ਪਰਚੀ ਬੰਦ ਇੱਕ ਤਾਂ ਨਾਲ ਦੇ ਨਾਲ ਜਿਹੜਾ ਵੀ ਐਕਸਪੀਰੀਅੰਸ ਹੋਇਆ ਤੁਹਾਨੂੰ ਉਹ ਵੀ ਨਾਲ ਦੀ ਨਾਲ ਸ਼ੇਅਰ ਕਰੀ ਜਾਵਾਂਗੇ। ਪਰ ਮੈਂ ਫਿਰ ਦੱਸਣਾ ਜੀ ਇਹ ਸਰੀ ਤੋਂ ਹੁਣ ਤਾਂ ਚਲੋ ਕੋਵਿਡ ਕਰਕੇ ਆਪਣੇ ਇਸ਼ੂਜ਼ ਆਏ ਆ, ਆਪੇ ਨਹੀਂ ਟਰੈਵਲ ਕਰ ਪਾਏ, ਬਹੁਤ ਚਿਰ ਤਾਂ ਬੰਦ ਵੀ ਰਿਹਾ। ਨਹੀਂ ਤਾਂ ਸਾਡੇ ਸਰੀ ਵਾਲੇ ਮੈਜੋਰਟੀ ਬੰਦੇ ਗੈਸ ਵੀ ਉੱਥੋਂ ਪਾਉਂਦੇ ਆ। ਗੈਸ ਮੀਨਸ ਪੈਟਰੋਲ ਜਾਂ ਡੀਜ਼ਲ ਜਿਹੜਾ ਵੀ ਹੈਗਾ, ਐਂਡ ਜਿਹੜੇ ਗਰੋਸਰੀ ਦੁੱਧ ਘੇ ਆਂਡੇ ਵਗੈਰਾ ਅਸੀਂ ਉੱਥੇ ਜਦੋਂ ਜਾ ਕੇ ਇੰਡੀਆ ਜਾ ਕੇ ਗੱਲ ਦੱਸਦੇ ਆ ਜਾਂ ਇੰਡੀਆ ਵਾਲਿਆਂ ਨੂੰ ਸੁਣਦੇ ਹੋ ਇਦਾਂ ਕਿਦਾਂ ਹੋ ਸਕਦਾ, ਮਤਲਬ ਕੰਟਰੀ ਸੌਦਾ ਲੈਣ ਅਮਰੀਕਾ ਜਾਂਦਾ ਅਮਰੀਕਾ ਜਾਂਦਾ ਕਰਦਾ ਸੌਦਾ ਮੁੱਕ ਜੇ ਚਲੋ ਅਮਰੀਕਾ। ਪਰ ਦੇਖ ਲਓ ਕਿੰਨੀਆਂ ਸਹੂਲਤਾਂ, ਪਰ ਕੁਝ ਬੰਦੇ ਇਹੋ ਜਿਹੇ ਜਿਹੜੇ 8 ਸਾਲ ਤੱਕ ਨਹੀਂ ਜਾ ਪਾਉਂਦੇ। ਚਲੋ ਜੋ ਤੁਧ ਭਾਵੇਂ ਸਾਈਕਲ ਕਾਰ, ਹੁਣ ਮੈਂ ਇੱਥੇ ਗੱਲ ਮੁਕਾਉਣਾ ਆਗੇ, ਤੇ ਕਿਉਂਕਿ ਇਹ ਹੁਣ ਹੁਕਮ ਮਹਾਰਾਜ ਦਾ ਅੱਜ ਹੋਇਆ, ਸੋ ਅਸੀਂ ਤਕਰੀਬਨ ਬਾਰਡਰ ਤੇ ਮੇਰੇ ਖਿਆਲ 5 ਮਿੰਟ ਦੂਰ ਹੀ ਰਹਿ ਗਿਆ। ਹੁਣ ਭਾਜੀ ਗੱਲ 5 ਮਿੰਟ ਦੂਰ ਰਹਿ ਗਿਆ, ਆਪਾਂ ਨੇੜੇ ਜਾ ਕੇ ਇੱਕ ਵਾਰੀ ਫਿਰ ਹੁੰਨੇ ਆ ਤੇ ਉੱਥੇ ਜੁੜ ਕੇ ਫਿਰ ਬਾਰਡਰ ਤੇ ਕੀ ਐਕਟੀਵਿਟੀ ਹੁੰਦੀ ਆ, ਪਹਿਲੀ ਵਾਰੀ ਜਾਣ ਵਾਲੇ ਕਿਹੜੀ ਚੀਜ਼ ਦਾ ਧਿਆਨ ਦੇਣ, ਜਿਹੜੇ ਫਸਟ ਟਾਈਮ ਅਮਰੀਕਨ ਬਾਰਡਰ ਬਾਈ ਰੋਡ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪਾਸ ਕਰਦੇ ਆ, ਉਹਦੇ ਬਾਰੇ ਵੀ ਆਪਾਂ ਜਾਣਕਾਰੀ ਉੱਥੋਂ ਜਾ ਕੇ ਦਿੰਦੇ ਆ। ਲਓ ਜੀ, ਆਪਾਂ ਮੇਰੇ ਖਿਆਲ 5 ਮਿੰਟ ਵੀ ਨਹੀਂ ਲੱਗੇ ਆ ਇਸ ਵੇਲੇ ਆਪਾਂ ਆ ਗਏ ਆ। ਤਾਂ ਆ ਬਾਰਡਰ ਆ ਜਿਹੜਾ ਟਰੱਕਾਂ ਵਾਲਾ ਬਾਰਡਰ ਆ, ਜਿਸ ਤੁਸੀਂ ਸਾਹਮਣੇ ਦੇਖੋਗੇ ਆ ਸਾਰੇ ਸਾਈਨ ਆ ਨੈਕਸਸ, ਜਿਹੜੇ ਬੰਦੇ ਆ ਕੋ ਨੈਕਸਸ VIP ਪਰ ਇੱਧਰ ਨੂੰ ਹੁਣ ਨਹੀਂ ਲੰਘਣਾ। ਹੁਣ ਮੇਰੇ ਨਾਲ ਦੋ ਨੌਨ ਨੈਕਸਸ ਤੇ ਮੈਨੂੰ ਵੀ ਉਸ ਲਾਈਨ 'ਚ ਜਾਣਾ ਪੈਣਾ ਹੈ। ਓਕੇ, ਸੋ ਆਪਾਂ ਸਾਈਨ ਪੜ ਲੈਣੇ ਆ USA ਬਾਰਡਰ, ਇਹਨੂੰ ਪੈਸੀਫਿਕ ਕ੍ਰਾਸਿੰਗ ਕਹਿੰਦੇ ਆ। ਓਕੇ, ਜਾਂ ਦੇਸੀ ਤਰੀਕੇ ਦੇ ਵਿੱਚ ਇਹ ਟਰੱਕਾਂ ਵਾਲਾ ਬਾਰਡਰ। ਸੋ ਆਪਾਂ ਦੇਖੋ ਜੀ ਸਾਈਨ ਆ ਲਾ ਕੇ ਉੱਤੇ ਲਿਖਿਆ ਆਂਦਾ ਵੀ ਕਮਰਸ਼ੀਅਲ ਸੱਜੇ ਬੰਨੇ ਹੋ ਜੋ ਨੈਕਸਸ ਵਾਲੇ ਸੈਂਟਰ ਲੇਨ 'ਚ, ਤੇ ਖੱਬੇ ਬੰਨੇ ਜਿਹੜੇ ਆਮ ਸਧਾਰਨ ਆਮ ਆਦਮੀ ਉਹ ਜਿਹੜੇ ਖੱਬੇ ਬੰਨੇ ਆ ਜਾਣ। ਉਹ ਇਸ ਵੇਲੇ ਆ ਕੇ ਤਾਂ ਹੁਣ ਆਪਾਂ ਜਾ ਰਹੇ ਹਾਂ ਜਿੱਥੇ ਤੱਕ ਅਸੀਂ ਬਣਾ ਸਕਾਂਗੇ ਉੱਥੇ ਤੱਕ ਤੁਹਾਨੂੰ ਦਿਖਾਵਾਂਗੇ। ਆਪਾਂ ਹੁਣ ਅਗਲੇ ਬੰਨੇ ਸਾਨੂੰ ਆਫੀਸਰ ਮਿਲਣਗੇ ਜੀ। ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿੱਥੇ ਤੱਕ ਆਪਾਂ ਬਣਾਵਾਂਗੇ। ਹੁਣ ਆਪਾਂ ਜਾਈ ਜਾ ਰਹੇ ਹਾਂ, ਲਾਈਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ। ਠੀਕ ਹੈ, ਹੁਣ ਉੱਥੇ ਆ ਕੇ ਸਾਨੂੰ ਕਿਉਂਕਿ ਜੋਗਰਾਜ ਦਾ ਪਹਿਲੀ ਵਾਰ ਜਿੱਦਾਂ ਅੰਦਰ ਜਾਣਾ ਪੈਣਾ, ਇਸ ਕਰਕੇ ਆਪਾਂ ਨੂੰ ਅਦਰਵਾਈਜ਼ ਨੈਕਸਸ ਵਾਲੇ ਤਾਂ ਸਿੱਧੇ ਸਕੈਨ ਕਰਕੇ ਲੰਘ ਜਾਂਦੇ ਆ। ਜਿੱਦਾਂ ਤੁਸੀਂ ਟੋਲ ਪਲਾਜ਼ਾ ਲੰਘਦੇ ਹੋ ਉਦਾਂ ਹੀ ਬੰਦਾ ਲੰਘਦਾ। ਉਸੇ ਤਰ੍ਹਾਂ ਸਾਡੇ ਇੱਕ ਆਫੀਸਰ ਹੁੰਦੇ ਆ। ਸਟੈਂਪ ਲੱਗਣੀ ਹੈ ਪਾਸਪੋਰਟ ਤੇ, ਐਦਾਂ ਡੇਟ ਪਾ ਦੇਣੀ ਹੈ ਉਹਨਾਂ ਨੇ। ਅੱਛਾ, ਸੋ ਇਹ ਚੀਜ਼ ਉਹਨਾਂ ਨਾਲ ਡੇਟ ਤੱਕ ਤੁਸੀਂ ਜਾ ਸਕਦੇ ਹੋ। ਓਕੇ, ਸੋ ਇਹ ਤੈਨੂੰ ਅੰਦਰ ਬੁਲਾ ਕੇ ਪੇਪਰ ਚੈੱਕ ਕਰਕੇ ਫਿੰਗਰਪ੍ਰਿੰਟਸ ਲੈ ਕੇ ਤੇਰੇ ਸੋ ਇਹ ਮੋਹਰ ਲੱਗੀ ਤੋਂ ਬਿਨਾ ਬੰਦਾ ਜਾ ਨਹੀਂ ਸਕਦਾ। ਨਹੀਂ ਇਹ ਲੱਗ ਜੂ, ਫਿਰ ਇਸ ਤਰੀਕ ਤੱਕ ਤੁਸੀਂ ਬਿਨਾ ਅੰਦਰ ਗਏ ਜਾ ਸਕਦੇ ਹੋ। ਇੱਕ ਤਰ੍ਹਾਂ ਦਾ ਪਾਸ ਹੈ ਇਹ। ਅਕਤੂਬਰ, ਜਿਵੇਂ ਮੇਰਾ ਇਹ ਅਕਤੂਬਰ 14 ਤੱਕ ਦਾ ਬਣਿਆ ਹੈ। ਬਿਲਕੁਲ ਠੀਕ ਹੈ ਜੀ। ਸੋ ਇਹ ਦੇਖੋ ਜੀ, ਆ ਪੈਸੰਜਰ ਵਹੀਕਲ ਜਿਹੜੇ ਅਜੇ ਹੁਣ ਬਾਰਡਰ ਆ ਕੈਨੇਡਾ ਦੀ ਸਾਈਡ ਹੈ, ਜਿਹੜੇ ਉਧਰੋਂ ਆਉਂਦੇ ਆ ਤਾਂ ਉਧਰ USA ਦੀ, ਤਾਂ ਆਪਾਂ ਨੇ ਉੱਥੇ ਜਾ ਕੇ ਹੁਣ ਮੇਰੇ ਖਿਆਲ ਆਪਾਂ ਤੁਹਾਨੂੰ ਮੈਂ ਦੱਸ ਦੂੰਗਾ ਵੀ ਕਿੱਥੇ ਜਾ ਕੇ ਆਪਾਂ ਕੈਮਰੇ ਆਪਾਂ ਡਾਕੂਮੈਂਟ ਕਿਹੜਾ ਰੈਡੀ ਕਰਨਾ ਹੁਣ ਪਹਿਲਾਂ। ਤੁਸੀਂ ਪਾਸਪੋਰਟ ਐਂਡ ਵੀਜ਼ਾ, ਮੇਰੇ ਕੋਲ ਨੈਕਸਸ ਹੈਗੀ ਆ। ਓਕੇ, ਅਗੇਨ ਜਿਹੜੀ ਆਪਾਂ ਦੇਖਦੇ ਆ ਕੈਨੇਡਾ ਦਾ ਬਾਰਡਰ ਆ। ਓਕੇ, ਜਿਹੜਾ ਆਪਾਂ ਦੇਖਦੇ ਇਹ ਕੈਨੇਡਾ, ਜਿਹੜੇ ਉਧਰ USA ਚ ਆਉਂਦੇ ਆ, ਇਹ ਉਹਨਾਂ ਦਾ ਆ। ਠੀਕ ਹੈ, ਖਾਲੀ ਇਹ ਸੱਜੇ ਬੰਨੇ ਇਹ ਜਿਹੜੀ ਟਰੱਕ ਵਾਲੇ ਭਾਈਆਂ ਦੀ ਆਪਣੀ ਲਾਈਨ ਲੱਗੀ ਆ। ਔਰ ਇਹ ਆਪਾਂ ਨੂੰ ਮੌਜ ਇਸ ਕਰਕੇ ਹੋ ਗਈ ਵੀ ਆਪਾਂ ਅਰਲੀ ਆ ਗਏ ਆ। ਓਕੇ, ਇੱਥੇ ਲਾਈਨ ਅਪ ਨਹੀਂ ਤਾਂ ਇੱਥੇ ਬਹੁਤ ਅੱਧੇ ਕਿਲੋਮੀਟਰ ਦਾ ਹੁੰਦਾ। ਸੋ ਅਸੀਂ 5:13 ਤੇ ਉੱਤੇ ਆ ਦੇਖਿਓ ਤੁਸੀਂ ਐਨ ਜਿਹੜਾ ਇਸ ਵਕਤ ਬਾਰਡਰ ਤੇ ਪਹੁੰਚ ਗਏ ਆ। ਅਰਲੀ ਪਹੁੰਚਣ ਦੇ ਫਾਇਦੇ ਉਹਨੇ ਵਿੱਚ ਇਹ ਵੀ ਆ ਕਿ ਹੁਣ ਆ ਦੇਖੋ ਇਧਰਲੇ ਬੰਨੇ ਲਾਈਨ ਲੱਗੀ, ਇਦਾਂ ਦੀ ਲਾਈਨ ਹੀ ਥੋੜੇ ਸਮੇਂ ਤੱਕ ਗੱਡੀਆਂ ਦੀ ਵੀ ਇਧਰ ਲੱਗ ਜਾਣੀ। ਇੱਥੇ ਆਪਾਂ ਬੰਦ ਕਰ ਲਈ ਆ, ਉਹ ਦੇਖੋ ਜਿੱਥੇ ਉਹਨੇ ਦੱਸਿਆ ਵੀ ਡਾਕੂਮੈਂਟ ਰੈਡੀ ਆ। ਲਓ ਜੀ, ਓਕੇ, ਹੁਣ ਆਪਾਂ ਕੈਮਰਾ ਬੰਦ ਕਰ ਦੇਣਾ। ਹਾਂਜੀ, ਚਲੋ ਜੀ। ਲਓ ਜੀ, ਆਪਾਂ 5:13 ਤੇ ਪਹੁੰਚੇ ਸਨ ਤੇ 5:26 ਤੇ ਸਾਰਾ ਕੁਝ ਕਰਕੇ ਤਿੰਨਾਂ ਆਫੀਸਰਸ ਨੂੰ ਮਿਲ ਕੇ ਵਿਹਲੇ ਹੋ ਗਏ ਆ। ਤੇ ਹੁਣ ਜਿਹੜਾ ਫਾਈਨਲੀ US ਦੇ ਵਿੱਚ ਐਂਟਰੀ ਜਿਹੜੀ ਆ ਉਹ ਹੋ ਚੁੱਕੀ ਹੈ ਜੀ। ਤੇ ਆਫੀਸਰਸ ਕਾਫੀ ਸਵਾਲ ਜਵਾਬ ਪੁੱਛਦੇ ਨੇ, ਤੁਹਾਡੀ ਲੋਕੇਸ਼ਨ, ਤੁਹਾਡਾ ਐਡਰੈਸ,
ਆਪਣੇ ਪਾਸਪੋਰਟਸ ਬੰਦਾ ਰੈਡੀ ਰੱਖੇ ਤੇ ਕਿੱਥੇ ਪਹੁੰਚਣਾ ਆ, ਕੀ ਕਰਨ ਜਾਣਾ ਆ। ਸੋ ਕਾਫੀ ਸਵਾਲ ਜਵਾਬ। ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਸੀ ਭਾਜੀ ਵੀ ਉਹਨਾਂ ਨੇ ਸਟੈਂਪ ਲਾਉਣੀ ਆ ਨਾ ਕਿ 6 ਮਹੀਨੇ ਦੀ, ਹੁਣ ਕਹਿੰਦੇ ਵੀ ਅਸੀਂ ਸਟੈਂਪ ਵੀ ਨਹੀਂ ਲਾਉਂਦੇ। ਸੋ US ਨੇ ਹੁਣ ਰੀਸੈਂਟਲੀ ਜੋ ਅਪਡੇਟ ਕੀਤਾ ਆ, ਦੇ ਡੋਨਟ ਇਵਨ ਸਟੈਂਪ ਐਨੀਮੋਰ, ਹੁਣ ਬਿਲਕੁਲ ਲੋੜ ਨਹੀਂ ਸਟੈਂਪ ਲੱਗਣ ਦੀ। ਕਹਿੰਦੇ ਤੁਸੀਂ ਆਨਲਾਈਨ ਜੇ ਤੁਸੀਂ ਨਾਲ ਦੀ ਨਾਲ ਇੱਕ ਮਿੰਟ ਆ ਦਿਖਾਈ ਚਲੋ, ਸਿਆਟਲ ਦਾ ਸਾਈਨ ਆ ਗਿਆ। ਇਹ ਜੋਗਰਾਜ ਲਈ ਪਹਿਲੀ ਵਾਰ ਇਹ USA ਦੀ ਧਰਤੀ ਦੇ ਵਿੱਚ ਪੈਰ ਪਾਇਆ। ਹਾਂ ਤਾਂ ਗੁਰੂ ਜਿੱਦਾਂ ਕਿਰਪਾ ਹੁਣ ਕਰੇ। ਆਪਾਂ ਦੱਸਿਆ ਜੀ, ਆਪਾਂ ਨੂੰ ਸਿਰਫ 10 ਮਿੰਟ ਲੱਗੇ, ਪਰ ਇਹਦੀ ਬਿਊਟੀ ਇਸ ਕਰਕੇ ਆ ਵੀ ਆਪਾਂ ਟਾਈਮ Early ਸੀਗੇ। ਆਪਾਂ ਨਿਕਲੇ ਆਏ ਆ। ਜੇ ਇਹੀ 8-9 ਵਜੇ ਆਉਂਦੇ ਤਾਂ ਹੋ ਸਕਦਾ ਘੰਟਾ 2 ਘੰਟੇ ਵੀ ਤੁਸੀਂ ਇਹ ਦੇਖੋ ਵੀ ਅਜੇ ਵੀ ਹਨੇਰਾ ਹੈ, ਮੂੰਹ ਹਨੇਰਾ, ਸਾਡੇ ਮੱਝ ਵਾਲਿਆਂ ਦਾ ਮਨੇਰਾ। ਸੋ ਮਨੇਰੇ ਆ ਗਏ ਆ ਤੇ ਸਮੇਂ ਨਾਲ ਕੰਮ ਹੋ ਜਾਊਗਾ, ਨਹੀਂ ਤੇ ਜਿਹੜਾ ਸਮਾਂ ਸੀਗਾ ਉਹ ਹੋਰ ਵੀ ਵੱਧ ਲੱਗ ਸਕਦਾ ਸੀ। ਸੋ ਹਾਂਜੀ ਹੁਣ ਭਾਜੀ ਜਿਹੜੀ ਅਗਲੀ ਗੱਲ, ਹਾਂਜੀ ਉਹ ਤੁਸੀਂ ਇਹ ਦੇਖੋ ਕਿ ਹੁਣ ਉਹਨਾਂ ਨੇ ਆ ਪਹਿਲਾਂ ਤੇ ਆ $6 US ਦੇ ਠੀਕ ਹੈ ਜੀ ਇਹ ਲਏ ਉਹਨਾਂ ਨੇ ਐਂਟਰੀ ਵਾਸਤੇ। ਫਿਰ ਉਹਨਾਂ ਨੇ ਨਾਲ ਉਹਨਾਂ ਨੂੰ ਪਹਿਲਾਂ ਜਿਵੇਂ ਗੱਲ ਕਰਦੇ ਸੀ ਵੀ ਸਟੈਂਪ ਲਾਉਂਦੇ ਆ 6 ਮਹੀਨੇ। ਮੈਂ ਵਿੱਚ ਤੁਹਾਨੂੰ ਰੋਕੀ ਜਾਣਾ, ਆ ਤੁਸੀਂ ਦਿਖਾਓਗੇ ਆਪਾਂ ਹਾਈ 5 ਤੇ ਚੜਨ ਲੱਗੇ ਆ, ਜਿਹੜਾ ਹਾਈਵੇ 5 ਆ ਇਹ। ਅੱਛਾ I5। ਸੋ ਜਿਹੜਾ ਹਾਂ ਇਹਨੂੰ ਉਹ ਅਸਲੀ ਦਾ I5 ਇੰਟਰਸਟੇਟ ਕਹਿੰਦੇ, ਪਰ ਆਪਾਂ ਜਦੋਂ ਹਾਈਵੇ ਦੀ ਗੱਲ ਕਰਦੇ ਆ ਤਾਂ ਹਾਈਵੇ 5। ਸੋ ਇਹ ਜਿਹੜਾ ਹਾਈਵੇ ਆ, ਇਹ ਮੈਂ ਪਤਾ ਨਹੀਂ ਕਿੰਨੀ ਵਾਰ ਇਹ ਜਿੱਥੋਂ ਸ਼ੁਰੂ ਹੁੰਦਾ ਔਰ ਜਿੱਥੇ ਖਤਮ ਹੁੰਦਾ ਆ। ਸੋ ਉਹ ਸਾਰਾ ਡਰਾਈਵ ਕੀਤਾ। ਇਹ ਸ਼ੁਰੂ ਹੁੰਦਾ ਹੈ ਇੱਥੋਂ ਆਪਣਾ ਵੈਨਕੂਵਰ ਦੇ ਬਾਰਡਰ ਜਿਹੜਾ ਬਲੇਨ ਆ, ਇਹ ਸ਼ਹਿਰ ਦੇ ਵਿੱਚੋਂ ਸ਼ੁਰੂ ਹੁੰਦਾ ਹੈ, ਖਤਮ ਹੁੰਦਾ ਜਾ ਕੇ ਮੈਕਸੀਕੋ ਦੇ ਵਿੱਚ। ਸੋ ਐਨ ਸੈਂਡੀਆਗੋ ਲੰਘ ਕੇ ਤਾਂ ਇਹ ਤੁਹਾਡਾ ਟਹਾਣਾ ਕੁਛ ਇਹੋ ਜਿਹਾ ਸ਼ਹਿਰ ਆ ਜਿੱਥੇ ਜਾ ਕੇ ਖਤਮ ਹੁੰਦਾ। ਸੋ ਇਹ ਹੁਣ ਇਹ ਪੈ ਗਿਆ। ਜੋਗਰਾਜ ਸਿੰਘ ਤੁਸੀਂ ਪਹਿਲੀ ਵਾਰ ਦੇਖ ਰਹੇ ਆ, ਤੁਹਾਨੂੰ ਬਹੁਤ ਚੀਜ਼ਾਂ ਨਵੀਆਂ ਲੱਗਣਗੀਆਂ। ਆਪਾਂ ਵਾਰ-ਵਾਰ ਇਹਨਾਂ ਨੂੰ ਜਲੀਲ ਕਰੀ ਜਾਣਾ ਕਿ ਪਹਿਲੀ ਵਾਰ ਤੁਸੀਂ ਦੇਖ ਰਹੇ ਆ। ਪਹਿਲੀ ਵਾਰ ਅਮਰੀਕਾ ਦੇ ਹਾਈਵੇ ਦੁਨੀਆ 'ਚ ਬੈਸਟ ਨੇ। ਔਰ ਤੁਸੀਂ ਜਿਹੜਾ ਆਪਾਂ ਦੇਖਦੇ ਆਏ ਆ ਵੈਨਕੂਵਰ ਟੋਰਾਂਟੋ, ਜਦੋਂ ਆਪਾਂ ਅਮਰੀਕਾ ਨੂੰ ਦੇਖਦੇ ਆ ਤਾਂ ਮਤਲਬ ਕੈਨੇਡਾ ਦੇ ਹਾਈਵੇ ਅਮਰੀਕਾ ਦੇ ਮੁਕਾਬਲੇ 'ਚ ਕੁਝ ਵੀ ਹੈ ਨਹੀਂ। ਅੱਛਾ ਜੀ ਠੀਕ ਹੈ ਜੀ। ਹੁਣ ਇੱਕ ਤੁਸੀਂ ਗੱਲ ਦੇਖੋਗੇ ਇੱਥੇ ਆਲ ਆਫ ਸਡਨ 70-60 ਕਿਲੋਮੀਟਰਸ ਤੋਂ ਮਾਈਲਸ ਦੇ ਵਿੱਚ ਹੋ ਗਈ ਆ। ਸੋ ਮਾਈਲਸ ਦੇ ਵਿੱਚ ਹੋ ਗਈ ਆ, ਤਾਂ ਹੁਣ ਤੁਸੀਂ ਇਹ ਦੇਖ ਲਓ ਵੀ ਆਪਾਂ ਹੁਣ ਇੱਥੇ ਲਾ ਕੇ 70 ਮਾਈਲ ਦੀ ਸਪੀਡ ਆ। ਜੇ ਆਪਾਂ 70 ਮਾਈਲ ਦੀ ਦੇਖਦੇ ਆ ਤਾਂ ਹੁਣ ਆਪਾਂ ਆਟੋ ਪਾਇਲਟ ਲਾਤਾ ਆ। ਸੋ ਆਟੋ ਪਾਇਲਟ ਲੈ ਕੇ ਤੇ ਇਹਨੇ ਹੁਣ ਸਾਡੀ ਕਾਫੀ ਜਾਨ ਸੌਖੀ ਕਰ ਲੈਣੀ ਆ। ਸੋ ਅਗੇਨ ਜਿਹੜਾ ਆਪਾਂ ਬੈਲੀਗੈਮ ਬਲੇਨ ਦੇ ਬਾਰਡਰ ਤੋਂ ਆਪਾਂ ਲੰਘੇ ਆ, ਔਰ ਆਪਾਂ ਨੇ ਕਹਾ ਬੈਲੀਗੈਮ ਜਿਹੜਾ ਇੱਕ ਛੋਟਾ ਜਿਹਾ ਸ਼ਹਿਰ ਬੈਲੀਗੈਮ ਆਉਣਾ, ਜਿਹੜਾ ਵੱਡਾ ਸ਼ਹਿਰ ਆਉਣਾ ਉਹ ਸਿਆਟਲ ਆਉਣਾ। ਸਿਆਟਲ ਆਪਣਾ ਜਿਹੜਾ ਮੇਨ ਆਪਣਾ ਕੰਸਰਨ ਹੈਗਾ ਵੀ ਸਿਆਟਲ ਦੇ ਟ੍ਰੈਫਿਕ ਤੋਂ ਪਹਿਲਾਂ ਨਿਕਲ ਜਾਈਏ, ਕਿਉਂਕਿ ਜੇ ਤੁਸੀਂ ਸਿਆਟਲ ਦਾ ਟ੍ਰੈਫਿਕ 8 ਵਜੇ ਤੁਸੀਂ ਸਿਆਟਲ ਦੇ ਏਰੀਆ 'ਚ ਪਹੁੰਚਦੇ ਆ, ਫਿਰ ਤੁਹਾਡੇ 2 ਤੋਂ 3 ਘੰਟੇ ਦਾ ਸਿਆਟਲ 'ਚ ਲੱਗ ਜਾਂਦੇ। ਸੋ ਸਾਡਾ ਅਰਲੀ ਚੱਲਣ ਦਾ ਮਕਸਦ ਹੀ, ਜੇ ਹੁਣ ਤੁਸੀਂ ਇਹ ਦੇਖ ਲਓ 5:30 ਹੋਏ ਆ, ਹੁਣ ਆਪਾਂ ਕਿਤੇ ਰੁਕਣਾ ਨਹੀਂ। ਸਿਆਟਲ 108 ਕਿਲੋਮੀਟਰ ਆ, ਆਪਾਂ 1.5 ਘੰਟੇ 'ਚ ਸਿਆਟਲ ਲੰਘ ਜਾਣਾ। ਆਪਣੇ ਵੜਦੇ ਨੂੰ ਮਤਲਬ 7 ਵਜੇ ਆਪਾਂ ਇਹ ਆਪਾਂ ਜਿਹੜਾ ਆਪਾਂ ਟੀਚਾ ਮਿੱਥਿਆ ਸੀਗਾ ਉਹਦੇ ਹਿਸਾਬ ਦੇ ਨਾਲ ਆਪਾਂ ਕਾਮਯਾਬ ਆ ਵੀ ਆਪਾਂ ਨੂੰ ਬਾਰਡਰ ਤੇ ਵੀ ਟਾਈਮ ਨਹੀਂ ਲੱਗਾ, ਔਰ ਸਿਆਟਲ ਦੇ ਟ੍ਰੈਫਿਕ ਤੇ ਹੋਣ ਤੋਂ ਪਹਿਲਾਂ ਆਪਾਂ ਸਿਆਟਲ ਲੰਘ ਜਾਣਾ। ਜਦੋਂ ਆਪਾਂ ਪੋਰਟਲੈਂਡ ਪਹੁੰਚਣਾ ਆ, ਪੋਰਟਲੈਂਡ ਆਪਾਂ ਪਹੁੰਚ ਕੇ ਉਦੋਂ ਤੱਕ ਪੋਰਟਲੈਂਡ ਦਾ ਟ੍ਰੈਫਿਕ ਖਤਮ ਹੋ ਜਾਣਾ। 273 ਮਾਈਲ ਜਿਹੜੇ ਐਗਜ਼ਿਟ ਨੰਬਰ ਆਉਂਦੇ ਆ ਜਾਂ ਮਾਈਲ ਆਉਂਦੇ ਆ, ਇਹ ਵੀ ਮੈਂ ਦੱਸਦਿਆਂ ਨਾਲ ਦੀ ਨਾਲ ਹੀ, ਇਹ ਹਰੇਕ 1 ਮੀਲ ਬਾਅਦ ਜਿਹੜਾ ਇੱਕ ਐਗਜ਼ਿਟ ਦਾ ਨੰਬਰ ਉਹ ਬਦਲਦਾ ਹੈ। ਅੱਛਾ ਜੀ ਠੀਕ ਹੈ ਜੀ। ਸੋ ਐਗਜ਼ਿਟ ਨੰਬਰ ਐਗਜ਼ਿਟਾਂ ਦੇ ਨੰਬਰਾਂ ਦੇ ਨਾਲ ਨਹੀਂ ਜਾਂਦੇ, ਇਹ ਮੀਲਾਂ ਦੇ ਨਾਲ ਜਾਂਦੇ ਆ। ਜੇ ਆਪਾਂ ਹੁਣ ਇੱਕ ਐਗਜ਼ਿਟ ਹੋਣਾ ਆ, ਇੱਕ ਐਗਜ਼ਿਟ 10 ਮੀਲ ਬਾਅਦ ਆਇਆ ਤਾਂ ਉਹਦਾ ਇੱਕ ਐਗਜ਼ਿਟ ਦਾ ਫਰਕ ਨਹੀਂ ਹੋਣਾ, ਉਹ 10 ਐਗਜ਼ਿਟ ਨੰਬਰਾਂ ਦਾ ਫਰਕ ਹੋਊਗਾ। ਹੁਣ 273 ਮੀਨਸ ਆਪਾਂ ਨੂੰ ਜਿਹੜੀ ਆਹ ਸਟੇਟ ਆ USA ਦੀ ਵਾਸ਼ਿੰਗਟਨ ਸਟੇਟ ਆ, ਇਹ 273 ਮੀਲ ਸਾਨੂੰ ਜਾ ਕੇ ਫਿਰ ਆਰਗਨ 'ਚ ਐਂਟਰ ਕਰਾਂਗੇ। ਠੀਕ ਹੈ ਜੀ। ਸੋ ਇਹ ਨਾਲ ਦੀ ਨਾਲ ਦੱਸੀ ਆਈਏ। ਸਵਾਗਤ ਕਰਤਾ ਤੇ ਨਾਲੇ ਕਹਿੰਦੇ ਕਿ ਰੋਜ਼ ਦਾ $12 ਲੱਗਣਗੇ ਜੇ ਤੁਸੀਂ ਫੋਨ ਵਰਤਣਾ। ਸੋ ਇਹ ਫੋਨ ਬੰਦ ਕਰ ਦਿੱਤਾ ਜਾਏ, ਹੁਣ ਫੋਨ ਇਹਨੂੰ ਬੰਦ ਕਰ ਦਿੱਤਾ ਜਾਵੇ। ਆਪਣਾ ਜਿਹੜਾ ਮੈਂ ਤੁਹਾਨੂੰ ਵਾਈਫਾਈ ਦਿੱਤਾ ਹੈ ਤਾਂ ਉਹ ਤੁਸੀਂ ਵਰਤਿਆ ਜਾਵੇ। ਅੰਦਰ ਦਾ ਐਕਸਪੀਰੀਅੰਸ ਦੀ ਜੇ ਗੱਲ ਕਰੀਏ ਤੇ ਸਵਾਲ ਜੋ ਪੁੱਛਦੇ ਨੇ ਸਖਤੀ ਨਾਲ ਪੁੱਛਦੇ ਨੇ ਬਈ, ਤੇ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿੱਥੇ ਜਾਣਾ ਆ, ਕੀ ਐਡਰੈਸ ਆ, ਕਿੰਨੇ ਚਿਰ ਲਈ ਜਾਣਾ ਆ, ਕੀ ਕਰਨਾ ਆ। ਸੋ ਸਾਰੀਆਂ ਗੱਲਾਂ ਅੰਦਰਲੇ ਬੰਨੇ ਪੁੱਛੀਆਂ ਜਾਂਦੀਆਂ ਨੇ। ਪਹਿਲਾਂ ਪਰਚੀ ਲੱਗਦੀ ਸੀ ਅੰਦਰ, ਜਦੋਂ ਤੁਹਾਨੂੰ 6 ਮਹੀਨੇ ਦੀ ਐਂਟਰੀ ਮਿਲਦੀ ਆ। ਪਰਚੀ ਤੋਂ ਬਾਅਦ ਫਿਰ ਹੁਣ ਸਟੈਂਪ ਲੱਗਣ ਲੱਗੀ ਸੀ, ਪਰ ਹੁਣ ਅੱਜ ਤਾਜ਼ੀ ਜਾਣਕਾਰੀ ਸਾਡੇ ਵਾਸਤੇ ਵੀ ਬਹੁਤਿਆਂ ਲਈ ਵੀ ਹੋਊਗੀ ਕਿ ਹੁਣ ਸਟੈਂਪ ਵੀ ਨਹੀਂ ਲੱਗਦੀ। ਸੋ ਤੁਸੀਂ ਅਗਲੀ ਵਾਰੀ ਅੰਦਰ ਜਾ ਕੇ ਪੇ ਕਰਨ ਦੀ ਵੀ ਲੋੜ ਨਹੀਂ ਤੁਹਾਨੂੰ। ਅੰਦਰ ਜਾ ਕੇ ਬਾਕੀ ਤੁਹਾਡੀ ਫੋਟੋ ਹੋਊਗੀ, ਤੁਸੀਂ ਆਨਲਾਈਨ ਵੀ ਘਰੋਂ ਇੱਥੇ ਜਾ ਕੇ ਪੇ ਕਰਕੇ ਤੇ ਉੱਥੇ ਵੀ ਤੁਰ ਸਕਦੇ ਹੋ। ਅੰਦਰ ਜਾ ਕੇ ਤੁਹਾਡੇ ਜਿਹੜੇ ਨੇ ਉਹ ਫਿੰਗਰਪ੍ਰਿੰਟ ਤੇ ਤੁਹਾਡੀ ਫੋਟੋ ਹੋਣੀ ਆ ਤੇ ਯੂ ਆਰ ਗੁੱਡ ਟੂ ਗੋ। ਸੋ ਅੰਦਰ ਤੁਹਾਨੂੰ ਪੇ ਕਰਨ ਦੀ
ਕਿ ਕੈਨੇਡਾ ਉਹਨੂੰ ਦਿਲ ਕਰੂਗਾ ਕਿ ਨਹੀਂ ਕਰੂ? ਨਹੀਂ, ਮੇਰਾ ਖਿਆਲ ਨਹੀਂ ਕਰੇਗਾ। ਇੱਕ ਜਿਹੜੇ ਰੈਸਟ ਏਰੀਆ ਆ, ਜੇ ਆਪਾਂ ਬਾਹਰ ਤੁਸੀਂ ਦਿਖਾਓਗੇ USA ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਬਿਊਟੀ ਇਹ ਆ ਕਿ ਇੱਥੇ ਨਾ ਰੈਸਟ ਏਰੀਆ ਬਹੁਤ ਵਧੀਆ ਨੇ। ਆ ਰੈਸਟ ਏਰੀਆ ਆਇਆ ਨਾ ਜਿੱਥੇ ਟਰੱਕਾਂ ਦਾ ਤੁਸੀਂ ਵਾਸ਼ਰੂਮ ਜਾਣਾ, ਤੁਸੀਂ ਮਤਲਬ ਇਹ ਥੋੜੇ ਚਿਰ ਦੀ ਬ੍ਰੇਕ ਲੈਣੀ ਆ, ਹਾਈਵੇ ਚੋਂ ਐਂ ਹੀ ਨਿਕਲ ਕੇ ਇਦਾਂ ਹੀ ਐਂਟਰ ਹੋ ਜਾਂਦੀ ਆ ਤੁਸੀਂ। ਔਰ ਬਹੁਤ ਰੈਸਟ ਏਰੀਆ ਦੇ ਵਿੱਚ ਫ੍ਰੀ ਕਾਫੀ ਵੀ ਆ ਔਰ ਫ੍ਰੀ ਵਾਈਫਾਈ ਵੀ ਆ। ਅੱਛਾ, ਟਰੱਕਾਂ ਵਾਲੇ ਐਂਡ ਜੇ ਹੁਣ ਆਪਾਂ ਟੋਰਾਂਟੋ ਨੂੰ ਜਾਣਾ, ਮੰਨ ਲਓ ਵੈਨਕੂਵਰ ਤੋਂ ਟੋਰਾਂਟੋ ਨੂੰ ਜਾਣਾ ਆ, ਹਾਂਜੀ, ਸੋ ਅਸੀਂ ਆਲਵੇਜ਼ ਪ੍ਰੈਫਰ ਇਹੀ ਕਰਦੇ ਹੁੰਦੇ ਬਾਰਡਰ ਕ੍ਰਾਸ ਕਰੋ, ਇੱਥੇ ਸਿਆਟਲ ਤੋਂ ਸਿੱਧੇ ਸ਼ਿਕਾਗੋ ਨੂੰ ਚੱਲ ਜਾਓ, ਤਾਂ ਕਿ ਆਪਾਂ ਬਾਰਡਰ ਦੇ ਨਾਲ ਨਾਲ, ਕਿਉਂ ਕੈਨੇਡਾ ਵਸਿਆ USA ਦੇ ਬਾਰਡਰ ਦੇ ਨਾਲ ਨਾਲ, ਸਭ ਤੋਂ ਲੰਬਾ ਜੋ ਦੁਨੀਆ ਦਾ ਬਾਰਡਰ ਆ ਕਿਤੇ, ਔਰ ਆਪਣੀ ਪਾਪੂਲੇਸ਼ਨ ਹੀ US ਦੇ ਬਾਰਡਰ ਦੇ ਨਾਲ ਨਾਲ ਹੀ ਆ। ਸੋ ਇੱਥੇ ਫਿਰ ਕੀ ਫਾਇਦਾ ਹੁੰਦਾ, ਇੱਕ ਤਾਂ ਤੇਲ ਸਸਤਾ ਆ, ਇੱਕ ਹਾਈਵੇ ਤੁਸੀਂ ਇਹ ਦੇਖ ਲਓ, ਮੈਂ ਗੱਲ ਕਰਦਾ ਹੁੰਦਾ, ਤੁਸੀਂ ਕਰੂਜ਼ ਲਾ ਲੈਂਦੇ ਆ, ਤੁਸੀਂ ਕਰੂਜ਼ ਉਦੋਂ ਤੋੜਦੇ ਆ ਜਦੋਂ ਤੁਹਾਨੂੰ ਫਿਊਲ ਪਵਾਉਣ ਲਈ ਬਾਹਰ ਨਿਕਲਣਾ ਪੈਂਦਾ, ਜਦੋਂ ਆਪਾਂ ਈਸਟ ਨੂੰ ਜਾਂਦੇ ਆ। ਆ ਵੀ ਤੁਸੀਂ ਦੇਖ ਲਓ ਵੀ ਕਿੰਨਾ ਨਜ਼ਾਰਾ ਹੈ। ਚਲੋ ਇਸ ਵੇਲੇ ਟ੍ਰੈਫਿਕ ਵੀ ਘੱਟ ਆ, ਤਾਂ ਪਰ ਜੇ ਹੋਵੇ ਵੀ ਤਾਂ ਹਾਈਵੇ ਜਿੰਨਾ ਟ੍ਰੈਫਿਕ ਆ ਉਹਦੇ ਅਕੋਰਡਿੰਗਲੀ ਉਸ ਤੋਂ ਵਧੀਆ ਹੀ ਬਣਾਉਂਦੇ ਨੇ। ਤੁਸੀਂ ਹੁਣ ਦੇਖ ਲਓ ਇੱਥੇ ਜਿਹੜੀ ਸਪੀਡ ਆ 70 ਮੀਲ ਆ, 70 ਮੀਲ ਹੈ। ਭਾਈ ਸਾਹਿਬ ਹੁਣੀ ਦੱਸਣਗੇ ਮੇਰੇ ਖਿਆਲ ਕਿੰਨੇ ਕਿਲੋਮੀਟਰ ਬਣਦੇ ਆ ਜੀ ਉਹ ਉਸ ਹਿਸਾਬ ਦੇ ਨਾਲ, ਤੇ ਆਪਣੀ ਜਿਹੜੇ ਮੇਰੇ ਖਿਆਲ 110 ਕਿਲੋਮੀਟਰ ਦੇ ਆਸ-ਪਾਸ ਹੋਵੇ, ਠੀਕ ਹੈ ਨਾ ਜੀ। ਸੋ ਇਹ ਜਿਹੜਾ ਹੈਗਾ ਅਗੇਨ ਅਗਲਾ ਜਿਹੜਾ ਸ਼ਹਿਰ ਆਉਣਾ ਵੈਲੀਗੈਮ। ਮੋਸਟਲੀ ਜਿਹੜੇ ਆਪਣੇ ਸਾਰੇ ਬੰਦੇ ਆਉਂਦੇ ਆ, ਜਿਹੜੇ ਵੀ ਬੰਦੇ ਆਉਂਦੇ ਆ, ਇਹ ਸਾਰੇ ਆਪਾਂ ਬਾਰਡਰ ਪਾਰ ਕਰਦੇ ਆ। ਬਾਰਡਰ ਪਾਰ ਉਹ ਤੁਹਾਡੇ ਵਾਂਗੂ ਅੰਦਰ ਨਹੀਂ ਜਾਣਾ ਪੈਂਦਾ, ਕਿਉਂਕਿ ਆਪਾਂ ਪਹਿਲੀ ਵਾਰ ਗਏ ਆ। ਮੋਸਟਲੀ ਨਾ ਹੀ ਸਾਨੂੰ ਇਸ ਲਾਈਨ 'ਚ ਲੱਗਣਾ ਪੈਂਦਾ। ਜਿਹਨਾਂ ਕੋਲ ਨੈਕਸਸ ਹੈਗੀ ਉਹ ਸਿੱਧਾ ਸਕੈਨ ਕਰਕੇ ਜਾਂਦੇ ਨੇ, ਆਪਣਾ ਤੇਲ ਪਾਣੀ ਪਾ ਕੇ, ਮਤਲਬ 15 ਮਿੰਟਾਂ ਦੇ ਵਿੱਚ ਵੀ ਅਸੀਂ ਵਾਪਸ ਚੱਲ ਜਾਂਦੇ ਆ, ਠੀਕ ਹੈ ਨਾ ਜੀ। ਸੋ ਐਂਡ ਅਗੇਨ ਅਗਲਾ ਜਿਹੜਾ ਸ਼ਹਿਰ ਆਉਣਾ ਵੈਲੀਗੈਮ ਆਉਣਾ ਹੈ। ਜਿਹੜੇ ਇੱਥੇ ਬਾਰਡਰ ਆ, ਵੈਨਕੂਵਰ ਨੂੰ ਬਾਰਡਰ ਲੱਗਦੇ ਆ, ਦੋ ਬਾਰਡਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਇੱਕ ਪੈਸੀਫਿਕ ਟਰੱਕਾਂ ਵਾਲਾ ਬਾਰਡਰ ਲੱਗਦਾ ਆ, ਪੈਸੀਫਿਕ ਕ੍ਰਾਸਿੰਗ, ਔਰ ਦੂਸਰਾ ਜਿਹੜਾ ਬਾਰਡਰ ਲੱਗਦਾ ਆ ਆਪਣਾ ਜਿਹੜਾ ਪੀਸ ਆਰਚ ਆ, ਐਵਸਪੋਰਟ ਵੱਲੋਂ ਜਿਹੜੇ ਆਪਾਂ ਨੂੰ ਲੱਗਦੇ ਆ ਸੂਮਸ ਬਾਰਡਰ ਲੱਗਦਾ, ਤਾਂ ਮੇਰੇ ਖਿਆਲ 264 ਸਟਰੀਟ ਦਾ ਪਤਾ ਨਹੀਂ ਕੀ ਨਾਂ ਆ, ਉਹ ਬਾਰਡਰ ਲੱਗਦਾ। ਬਿਲਕੁਲ ਠੀਕ ਹੈ ਜੀ। ਸੋ ਹੁਣ ਤੁਸੀਂ ਦੱਸੋ, ਪਹਿਲੀ ਵਾਰ USA ਦੇ ਵਿੱਚ ਤੁਸੀਂ ਆ ਦੇਖਦੇ ਆ, ਸਾਰਾ ਕੁਝ ਦੇਖਦੇ ਆ, ਕਿਵੇਂ ਲੱਗਾ? ਭਾਜੀ ਦੋ ਚੀਜ਼ਾਂ, ਇੱਕ ਤੇ ਸੜਕ, ਜਦੋਂ ਸੜਕਾਂ ਚੰਗੀਆਂ ਨੇ, ਖੁੱਲੀਆਂ ਡੁੱਲੀਆਂ ਨੇ, ਤੇ ਸੇਫਟੀ, ਗੱਡੀਆਂ ਦੇ ਭੰਨ ਤੋੜ ਘੱਟ, ਗੱਡੀ ਨੇ ਐਵਰੇਜ ਜ਼ਿਆਦਾ ਦੇਣੀ। ਦੂਸਰੀ ਜਿਹੜੀ ਚੀਜ਼ ਮੈਂ ਦੇਖ ਰਿਹਾ ਕਿ ਪਹਿਲਾਂ ਸੁਣੀਦਾ ਸੀਗਾ, ਕਿਉਂਕਿ ਮੈਂ 3 ਸਾਲ ਟਰੱਕਿੰਗ ਕੀਤੀ ਕੈਨੇਡਾ ਦੇ ਵਿੱਚ, ਤੇ ਰੈਸਟ ਏਰੀਆਜ਼ ਦੀ ਇੰਨੀ ਕੁ ਵੱਡੀ ਪ੍ਰੋਬਲਮ ਆਉਂਦੀ ਸੀ ਕੈਨੇਡਾ 'ਚ ਤਾਂ ਬਹੁਤ। ਤੁਹਾਨੂੰ ਕਿਤੇ ਕਈ ਵਾਰੀ ਜਦੋਂ ਤੁਸੀਂ ਓਨਟਾਰੀਓ ਦੇ ਵਿੱਚ ਹੁੰਦੇ ਹੋ, ਤੁਹਾਨੂੰ ਵਾਸ਼ਰੂਮ ਕਰਨ ਲੱਗਿਆ ਵੀ ਕਈ ਚਿਰ ਇੰਤਜ਼ਾਰ ਕਰਨਾ ਪੈਂਦਾ ਵੀ ਕੋਈ ਜਗ੍ਹਾ ਆਊਗੀ ਤੇ ਫਿਰ ਰੁਕਾਂਗੇ। ਸਹੀ। ਇੱਥੇ ਜਿਸ ਢੰਗ ਤਰੀਕੇ ਨਾਲ ਖੁੱਲੇ ਡੁੱਲੇ ਰੈਸਟ ਏਰੀਆਜ਼ ਰੋਡ ਦੇ ਉੱਤੇ ਬਾਰ-ਬਾਰ, ਅਸੀਂ ਹੁਣ ਕਿੰਨਾ ਕੁ ਸਫ਼ਰ ਕੀਤਾ ਤੇ ਦੂਸਰਾ ਸਟਾਪ ਆ ਵੀ ਗਿਆ ਟਰੱਕਾਂ ਵਾਲਿਆਂ ਦਾ। ਬਿਲਕੁਲ ਸਹੀ, ਬਿਲਕੁਲ। ਸੋ ਅਜੇ ਮੇਰੇ ਖਿਆਲ ਅਸੀਂ 10 ਕਿਲੋਮੀਟਰ ਨਹੀਂ ਕੀਤਾ ਹੋਣਾ ਐਵਰੀ ਐਗਜ਼ਿਟ ਤੇ। ਹਾਂ, ਇਹ ਚੀਜ਼ ਤੁਹਾਨੂੰ ਮਿਲਣੀ, ਇਹ ਬਹੁਤ ਵੱਡੀ ਬਿਊਟੀ ਇਸੇ ਕਰਕੇ। ਔਰ ਤੁਹਾਨੂੰ ਟਰੱਕ ਸਟਾਪ ਵੀ ਦਿਖਾਵਾਂਗੇ। ਹਾਂ, ਆ ਹੁਣੇ ਤੁਸੀਂ ਦੇਖ ਕੇ ਮਤਲਬ ਜਿਹੜੇ ਅਸਲੀ ਟਰੱਕ ਸਟਾਪ ਆ ਨਾ, ਜਦੋਂ ਆਪਾਂ ਦੂਰ ਜਾਈ ਜਾਣਾ ਹੈ, ਉਹ ਸਾਰੇ ਆਪਾਂ ਤੁਹਾਨੂੰ ਟੀਵੀ ਤੇ ਦਿਖਾਵਾਂਗੇ, ਪ੍ਰੋਪਰ ਜਿਹੜੇ ਪ੍ਰੋਗਰਾਮ ਦੇ ਵਿੱਚ ਵੀ ਕਿੱਦਾਂ ਕੀ ਹੈਗਾ, ਉਹ ਪ੍ਰੋਪਰ ਤੁਹਾਨੂੰ ਦਿਖਾਵਾਂਗੇ। ਬਿਲਕੁਲ ਠੀਕ ਹੈ ਜੀ। ਸੋ ਇਹਦੇ ਨਾਲ ਅਗੇਨ ਇਹੀ ਗੱਲ ਆ, ਜਿਹੜਾ ਇੱਕ ਚੀਜ਼ ਜਿਹੜੀ ਬਹੁਤ ਖਿਆਲ ਰੱਖਣ ਦੀ ਲੋੜ ਆ, ਕਿਉਂਕਿ ਜਿਹੜੇ ਸਪੈਸ਼ਲੀ ਆਪਾਂ ਇੰਡੀਆ ਤੋਂ ਆਉਂਦੇ ਆ, ਆਪਾਂ ਸਟੂਡੈਂਟ ਆਉਂਦੇ ਆ, ਬਹੁਤ ਚੀਜ਼ਾਂ ਆਪਾਂ ਨੂੰ ਇੱਥੇ ਇਹੀ ਨਿਗਾਹ ਵੀ ਆਪਾਂ ਕਿੰਨੇ ਨੰਬਰ ਲੈ ਲਏ ਆ, ਕਿ ਤੁਸੀਂ ਆਹ ਨੰਬਰ ਲੈ ਲਿਆ, ਆਇਲਟ ਚੋਂ ਆਹ ਬੈਂਡ ਲੈ ਲਿਆ, ਅਸੀਂ ਇੱਥੇ ਆ ਗਏ ਆ। ਇੱਥੇ ਆ ਕੇ ਐਟੀਕੇਟ ਜਿਹੜੇ ਆ ਨਾ, ਉਹ ਸਿੱਖਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜਦੋਂ ਤੁਸੀਂ ਕਿਸੇ ਵੀ ਆਫੀਸਰ ਦੇ ਨਾਲ ਡੀਲ ਕਰਦੇ ਆ ਨਾ, ਇੱਥੇ ਆਫੀਸਰ, ਇੱਕ ਗੱਲ ਮੈਂ ਫਿਰ ਹੋਰ ਦੱਸ ਦਿਆਂ, ਇਹ ਮੱਧ ਭੁਲੇਖੇ ਵਿੱਚ ਰਿਓ ਵੀ ਤੁਹਾਡੇ ਕੋਲ US ਦਾ ਵੀਜ਼ਾ ਆ, ਇੱਥੇ ਆ ਕੇ ਤੁਸੀਂ ਮਾੜੀ ਜਿਹੀ ਵੀ ਬਦਤਮੀਜ਼ੀ ਕੀਤੀ ਤਾਂ ਤੁਹਾਨੂੰ ਬਣਨ ਦੇ ਦੇਣਗੇ ਉਸੇ ਵੇਲੇ ਬੈਨ, ਰਾਈਟ। ਸੋ ਜਿਹੜੇ ਆਫੀਸਰ ਆ, ਅਖੀਰਲੇ ਡਿਸੀਜਨ ਉਸ ਆਫੀਸਰ ਦਾ ਆ। ਹੁਣ ਤੁਹਾਡੇ ਕੋਲ ਵੀਜ਼ਾ ਵੀ ਸੀ, ਸਾਰਾ ਕੁਝ ਨੂੰ ਲੱਗਦਾ ਸੀ ਵੀ ਨਹੀਂ ਜਾਣ ਦੇਣਾ, ਚਲੋ ਵਾਪਸ, ਨੋ ਕੁਐਸਚਨ। ਸੋ ਇਸ ਕਰਕੇ ਤੁਹਾਡੀ ਜਿਹੜੀ ਆਫੀਸਰ ਦੇ ਨਾਲ ਜੋ ਪੁੱਛਦੇ ਆ, ਉਹ ਚੀਜ਼ਾਂ ਉਹਨੂੰ ਬੜੀ ਰਿਸਪੈਕਟਫੁਲ ਤਰੀਕੇ ਦੇ ਨਾਲ ਦੱਸਣੀਆਂ। ਇਦਾਂ ਦੇ ਇਨਸੀਡੈਂਟ ਹੋਏ ਵੀ ਨੇ, ਸੁਣੇ ਵੀ ਨੇ। ਬੋਡੀ ਲੈਂਗੁਏਜ ਜਿਹੜੀ ਹੈ ਨਾ, ਉਹ ਬਹੁਤ ਇੰਪੋਰਟੈਂਟ ਆ। ਤੁਸੀਂ ਆਫੀਸਰ ਦੇ ਸਾਹਮਣੇ ਖੜਦੇ ਕਿੱਦਾਂ, ਤੁਸੀਂ ਆਫੀਸਰ ਦੇ ਨਾਲ ਬੋਲਦੇ ਕਿੱਦਾਂ, ਸਮਝਦੇ ਨਾ ਜੀ। ਸੋ ਇਸ ਕਰਕੇ ਉਹ ਕਈ ਵਾਰ ਆਫੀਸਰ ਦਾ ਮੂਡ, ਕਈ ਵਾਰ ਇਟਸ ਆਲ ਡਿਪੈਂਡ ਹੈ ਨਾ, ਕਈ ਵਾਰ ਮੂਡ ਖਰਾਬ ਹੁੰਦਾ, ਪਰ ਜੇ ਤੁਹਾਡੇ ਉਹ ਸਾਰੇ ਉਹਨੂੰ ਤੁਹਾਡੇ ਬਿਹੇਵੀਅਰ ਦੇ ਵਿੱਚ ਰਿਸਪੈਕਟ ਦਿਸਦੀ ਆ, ਤਾਂ ਫਿਰ ਬਹੁਤ ਵਾਰ ਉਹ ਤੁਹਾਨੂੰ ਜਾਣ ਦੇ ਦਿੰਦੇ ਆ। ਜੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਵੀ ਹੈਗੀ ਆ ਤਾਂ ਜਾਣ ਦੇ ਦਿੰਦੇ। ਜਿੱਦਾਂ ਹੁਣ ਆਪਣੇ ਕੋਲ ਆਇਆ ਸੀ ਉਹ ਯੈਲੋ ਸਲਿੱਪ, ਆਪਾਂ ਜਿਸ ਵੇਲੇ ਬਾਹਰ ਆਏ ਤਾਂ ਕਹਿੰਦੇ ਸੀ ਯੈਲੋ ਸਲਿੱਪ ਨਹੀਂ ਹੈਗੀ, ਅਸੀਂ ਕਿਹਾ ਉਹ ਸਾਨੂੰ ਦਿੱਤੀ ਨਹੀਂ। ਉਹ ਸਾਡਾ ਐਕਚੁਅਲੀ ਉਹ ਦੱਸਣ
ਪੁੱਛਣ ਦਾ ਢੰਗ ਵੀ ਆ ਵੀ ਤੁਸੀਂ ਉਹਨਾਂ ਨਾਲ ਕਮਿਊਨੀਕੇਟ ਕਿੱਦਾਂ ਕਰਦੇ ਆ। ਸਰ ਸਾਡੇ ਕੋਲ ਉਹ ਚੀਜ਼ ਸਾਨੂੰ ਦਿੱਤੀ ਨਹੀਂ ਗਈ। ਜੇ ਬੰਦਾ ਕਹੇ ਵੀ ਹੋਰੇ ਤਰ੍ਹਾਂ ਦੇ ਰੂਡ ਬਿਹੇਵੀਅਰ ਇਮੀਗ੍ਰੇਸ਼ਨ ਆਫੀਸਰ ਜਿਹੜਾ ਵੀ ਹੈਗਾ ਕਿਸੇ ਵੀ ਕੰਟਰੀ ਦਾ, US ਵਾਲੇ ਤਾਂ ਚਲੋ ਜ਼ਿਆਦਾ ਸਟ੍ਰਿਕਟ ਹੋਣਾ, ਕਿਸੇ ਵੀ ਕੰਟਰੀ ਦੇ ਕਦੇ ਵੀ ਮੈਂ ਹਮੇਸ਼ਾ ਇਹ ਗੱਲ ਕਰਦਾ ਨਾ, ਚਾਹੇ ਤੁਸੀਂ ਮੈਕਸੀਕੋ ਜਾਂ ਕਿਊਬਾ ਜਾ ਕੇ ਵੀ ਗੱਲ ਕਰਦੇ ਅਸੀਂ ਪਤਾ ਨਹੀਂ ਕੌਣ ਆ, ਇਮੀਗ੍ਰੇਸ਼ਨ ਆਫੀਸਰ ਜਾਂ ਕੋਈ ਵੀ ਪੁਲਿਸ ਆਫੀਸਰ ਉਹਦੇ ਨਾਲ ਹਮੇਸ਼ਾ ਹੀ ਰਿਸਪੈਕਟ ਦੇ ਨਾਲ ਪੇਸ਼ ਆਓ। ਪਰ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਚਾਹੀਦੇ। ਜਿੱਦਾਂ ਹੁਣ ਆਪਾਂ ਨੂੰ ਪੁੱਛ ਰਹੇ ਸੀ ਵੀ ਤੁਸੀਂ ਐਡਰੈਸ ਕਿੱਥੇ ਜਾਣਾ ਹੈ, ਠੀਕ ਹੈ ਨਾ ਜੀ। ਐਡਰੈਸ ਕਈ ਵਾਰੀ ਬੰਦਾ ਤੁਰ ਪੈਂਦਾ ਵੀ ਚੱਲ ਜਾ ਕੇ ਦੇਖਦੇ ਆ ਕਿੱਥੇ ਰਹਿਣਾ ਆ, ਕੀ ਕਰਨਾ ਆ, ਉਹ ਬੰਦੇ ਨੂੰ ਪਤਾ ਹੋਣਾ ਚਾਹੀਦਾ। ਜੇ ਉਹ ਚੀਜ਼ਾਂ ਨਹੀਂ ਹੈਗੀਆਂ ਤਾਂ ਉਹ ਫਿਰ ਤੁਹਾਨੂੰ ਸ਼ੱਕ ਪੈਂਦੀ ਆ ਉਹਨਾਂ ਨੂੰ ਵੀ ਇਹ ਬੰਦੇ ਸਹੀ ਨੇ, ਕਿਉਂਕਿ ਬਸ ਇਹਨਾਂ ਚੀਜ਼ਾਂ ਦਾ ਨਾਲ ਦੀ ਨਾਲ ਤੁਸੀਂ ਬਿਲਕੁਲ ਖਿਆਲ ਰੱਖਣਾ। ਡਾਕੂਮੈਂਟਸ ਤਾਂ ਤੁਹਾਡੇ ਕੋਲ ਪੂਰੇ ਹੋਣੇ ਚਾਹੀਦੇ ਹੀ ਆ। ਔਰ ਟਰੱਕ ਆਇਆ ਆਟੋਮੈਟਿਕਲੀ ਤਾਂ ਇਹਨੇ ਆਪਣੇ ਆਪ ਹੌਲੀ ਹੋ ਗਈ। ਆਟੋ ਪਾਇਲਟ ਹੀ ਲਗਾਇਆ ਭਾਈ ਸਾਹਿਬ, ਮੈਂ ਤਾਂ ਵੈਸੇ ਹੀ ਡਰਾਈਵਰ ਸੀਟ ਤੇ ਬੈਠਾ। ਅੱਛਾ ਜੀ, ਮਤਲਬ ਤੁਹਾਡੀ ਲੋਡ ਨਹੀਂ ਗੱਡੀ ਨੂੰ? ਗੱਡੀ ਲੋਡ ਤਾਂ ਹੈਗੀ ਆ, ਲੋਡ ਤਾਂ ਬਹੁਤ ਆ। ਤਾਂ ਦੂਜੀ ਗੱਲ ਤੁਹਾਨੂੰ ਇਹ ਵੀ ਦੱਸ ਦਿੰਦੇ, ਜਿਹੜੇ ਟਰੱਕਾਂ ਵਾਲੇ ਭਾਈ ਆ ਮੋਸਟਲੀ ਇਹ ਤੁਸੀਂ ਦੇਖੋਗੇ ਤਾਂ ਮੈਜੋਰਟੀ ਆਪਾਂ ਨੂੰ ਪੰਜਾਬੀ ਹੀ ਮਿਲਣਗੇ। ਸੋ ਜਦੋਂ ਵੀ ਕਦੇ ਆਪਾਂ ਪ੍ਰਾਈਮ ਏਸ਼ੀਆ ਦੀ ਬੈਨ ਵਾਲੀ ਬ੍ਰਾਂਡਿੰਗ ਵਾਲੀ ਗੱਡੀ ਲੈ ਕੇ ਆਉਂਦੇ ਆ, ਉਸ ਵੇਲੇ ਉਹ ਕਾਫੀ ਜ਼ਿਆਦਾ ਹਾਰਨ ਜਾਂ ਹੱਥ ਜ਼ਿਆਦਾ ਮਾਰਦੇ ਵੀ ਉਹ ਲੋਕ ਬੜਾ ਪਤਾ ਲੱਗ ਜਾਂਦਾ। ਅੱਜ ਜੋਗਰਾਜ ਜੀ USA ਚ ਪਹਿਲੀ ਵਾਰ ਨਹੀਂ ਆਏ, ਪਰ ਪਹਿਲੀ ਵਾਰ ਸੂਰਜ ਚੜ੍ਹਦਾ ਵੀ ਦੇਖਣ। ਅਮਰੀਕਾ ਦਾ ਸੂਰਜ? ਨਹੀਂ ਕੋਈ ਵੀ ਸੂਰਜ ਚੜ੍ਹਦਾ ਦੇਖਣਗੇ, ਕਿਉਂਕਿ ਸੌਣ ਦੇ ਸ਼ੌਕੀਨ ਨੇ ਇਹਨਾਂ ਦੀ। ਪਰ ਨਹੀਂ, ਜਿਸ ਵੇਲੇ ਪਹਿਲਾਂ ਤੁਸੀਂ ਟਰੱਕ ਵਗੈਰਾ ਚਲਾਉਂਦੇ ਸੀ ਉਦੋਂ ਬਹੁਤ ਮਿਹਨਤ ਅਰਲੀ ਉੱਠਣਾ ਪੈਂਦਾ। ਵਧੀਆ ਕਵਰ ਕੀਤਾ, ਥੈਂਕ ਯੂ ਉਹਦੇ ਵਾਸਤੇ। ਬਿਲਕੁਲ ਖਾਲੀ ਆ, ਪੂਰਾ ਬੈਨੀਫਿਟ ਆਪਾਂ ਨੂੰ ਮਿਲ ਰਿਹਾ। ਤਾਂ ਸੋ ਇਹ 252 ਹੁਣ ਸਟੇਟ ਰਹਿ ਗਈ ਹੋ ਨਾ, 252 ਮਾਈਲ ਰਹਿ ਗਈ ਇਹ ਵਾਸ਼ਿੰਗਟਨ ਸਟੇਟ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਣਾ ਵੈਨਕੂਵਰ ਆਉਣਾ ਸ਼ਹਿਰ। ਵੈਨਕੂਵਰ ਜਿਹੜਾ ਨਾ ਵਾਸ਼ਿੰਗਟਨ ਚ ਵੀ ਇੱਕ ਵੈਨਕੂਵਰ ਆ। ਹੁਣ ਇੱਕ ਵਾਰੀ ਫੋਨ ਆਇਆ, ਕਹਿੰਦੇ ਜੀ, ਮੈਂ ਕਿਹਾ ਕਿੱਥੋਂ ਬੋਲਦੇ, ਸਟੂਡੀਓ 'ਚ ਫੋਨ ਸੀਗਾ ਚੈਨਲ ਤੇ। ਅੱਛਾ ਜੀ। ਕਹਿੰਦੇ ਵੈਨਕੂਵਰ ਤੋਂ ਬੋਲਦੇ। ਮੈਂ ਕਿਹਾ ਅੱਛਾ ਫਿਰ ਤਾਂ ਤੁਸੀਂ ਲੋਕਲ ਹੀ ਹੋ ਜੀ? ਹਾਂਜੀ। ਨਹੀਂ ਕਹਿੰਦੇ ਅਸੀਂ ਲੋਕਲ ਨਹੀਂ, ਅਸੀਂ ਜਿਹੜਾ ਅਮਰੀਕਾ ਵਾਲਾ ਵੈਨਕੂਵਰ ਉੱਥੋਂ ਬੋਲਦੇ ਆ। ਅੱਛਾ। ਸੋ ਇਦਾਂ ਹੀ ਜਿਵੇਂ ਇੱਕ ਲੰਡਨ ਓਨਟਾਰੀਓ ਦੇ ਵਿੱਚ ਹੈਗਾ ਆ ਕੈਨੇਡਾ ਦੇ, ਸੋ ਇੱਕ ਵੈਨਕੂਵਰ ਜਿਹੜਾ ਆ ਉਹ ਵਾਸ਼ਿੰਗਟਨ ਦੇ ਵਿੱਚ ਵੀ ਹੈਗਾ। ਬਿਲਕੁਲ ਸਹੀ। ਸੋ ਸਿਆਟਲ, ਅਮਰੀਕਾ ਦਾ ਖੂਬਸੂਰਤ ਸ਼ਹਿਰ ਸਿਆਟਲ ਪਹੁੰਚ ਚੁੱਕੇ ਆ। ਉਹ ਉੱਧਰ ਰਹਿ ਗਿਆ ਡਾਊਨਟਾਊਨ ਸਿਆਟਲ ਦਾ। ਤੇ ਇੱਕ ਜੋਗਰਾਜ ਭੁੱਲ ਕਮਾਲ ਹੀ ਆ ਜਿਹੜਾ ਬ੍ਰਿਜ ਹੋਇਆ ਡਬਲ ਆ। ਅੱਛਾ। ਉੱਪਰ ਵੀ ਆ ਥੱਲੇ ਵੀ ਆ। ਅੱਛਾ, ਉੱਪਰ ਵੀ ਟ੍ਰੈਫਿਕ ਜਾ ਰਹੀ ਹੈ। ਆਲਮੋਸਟ ਡਬਲ ਲਾਈਨ ਆ ਜਿਹੜਾ ਉੱਪਰ ਹਾਈਵੇ ਥੱਲੇ ਵਾਲਾ 2 ਸਟੋਰੀ ਬ੍ਰਿਜ ਆ। ਓਕੇ। ਜੇ ਤੁਸੀਂ ਦੇਖੋਗੇ ਨਾ ਵੀ ਜਿਹਦਾ ਬ੍ਰਿਜ ਹੋਰ ਬਣਾਉਣ ਸੋ ਮਤਲਬ ਇਸ ਤੋਂ ਉੱਪਰ ਵੀ ਸੜਕ ਚੱਲ ਰਹੀ ਹੈ ਤੇ ਥੱਲੇ ਵੀ ਚੱਲ ਰਿਹਾ। ਮੇਨ ਹਾਈਵੇ ਉੱਪਰ ਹੀ ਸੀਗਾ। ਮੇਨ ਹਾਈਵੇ ਉੱਪਰ ਹੈ ਤੇ ਆਪਾਂ ਜਿਹੜਾ ਬ੍ਰਿਜ ਜਿਸ ਲਾਈਨ ਚ ਆਪਾਂ ਐਕਸਪ੍ਰੈਸ ਲੇਨ ਆਏ 4-5 ਲੇਨ ਹੈ, ਜਿੱਧਰ ਟ੍ਰੈਫਿਕ ਹੁੰਦਾ ਉਧਰ ਨੂੰ ਖੋਲ ਦਿੰਦੇ ਆ। ਓਕੇ। ਜੇ ਤੁਸੀਂ ਰਾਈਟ ਸਾਈਡ ਤੇ ਦੇਖੋਗੇ ਤਾਂ ਇਹ ਸਿਆਟਲ ਦਾ ਡਾਊਨਟਾਊਨ ਦੇ ਵਿੱਚ ਹੀ ਜਾਣਾ ਆਪਾਂ, ਅੰਡਰਗਰਾਉਂਡ ਦੇ ਵਿੱਚ। ਐਂਡ ਪਲੱਸ ਇੱਥੇ ਸਪੇਸ ਨੀਡਲ, ਜਿਹੜੀ ਸਿਆਟਲ ਦੀ ਸਪੇਸ ਨੀਡਲ ਆ, ਉਹ ਤੁਹਾਨੂੰ ਦਿਸੂਗੀ। ਓਕੇ। ਸਿਆਟਲ ਆਪਣੇ ਬਾਰਡਰ ਤੋਂ ਤੁਸੀਂ ਇਹ ਦੇਖ ਲਓ, ਆਪਾਂ ਨੂੰ 1.5 ਘੰਟਾ ਹੀ ਲੱਗਾ ਹਾਂਜੀ ਪਹੁੰਚਣ ਲਈ, ਕਿਉਂਕਿ ਰੁਕੇ ਨਹੀਂ। ਮੈਂ ਤੁਹਾਡੀ ਚਾਹ ਦੀ ਖਾਹਿਸ਼ ਜਿਹੜੀ ਠੁਕਰਾਤੀ ਸੀਗੀ ਤਾਂ ਕਿ ਟ੍ਰੈਫਿਕ ਤੋਂ ਪਹਿਲਾਂ ਨਿਕਲ ਜਾਈਏ। ਹਾਂਜੀ। ਲਓ ਜੀ, ਕੀ ਚੀਜ਼ ਹੈ ਜੀ? ਸਪੇਸ ਨੀਡਲ, ਜਿੱਦਾਂ ਆਪਣੇ ਓਸੀਅਨ ਟਾਵਰ ਜਿਹਾ। ਓਕੇ ਪਰ ਇਹ ਸਪੇਸ ਨੀਡਲ ਆ। ਉੱਤੇ ਖਾਣ ਪੀਣ ਦਾ ਵੀ ਹੈ ਨਾ, ਲੇਕ ਤੁਹਾਨੂੰ ਦਿਸਦੀ ਆ, ਜਿਹੜਾ ਪਾਣੀ ਆ ਇਹ ਮੈਨ ਮੇਡ ਆ। ਇਹ ਅੱਛਾ, ਇਹ ਕੁਦਰਤੀ ਨਹੀਂ ਆ, ਮਨੁੱਖੀ ਆ? ਨਹੀਂ ਹੈਗਾ, ਮੈਨ ਮੇਡ ਆ। ਇਥੇ ਬੈਲਟ ਲੌਕਸ ਆ, ਜਿਹੜੇ ਲੌਕ ਲਾ ਕੇ ਪਾਣੀ ਰੋਕਿਆ ਜਾਂਦਾ ਹੈ। ਓਕੇ, ਰਾਈਟ। ਸੋ ਇਹ ਤਾਂ ਕਿ ਫਿਰ ਇਹਦੀ ਜਿਹੜੇ ਮਤਲਬ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ, ਸ਼ਹਿਰ ਨੂੰ ਬਿਲਕੁਲ ਖੂਬਸੂਰਤ ਬਣਾਉਣ ਵਾਸਤੇ। ਔਰ ਦੂਜੀ ਗੱਲ ਇਹ ਆ ਵੀ ਤੁਸੀਂ ਇਹ ਦੇਖੋ ਸਾਰੀਆਂ ਬੋਟਸ ਹੈਗੀਆਂ ਨਾ। ਹਾਂਜੀ। ਆਹ ਤਾਂ ਲੇਕ ਆ ਨਾ, ਇਹ ਪੈਸੀਫਿਕ ਓਸ਼ੀਅਨ ਚ ਪਾਉਣ ਦੇ ਲਈ ਉਹ ਬੈਲਟ ਲੌਕ ਲੱਗੇ ਹੋਆ, ਜਿਹੜੇ ਉੱਥੇ ਸਾਰੀ ਖੜ ਜਾਂਦੇ ਆ, ਪਾਣੀ ਦੇ ਲੈਵਲ ਨੂੰ ਥੱਲੇ ਲੈ ਕੇ ਜਾਂਦੇ ਆ। ਉਹ ਵੀ ਆਪਾਂ ਕਿਸੇ ਵਾਰ ਆਪਾਂ ਐਪੀਸੋਡ ਬਣਾਵਾਂਗੇ। ਓਕੇ। ਬੈਲਟ ਲੌਕ
ਬਿਲਕੁਲ ਸੋ ਹੁਣ ਤੁਹਾਨੂੰ ਦੱਸ ਦਈਏ ਇਹ ਆ ਗਿਆ ਜੀ ਸਿਆਟਲ ਡਾਊਨਟਾਊਨ। ਹੁਣ ਆਪਾਂ ਜਾਂਦੇ ਆ ਲੈਫਟ ਲੇਨ ਦੇ ਵਿੱਚ ਜਿਹੜੀ HOV ਲੇਨ ਆ, ਕਾਰਪੂਲ ਲੇਨ ਆ, ਓਕੇ, ਉਹ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ। ਸੋ ਅਸੀਂ ਮੈਨੂੰ ਲੱਗਦਾ ਕਿ ਜਿਹੜਾ ਕਮਾਲ ਦਾ ਐਕਸਪੀਰੀਅੰਸ ਸੀਗਾ ਇੱਕ, ਕਿ ਜਦੋਂ ਸਿਆਟਲ ਦੇ ਵਿੱਚ ਟ੍ਰੈਫਿਕ ਪੈਣਾ ਸ਼ੁਰੂ ਹੋਇਆ ਤੇ ਕਿਉਂਕਿ ਅਸੀਂ ਗੱਡੀ ਦੇ ਵਿੱਚ 3 ਜਣੇ ਆ, ਸੋ ਅਸੀਂ HOV ਲੇਨ ਜਿਹੜੀ ਆ ਉਹਦੇ ਵਿੱਚ ਜਾ ਸਕਦੇ ਸੀਗੇ ਤੇ ਅਸੀਂ ਘੱਟੋ ਘੱਟ ਨਹੀਂ ਤੇ ਭਾਜੀ 10 ਤੋਂ 15 ਮਿੰਟ ਸਾਡੇ ਇਸ ਚੀਜ਼ ਨੇ ਬਚਾਏ ਆ, ਨਹੀਂ ਤੇ ਅਸੀਂ ਪਿੱਛੇ ਕਿਤੇ ਟ੍ਰੈਫਿਕ 'ਚ ਫਸੇ ਹੋਣਾ ਸੀਗਾ। ਹੁਣ ਵੀ ਅਸੀਂ ਜਿਹੜਾ ਆ ਫਿਰ ਜਿਹੜਾ HOV ਲੇਨ ਦੇ ਵਿੱਚ ਚਲੇ ਜਾਣਾ, ਉਹ ਜਿੱਦਾਂ ਸਾਈਨ ਲੱਗੇ ਹੁੰਦੇ ਆ। ਹਾਂਜੀ ਹਾਂਜੀ, ਆਹੀ ਜਿਹੜੀ ਆਪਣੀ HOV ਲੇਨ। ਅੱਛਾ ਇਹੀ ਲੇਨ ਨੇ ਬਣ ਜਾਣਾ। ਹੁਣ ਫਿਰ ਉੱਪਰ ਦੇਖੋ ਡਬਲ ਜਿਹੜੇ ਵੀ ਬ੍ਰਿਜ ਆ, ਡਬਲ ਆ ਦੇਖੋ ਕਿੰਨਾ, ਜਿਹੜੀ ਚੀਜ਼ ਇੱਥੇ ਦੇਖਣ ਵਾਲੀ ਆ, ਦਿਖਾਉਣ ਵਾਲੀ ਆ ਨਾ ਸਿਆਟਲ ਦੇ ਵਿੱਚ, ਉਹ ਇਹੀ ਆ ਪਈ। ਤੁਸੀਂ ਨਾ ਜਿਸ ਵੇਲੇ ਦੇਖਦੇ ਆ ਹੁਣ ਡਾਊਨਟਾਊਨ ਦੇ ਵਿੱਚ ਹੀ ਆਪਾਂ ਨਿਕਲ ਜਾਣਾ ਹੈ। ਸੋ ਹਾਈਵੇ ਜਿਹੜਾ ਬਿਲਕੁਲ ਡਾਊਨਟਾਊਨ ਦੇ ਵਿੱਚ ਅੰਡਰਗਰਾਉਂਡ ਉੱਪਰ ਬਿਲਡਿੰਗਸ ਨੇ ਤੇ ਡਬਲ ਹਾਈਵੇ ਨਾਲੇ, ਡਬਲ ਹਾਈਵੇ ਉੱਪਰ ਵੀ ਥੱਲੇ ਵੀ। ਹਾਂਜੀ, ਹੁਣ ਆਹ ਦੇਖੋ ਜੀ HOV ਲੇਨ, ਕਾਰਪੂਲ ਲੇਨ ਓਨਲੀ 5 ਸੀਟ ਆ ਲਓ ਜੀ ਆਪਾਂ HOV ਲੇਨ ਦੇ ਵਿੱਚ ਆਪਾਂ ਆ ਗਏ। ਸੋ ਆਹ ਦੇਖੋ ਸੱਜੇ ਬੰਨੇ ਲਾਈਨਾਂ ਲੱਗੀਆਂ ਨੇ ਗੱਡੀਆਂ ਦੀਆਂ, ਪਰ ਕਿਉਂਕਿ ਅਸੀਂ HOV ਲੇਨ ਵਾਸਤੇ ਕੁਆਲੀਫਾਈ ਕਰਦੇ ਆ, ਅਸੀਂ ਗੱਡੀ 'ਚ 2+ ਜਾਣੇ ਆ, ਸੋ ਆਪਾਂ ਜਿਹੜਾ ਇਸ ਲੇਨ ਦੇ ਵਿੱਚ ਆ ਸਕਦੇ ਆ। ਤੇ ਆਪਾਂ ਐਨ ਦੇਖ ਲਓ ਵੀ ਸੱਜੀ ਲਾਈਨ ਬਿਜ਼ੀ ਆ ਤੇ ਅਸੀਂ ਚੀਰਦੇ ਤੁਰੇ ਜਾਂਦੇ ਆ ਸਾਰੀ ਟ੍ਰੈਫਿਕ ਨੂੰ, ਤੇ ਪਹਿਲੇ ਨੰਬਰ ਤੇ ਆ ਜਾਣਾ ਮੈਨੂੰ ਲੱਗਦਾ ਸੀ। ਪਰ ਤੁਸੀਂ ਇੱਕ ਗੱਲ ਦੇਖੋ ਵੀ ਕੋਈ ਵੀ ਬੰਦਾ ਇਦਾਂ ਨਹੀਂ, ਮਤਲਬ ਇੰਡੀਆ ਹੋਵੇ ਤਾਂ ਇੱਧਰ ਪਾ ਲੈਣਾ। ਹਾਂ, ਸੋ ਇਹ ਇਸ ਤਰ੍ਹਾਂ ਨਹੀਂ ਹੈਗਾ, ਮਤਲਬ ਡੰਡਾ ਕਾਇਮ ਆ ਪੂਰਾ ਜੀ ਪੂਰਾ USA ਦੇ ਵਿੱਚ ਤਾਂ ਲਾ ਐਂਡ ਆਰਡਰ ਸਖਤੀ ਬਹੁਤ ਜ਼ਿਆਦਾ ਹੈ ਜੀ। ਵੈਰੀ ਗੁੱਡ। ਲਿਖਿਆ ਜੀ ਟ੍ਰਾਂਜ਼ਿਟ ਐਂਡ ਕਾਰ ਰੂਲਸ। ਕੀ ਬਾਤ। ਸੋ ਇਹਦਾ ਮੇਨ ਮਕਸਦ ਇਹ ਵੀ ਆ ਵੀ ਜੇ ਮੰਨ ਲਓ ਸਵੇਰ ਦੇ ਟਾਈਮ ਤੁਸੀਂ ਜਾਂ ਕਿਸੇ ਵੀ ਟਾਈਮ ਇੱਕੋ ਡਾਇਰੈਕਸ਼ਨ ਨੂੰ 2 ਬੰਦਿਆਂ ਨੇ 3 ਬੰਦਿਆਂ ਨੇ ਜਾਣਾ ਆ, ਸੇਮ ਹੀ ਕੰਮ ਤੇ ਜਾਣਾ, ਮੰਨ ਲਓ ਕਈ ਵਾਰੀ ਇੱਕੋ ਕੰਮ ਤੇ ਜਾਣਾ ਹੁੰਦਾ, ਇੱਕੋ ਏਰੀਆ ਦੇ ਵਿੱਚੋਂ ਜਾਣਾ ਹੁੰਦਾ ਆ, ਤੇ ਉਹ ਵੱਖੋ-ਵੱਖ ਗੱਡੀਆਂ ਲੈ ਕੇ ਜਾਂਦੇ ਆ। ਸੋ ਇਹ ਲੇਨਸ ਬਣਾਈਆਂ ਨੇ ਤਾਂ ਕਿ ਉਹਨਾਂ ਡਰਾਈਵਰਸ ਨੂੰ ਇਨਕਰੇਜ ਕੀਤਾ ਜਾਏ ਕਿ ਉਹ ਆਪਣੀਆਂ ਗੱਡੀਆਂ ਇੱਕ ਥਾਂ ਤੇ ਲਾ ਕੇ, ਇੱਕ ਤੇ ਟ੍ਰੈਫਿਕ ਦੀ ਸਮੱਸਿਆ ਬਚੇ, ਉਹਨਾਂ ਦਾ ਤੇਲ ਵੀ ਬਚੇ, ਰੋਡ ਦੇ ਉੱਤੇ ਪੋਲਿਊਸ਼ਨ ਵੀ ਬਚੇ। ਸੋ ਉਹਦੇ ਕਰਕੇ ਹੀ ਇਹ ਜਿਹੜੀਆਂ HOV ਲੇਨਸ ਜਿਹੜੀਆਂ ਸੀਗੀਆਂ ਉਹ ਕਾਰਪੂਲ ਨੂੰ ਹੋਰ ਵਧਾਵਾ ਦੇਣ ਵਾਸਤੇ ਇਹ ਜਿਹੜੀਆਂ ਬਣਾਈਆਂ ਗਈਆਂ ਸਨ। HOV ਦੀ ਫੁੱਲ ਫਾਰਮ ਹੈ ਹਾਈ ਆਕੂਪੈਂਸੀ ਵਹੀਕਲ। ਓਵਰਪਾਸ ਕੋਈ ਇਹਨੂੰ ਜਾ ਰਿਹਾ, ਕੋਈ ਉਧਰ ਨੂੰ ਜਾ ਰਿਹਾ, ਕੋਈ ਉੱਪਰ ਦੀ, ਕੋਈ ਥੱਲੇ ਦੀ। ਸੋ ਇਹ ਜਾਲ ਹੀ ਵਿਛਿਆ ਪਿਆ ਹੈ, ਜਾਲ ਹੀ ਵਿਛਿਆ ਪਿਆ ਜੀ। ਤੇ ਨਵੇਂ ਬੰਦੇ ਲਈ GPS ਲਾਉਣਾ ਲਾਜ਼ਮੀ ਆ ਜੀ। ਮਤਲਬ ਜੇ ਤੁਸੀਂ ਮੇਰੇ ਖਿਆਲ ਭਾਜੀ ਹੁਣ ਤੁਸੀਂ ਤੇ ਕਿੰਨੀ ਵਾਰੀ ਸਿਆਟਲ ਆਏ ਹੋ, ਲੰਘੇ ਹੋ ਹਨਾ, ਮਤਲਬ ਕਈ ਸਾਲਾਂ ਤੋਂ, ਪਰ ਸਟਿਲ GPS ਦੀ ਹੈਲਪ ਜਿਹੜੀ ਆ ਟ੍ਰੈਫਿਕ ਨੂੰ ਦੇਖਣ ਵਾਸਤੇ, ਸੜਕਾਂ ਨੂੰ ਦੇਖ ਲਈ, ਕਿਉਂਕਿ ਸੜਕਾਂ ਹੀ ਬਹੁਤ ਜ਼ਿਆਦਾ ਹੋ ਗਈਆਂ ਨੇ। ਹਾਂਜੀ ਹਾਂਜੀ। ਤੇ ਇਹ ਨਾਲ ਸਿਆਟਲ ਦੀ ਖੂਬਸੂਰਤੀ ਮੇਰੇ ਖਿਆਲ ਆਪਾਂ ਜੋ ਦੇਖ ਰਹੇ ਆ ਉਹ ਅਸੀਂ ਸ਼ਾਇਦ ਲਫ਼ਜ਼ਾਂ 'ਚ ਵੀ ਨਾ ਬਿਆਨ ਕਰ ਸਕਦੇ ਹੋਈਏ। ਸੜਕਾਂ ਐਂਡ ਆਲ ਦੈਟ। ਇਹ ਪੋਰਟ ਹੈ ਜੀ, ਸਿਆਟਲ ਦਾ ਪੋਰਟ। ਅੱਛਾ, ਉਹ ਸਾਹਮਣੇ ਸਿਆਟਲ ਪੋਰਟ ਆ ਗਿਆ ਜੀ। ਹਾਂਜੀ ਹਾਂਜੀ। ਔਰ ਦੂਜਾ ਪੋਰਟ ਦੱਸਦੇ ਹੀ ਜਿੱਥੇ ਸ਼ਿਪ ਐਂਡ ਬੰਦਰਗਾਹਾਂ ਹੁੰਦੀਆਂ। ਹਾਂਜੀ ਹਾਂਜੀ, ਪੋਰਟ ਉਹੀ ਜਿੱਥੇ ਆ ਕੇ ਵੱਡੇ ਸ਼ਿਪਸ, ਕਮਰਸ਼ੀਅਲ ਸ਼ਿਪਸ ਆ ਕੇ ਖੜਦੇ ਆ, ਫਿਰ ਕੰਟੇਨਰ ਲੱਥਦੇ ਨੇ, ਟਰੱਕਾਂ ਵਾਲੇ ਲੋਡ ਕਰਕੇ ਤੇ ਥਾਂ ਥਾਂ ਅਗਲੇ ਬੰਨੇ ਲੈ ਕੇ ਜਾਂਦੇ ਨੇ। ਜੀ ਉਹ ਟਕੋਮਾ ਹੋਰ ਵੀ ਵੱਡਾ ਹੈਗਾ। ਅੱਛਾ, ਤੇ ਸਿਆਟਲ ਟਕੋਮਾ ਮਤਲਬ ਇਕੱਠਾ ਹੀ ਹੈ ਨਾ ਜਿੱਦਾਂ ਆਪਾਂ। ਬਿਲਕੁਲ ਠੀਕ ਹੈ। ਸੋ ਇਹ ਹੋ ਗਿਆ ਗਾਹਾਂ ਬੋਇੰਗ ਆਉਣ ਲੱਗੀ ਹੈ ਜੀ, ਰਾਈਟ ਸਾਈਡ ਤੇ ਜਿਹੜੀ ਬੋਇੰਗ ਦੀ ਫੈਕਟਰੀ ਜਿਹੜੀ ਬੋਇੰਗ ਤੁਸੀਂ ਜਿਨ੍ਹਾਂ ਨੂੰ ਪਤਾ ਆ ਨਾਮ ਤੋਂ ਉਹਨਾਂ ਨੂੰ ਤੇ ਸਪਸ਼ਟ ਹੋ ਜਾਂਦਾ, ਪਰ ਬੋਇੰਗ ਜਹਾਜ਼ ਬਣਾਉਣ ਵਾਲੀ ਕੰਪਨੀ ਆ। ਬੋਇੰਗ ਦੇ 에ਅਰਕ੍ਰਾਫਟ ਅਸੀਂ ਅਕਸਰ ਸੁਣਦੇ ਆ, ਵੱਖੋ-ਵੱਖ 에ਅਰਲਾਈਨਸ ਵੱਲੋਂ ਉਹ ਜਿਹੜੀਆਂ ਨੇ ਇਸ ਕੰਪਨੀ ਦੇ ਜਹਾਜ਼ ਯੂਜ਼ ਕੀਤੇ ਜਾਂਦੇ ਨੇ। ਸੋ ਉਹਨਾਂ ਦੀ ਬਹੁਤ ਵੱਡੀ, ਦੀਪਿੰਦਰ ਭਾਜੀ ਪਹਿਲਾਂ ਦੱਸਦੇ ਸੀਗੇ ਵੀ ਕਈ ਕਿਲੋਮੀਟਰ ਲੰਬੀ ਜਿਹੜੀ ਇਹ ਫੈਕਟਰੀ ਆ ਜਿੱਥੇ ਬਣਦੇ ਨੇ ਭਾਜੀ ਇੱਥੇ ਜਹਾਜ਼। ਸੋ ਜਹਾਜ਼ ਇੱਥੇ ਬਣਦੇ ਨੇ ਬੋਇੰਗ ਦੇ ਜਹਾਜ਼। ਸੋ ਅਸੀਂ ਵੱਡੇ ਬੋਇੰਗ ਦੇ ਜਹਾਜ਼ ਦੇਖਦੇ ਆ ਇੰਟਰਨੈਸ਼ਨਲ, ਤਕਰੀਬਨ ਜਿੰਨਿਆਂ ਜਹਾਜ਼ਾਂ ਦੇ ਵਿੱਚ ਟਰੈਵਲ ਕਰੀਦਾ ਆ ਉਹ ਬੋਇੰਗ ਦੇ ਜਹਾਜ਼ ਕਾਫੀ ਹੱਦ ਤੱਕ ਹੁੰਦੇ ਆ। ਤੇ ਉਹਨਾਂ ਦੀ ਫੈਕਟਰੀ ਜਿਹੜੀ ਜੋ ਸਿਆਟਲ ਦੇ ਵਿੱਚ, ਉਹਨੂੰ ਅਸੀਂ ਹੁਣ ਪਾਸ ਕਰਨਾ ਆ। ਨਾਲੇ ਤੇ ਮੈਂ ਪਹਿਲੀ ਵਾਰੀ ਦੇਖੂੰਗਾ ਤੇ ਨਾਲੇ ਅਸੀਂ ਤੁਹਾਨੂੰ ਵੀ ਦਿਖਾਵਾਂਗੇ। ਜੋਗਰਾ ਜੀ ਇਹ ਹੈਗੀ ਆ ਬੋਇੰਗ। ਅੱਛਾ, ਇਹ ਆ ਜੀ ਜਿੱਥੇ ਜਹਾਜ਼ ਲੱਗੇ ਨੇ ਸਾਈਡ ਤੇ। ਹਾਂਜੀ ਲਓ ਜੀ, ਇਹ ਆ ਬੋਇੰਗ ਦੀ ਫੈਕਟਰੀ, ਜਿੱਥੇ ਮੇਰੇ ਖਿਆਲ ਥੋੜੇ ਜਿਹੇ ਦਰਖਤ ਤੋਂ ਅੱਗੇ ਚੱਲਦੇ ਆ ਤੇ ਬੈਟਰ ਵੀ ਹੋਊਗਾ। ਹਾਂਜੀ ਹਾਂਜੀ, ਅੱਛਾ, ਬਿਲਕੁਲ ਬੈਟਰ ਵੀ ਆ ਜਾਏਗਾ। ਸੱਜੇ ਹੱਥ ਮਤਲਬ ਬੋਇੰਗ ਸ਼ੁਰੂ ਹੋ ਗਈ ਹੈ, ਬੋਇੰਗ ਦੀ ਫੈਕਟਰੀ। ਮਤਲਬ ਸੜਕਾਂ ਦਾ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੋਂ ਕੀ ਨਿਕਲ ਆਉਂਦਾ। ਸੋ ਆਪਾਂ ਲੱਕੀ ਰਹਿ ਗਏ ਆ ਜੀ। ਅਸੀਂ ਸਮੇਂ ਨਾਲ ਚੱਲਣ ਦਾ ਫਾਇਦਾ ਦੇਖੋ, ਇੱਧਰਲੇ ਬੰਨੇ
ਖੱਬੇ ਬੰਨੇ ਕਿਸ ਤਰੀਕੇ ਨਾਲ ਲੰਬੀ ਲਾਈਨਅਪ ਲੱਗੀ ਪਈ ਆ, ਤੇ ਪਿੱਛੋਂ ਅਸੀਂ ਜਿਹੜਾ ਡਾਊਨਟਾਊਨ ਵਾਲਾ ਏਰੀਆ ਨਿਕਲ ਕੇ ਆਏ ਲਾਈਨਅਪ ਉਧਰ ਵੀ ਬਹੁਤ ਲੱਗ ਗਿਆ। ਸੋ ਆਹ ਦੇਖੋ ਜੀ, ਇਹ ਆ ਬੋਇੰਗ ਕੰਪਨੀ ਦੀ ਜਹਾਜ਼ ਬਣਾਉਣ ਦੀ ਫੈਕਟਰੀ, ਜੇ ਸਿੱਧੇ ਲਫ਼ਜ਼ਾਂ 'ਚ ਤੁਸੀਂ ਜਾਣਨਾ ਸੁਣਨਾ ਹੋਵੇ। ਤੇ ਬੋਇੰਗ ਇੰਟਰਨੈਸ਼ਨਲ ਕੰਪਨੀ ਆ ਜਿਹੜੀ ਅੱਗੇ ਕਈ ਏਅਰਲਾਈਨਸ ਨੂੰ ਜਹਾਜ਼ ਬਣਾ ਕੇ ਦਿੰਦੇ ਨੇ, ਤੇ ਉਹਨਾਂ ਦੀ ਇਹ ਸਿਆਟਲ ਸਥਿਤ ਜਿਹੜੀ ਫੈਕਟਰੀ ਆ ਉਹਦੇ ਬਿਲਕੁਲ ਐ ਹਾਈਵੇ ਦੇ ਉੱਤੋਂ ਦੀ ਲੰਘਦੇ ਪਏ ਆ। ਬਹੁਤ ਸੋਹਣਾ ਵਿਊ ਹੈ, ਤੇ ਵਿੱਚੋਂ ਜੋ ਟੁੱਟਮਾ ਜਿਹਾ ਦਰਖਤ ਵਿੱਚ ਆ ਜਾਂਦੇ ਕਿਤੇ ਨੇ, ਪਰ ਕੀ ਆਂਦੇ ਨੇ ਵੀ ਭਲਿਆ ਵੇਲਿਆਂ ਦੀ ਜ਼ਮੀਨ ਖਰੀਦੀ ਲੱਗਦਾ ਨਾ ਜਿਹੜੀ ਇੰਨਾ ਲੰਬਾ ਚੌੜਾ ਹਾਈਵੇ ਦੇ ਨਾਲ ਖਰੀਦ ਕੇ। ਬਿਲਕੁਲ ਸਹੀ ਆ। ਤੁਹਾਨੂੰ ਮੇਰੇ ਖਿਆਲ ਦਰਖਤ ਕੱਟਣਗੇ ਤਾਂ ਤੁਹਾਨੂੰ ਮਰ ਜਾ ਵਿਊ ਦਿਸੂਗਾ। ਜਿਹੜਾ ਕਦੋਂ ਦੀ ਸ਼ੁਰੂ ਹੋਈ ਆ, ਹਾਂਜੀ, ਤਾਂ ਚੱਲੀ ਜਾਂਦੀ ਹੈ ਜੀ, ਬਹੁਤ ਹੀ ਜ਼ਿਆਦਾ ਵੱਡੀ ਆ, ਕਿਉਂਕਿ ਇਹਨਾਂ ਦਾ ਆਪਣੇ 에ਅਰਪੋਰਟ ਵਿੱਚ ਜਹਾਜ਼ ਲਾਉਣ ਲਈ ਵੱਡੇ ਤੋਂ ਵੱਡੇ ਜਹਾਜ਼ ਇੱਥੇ ਬਹੁਤ ਬੰਦੇ ਜਿਹੜੇ ਆਪਣੇ ਬੰਦੇ ਆ ਨਾ ਬਹੁਤ ਜ਼ਿਆਦਾ ਕੰਮ ਕਰਦੇ ਆ। ਅੱਛਾ ਜੀ, ਇੰਡੀਅਨ ਬੰਦੇ ਜਿਹੜੇ ਆ ਨਾ, ਅੱਛਾ, ਬੋਇੰਗ ਇੱਥੇ। ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਆ। ਆ ਲਓ ਜੀ। ਅੱਛਾ, ਇਹ ਬੋਇੰਗ ਨੂੰ ਜਾਣ ਵਾਲਾ ਐਕਸੀਡੈਂਟ। ਹਾਂਜੀ ਕਿਆ ਐਗਜ਼ੈਕਟਲੀ। ਬਾਤ ਹੈ ਜੀ। ਮਤਲਬ ਕਈ ਕਿਲੋਮੀਟਰ ਹੋ ਗਏ ਸਾਨੂੰ ਚੱਲਦਿਆਂ, ਤੇ ਇਹ ਨਾਲ ਚੱਲਦੀ ਪਈ ਆ ਜੀ ਦੇਖੋ। ਸੋ ਹੁਣ ਮੈਂ ਮਤਲਬ ਇਦਾਂ ਤੇ ਹੈ ਨਹੀਂ ਵੀ ਜਹਾਜ਼ ਬਣਾ ਕੇ ਤੇ ਫਿਰ ਬਾਅਦ ਵਿੱਚ ਟਰੱਕ 'ਚ ਲੱਦ ਕੇ ਭੇਜ ਦਿੰਦੇ ਹੋਣਗੇ। ਸੋ ਜਹਾਜ਼ ਬਣਾਉਣ ਦਾ, ਫਿਰ ਟੈਸਟ ਕਰਨ ਦਾ, ਉਹਨੂੰ ਚਲਾਉਣ ਦਾ, ਫਿਰ ਭੇਜਣ ਦਾ ਪ੍ਰੋਪਰ ਰਨਵੇ ਵੀ ਨਾਲ ਵਿੱਚ ਬਣੇ ਨੇ। ਤੇ ਆਹ ਵੇਖੋ ਤੁਸੀਂ, ਰੇਲਸ ਵੀ ਸਿੱਧੀਆਂ ਹੁੰਦੀਆਂ ਹੋਣਗੀਆਂ ਕਿਉਂਕਿ ਕਿੰਨਾ ਰॉ ਮਟੀਰੀਅਲ, ਸਪੇਅਰ ਪਾਰਟਸ, ਕਈ ਕੁਛ ਜਿਹੜਾ ਆ ਇੱਥੇ ਆਉਂਦਾ ਹੋਏਗਾ, ਫਿਰ ਇੱਥੋਂ ਅੱਗੇ ਜਾਂਦਾ ਹੋਏਗਾ। ਸੋ ਰੇਲ ਦਾ ਨੈਟਵਰਕ ਵੀ ਨਾਲ ਸਿੱਧਾ ਜਿਹੜਾ ਇਸ ਚੀਜ਼ ਨੂੰ ਜੁੜਦਾ ਆ। ਤੇ ਫਿਰ ਟਰੱਕਿੰਗ ਨਾਲ ਰਿਲੇਟਡ ਕਿੰਨੇ ਕੰਮਕਾਰ ਇੱਥੋਂ ਨਿਕਲਦੇ ਹੋਣਗੇ। ਸੋ ਜਦੋਂ ਵੀ ਅਜਿਹੀ ਕੋਈ ਵੱਡੀ ਫੈਕਟਰੀ ਜਦੋਂ ਕਿਸੇ ਸ਼ਹਿਰ ਦੇ ਵਿੱਚ ਹੁੰਦੀ ਆ, ਉਹਦਾ ਕਿੰਨਾ ਅਸਰ ਪੈਂਦਾ ਨਾ ਲੋਕਲ ਸਾਰੀ ਮਾਰਕੀਟ ਨੂੰ। ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਵੀ ਕਿੰਨੇ ਆਪਣੇ ਪੰਜਾਬੀ ਵੀ ਨੇ ਜਿਹੜੇ ਇਹਦੇ ਅੰਦਰ ਕੰਮ ਕਰਦੇ ਆ, ਜੌਬਸ ਕਿਸ ਤਰੀਕੇ ਨਾਲ ਕਿਸ ਲੈਵਲ ਦੀਆਂ ਕ੍ਰੀਏਟ ਹੁੰਦੀਆਂ ਨੇ। ਤੇ ਤੁਸੀਂ ਗੱਲ ਕਰਦੇ ਸੀ ਵੀ ਅਮਰੀਕਾ ਦੇ ਵਿੱਚ ਆਪਣੇ ਬੰਦੇ ਕਿੰਨਾ, ਜਿੱਦਾਂ ਪਹਿਲਾਂ ਵੀ ਭਾਜੀ ਦੱਸਦੇ ਸੀ ਵੀ ਇੰਜੀਨੀਅਰਿੰਗ ਲਾਈਨ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ CEOs ਦੇ ਅਸੀਂ ਭਾਜੀ ਦੇਖਦੇ ਹਾਂ, ਤੇ ਉਹ ਵੀ ਇੰਡੀਅਨਸ ਨੇ। ਜਿਵੇਂ ਗੂਗਲ ਇਜ਼ ਵਨ ਆਫ ਇਟ, ਆਈ ਥਿੰਕ ਮਾਸਟਰਕਾਰਡ, ਮਾਈਕਰੋਸਾਫਟ, ਤੇ ਮਤਲਬ ਕਮਾਲ ਆ ਵੀ ਜਿੱਥੇ ਇੰਡੀਅਨਸ ਨੇ ਕਿਸ ਲੈਵਲ ਤੱਕ CEO ਪੋਜੀਸ਼ਨਸ ਜਿਹੜੀਆਂ ਇੰਨੀਆਂ ਵੱਡੀਆਂ ਕੰਪਨੀਆਂ ਦੀਆਂ ਉੱਥੋਂ ਤੱਕ ਪਹੁੰਚ ਗਏ। ਜਿਹੜੀ ਜੋਗਰਾਜ ਹੁਣ ਆਪਾਂ ਸਿਆਟਲ ਲੰਘ ਗਏ, ਸਿਆਟਲ ਦੇ ਨਾਲੇ ਜਿੱਦਾਂ ਕੈਂਟ ਸ਼ੁਰੂ ਹੋ ਗਿਆ। ਕੈਂਟ ਜਿਹੜਾ ਕੈਂਟ ਆ ਉਸ ਤੋਂ ਬਾਅਦ ਟਕੋਮਾ ਆ ਜਾਣਾ। ਕੈਂਟ 'ਚ ਵੀ ਆਪਣੀ ਪੰਜਾਬੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ, ਔਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਰੈਂਟਨ ਤਾਂ ਕੈਂਟ ਏਰੀਆ ਦੇ ਵਿੱਚ ਅੱਛਾ ਆਪਣਾ ਹੈਗਾ। ਕਹਿੰਦੇ ਜਿਹੜਾ ਆਪਾਂ ਰੁਕਾਂਗੇ ਇੱਥੇ ਵਾਸ਼ਿੰਗਟਨ ਦਾ ਏਰੀਆ ਹੁੰਦਾ ਕੈਂਟ, ਵਾਸ਼ਿੰਗਟਨ ਵਾਲਾ ਸਿਆਟਲ ਦੇ ਨਾਲ ਦਾ ਸ਼ਹਿਰ ਜਿੱਥੇ ਜਿੱਦਾਂ ਆਪਾਂ ਵੈਨਕੂਵਰ ਨਾਲ ਸਾਰੀ ਸ਼ਹਿਰ ਰਿਚਮੰਡ। ਹਾਂਜੀ ਸ਼ਹਿਰ ਰਾਈਟ। ਸੋ ਮੈਂ ਜਿੱਦਾਂ ਆਪਣੇ ਉੱਥੇ ਜਲੰਧਰ ਕੈਂਟ ਸੁਣ ਲਈਦਾ ਸੀ ਨਾ। ਹਾਂਜੀ ਇਹ ਉਹ ਨਹੀਂ, ਉਹੋ ਜਿਹਾ ਨਹੀਂ, ਉਹੋ ਜਿਹਾ ਕੈਂਟ ਨਹੀਂ, ਉਹੋ ਜਿਹਾ ਨਹੀਂ। ਅੱਛਾ ਭਾਜੀ, ਚਾਹ ਕਿੱਥੋਂ ਪਿਆ ਰਹੇ ਹੋ ਇਹ ਵੀ ਦੱਸੋ ਪਹਿਲਾਂ। ਚਾਹ ਹੁਣ ਜੇ ਤੁਸੀਂ ਇੱਥੇ ਫਲਾਈਂਗ ਜੇ ਦਾ ਆਉਣਾ ਆ, ਵੈਸੇ ਤਾਂ ਮੈਂ ਤਾਂ ਕਹਾਂਗਾ ਵੀ ਆਪਣਾ ਸਫ਼ਰ ਵੀ ਲੰਬਾ ਆ, ਅਜੇ ਥੋੜਾ ਜਿਹਾ ਹੋਰ ਆਪਾਂ ਕੱਟ ਲਈਏ। 55 ਮਿੰਟ ਤੇ ਜਾ ਕੇ 50 ਮਿੰਟ ਤੇ ਜਾ ਕੇ ਆਪਾਂ ਚਾਹ ਪੀਵਾਂਗੇ। ਠੀਕ ਹੈ ਜੀ, ਕਿਉਂਕਿ ਜਿਹੜਾ ਸਫ਼ਰ ਆਪਣਾ ਇਹ 14-1500 ਕਿਲੋਮੀਟਰ ਦਾ ਹੈ ਜਿਹੜਾ ਅੱਜ ਆਪਾਂ ਕੱਢਣਾ ਆ। ਹਾਂ, ਮਤਲਬ ਦਿੱਲੀ ਤਾਂ 300 ਕਿਲੋਮੀਟਰ ਹੀ ਹੁੰਦੀ ਆ, ਪਰ ਦਿੱਲੀ ਜਿੰਨੇ ਟਾਈਮ ਦੇ ਵਿੱਚ ਆਪਾਂ 1200-1400 ਕਿਲੋਮੀਟਰ 1500 ਕਿਲੋਮੀਟਰ ਆਪਾਂ ਕਰਨਾ। ਸੋ ਇਸ ਕਰਕੇ ਬੜਾ ਤੰਗ ਨਹੀਂ ਕਰਨਾ। ਪੂਰਾ 1 ਘੰਟਾ ਮੈਨੂੰ ਲੱਗਦਾ ਤੁਸੀਂ ਚਾਹ ਪੀ ਕੇ ਆਏ ਹੋ ਘਰੋਂ, ਤੁਸੀਂ ਘਰੋਂ 50 ਮਿੰਟ ਤੰਗ ਨਹੀਂ ਕਰਨਾ। ਉੱਥੇ ਜਾ ਕੇ ਆਪਾਂ ਪ੍ਰੋਪਰ ਨਾਲੇ ਗੱਡੀ ਚਾਰਜ ਹੋ ਜਾਊਗੀ, ਨਾਲੇ ਫਿਰ ਤੁਹਾਨੂੰ ਚਾਹ ਦਾ ਕੱਪ ਪਿਲਾਤਾ ਜਾਵੇਗਾ। ਟਮ ਵਾਟਰ ਸੁਪਰ ਚਾਰਜਰ ਆਵੇਗਾ, ਪਰ ਉਦੋਂ ਤੱਕ ਵੀ ਸਾਡੇ ਕੋਲ 36% ਬੈਟਰੀ ਬਚਦੀ ਹੋਣੀ ਆ। ਚਲੋ ਜੀ, ਮੈਂ ਉੱਥੇ ਇੱਕ ਵਾਰੀ ਫਿਰ ਹੋ ਕੇ ਨਾਲ ਦੱਸਾਂਗਾ ਜ਼ਰੂਰ ਵੀ ਭਾਜੀ ਨੇ ਆਪਣਾ ਵਾਅਦਾ ਜਿਹੜਾ 54 ਮਿੰਟ ਵਾਲਾ ਪੂਰਾ ਕੀਤਾ ਕਿ ਨਹੀਂ ਕੀਤਾ। ਜੋਗਰਾਜ ਸਿੰਘ ਤਾਂ ਸੁੱਤਿਆਂ ਨੂੰ ਹੁਣੇ ਢਾਲਿਆ। ਜਦੋਂ ਚਾਹ ਨਹੀਂ ਪਿਆਉਣੀ ਤੇ ਭਾਜੀ ਇਹੋ ਹਾਲ ਹੋਣਾ ਫਿਰ। ਚਾਹ ਪਿਆ ਦਿੰਦੇ ਆ ਹੁਣ, ਚਾਹ ਪਿਆ ਦਿੰਦੇ ਆ ਹੁਣ। ਆਪਣਾ ਆ ਗਿਆ ਜਿਹੜਾ ਐਗਜ਼ਿਟ 99। ਸੋ 99 ਨੰਬਰ ਐਗਜ਼ਿਟ ਆਪਾਂ 276 ਸੀਗਾ। ਸੋ ਦੈਟ ਮੀਨਸ ਆਪਾਂ 100 ਤੋਂ ਇੱਕ ਘੱਟ 77 ਹਾਂ ਮਾਈਲ ਆ ਗਏ ਆ। 177 ਆ ਗਏ 177 ਮਾਈਲ ਆ ਗਏ ਆ ਆਪਾਂ ਵਿਦਆਊਟ ਰੁਕੇ, ਔਰ ਸਰੀ ਤੋਂ ਮੇਰੇ ਖਿਆਲ ਆ ਗਏ ਹੁਣ 300-400 ਕਿਲੋਮੀਟਰ ਜੀ। ਰਾਈਟ। ਸੋ ਹੁਣ ਅਗਲਾ ਜਿਹੜਾ ਐਗਜ਼ਿਟ ਆ, ਇੱਥੇ ਆਪਾਂ ਐਗਜ਼ਿਟ ਕੱਢ ਗਏ ਐਂਡ ਇਹਦੇ ਨਾਲ ਹੀ ਆਪਾਂ ਨੇ ਕੋਈ ਚਾਰਜਰ ਵੀ ਇੱਥੇ ਮਿਲ ਜਾਣੇ ਆ, ਉਹ ਦਿਖਾਉਣ ਦੀ ਲੋੜ ਆ।
ਠੀਕ ਤੇ ਹੈ ਅਜੇ ਵੀ ਗੱਡੀ 108 ਮੀਲ ਜਾ ਸਕਦੀ ਆ। ਇਹ ਮੰਨ ਲਓ ਹੁਣ ਤੁਸੀਂ ਦੇਖ ਲਓ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਰੁਕਣਾ ਪਊਗਾ, ਅਸੀਂ ਇੱਥੇ ਇਸ ਕਰਕੇ ਰੁਕ ਰਹੇ ਆ ਵੀ ਸਾਨੂੰ ਬ੍ਰੇਕ ਦੀ ਲੋੜ ਆ। ਗੱਡੀ ਗੱਡੀ ਕਹਿ ਰਹੀ ਹੈ ਵੀ ਤੁਸੀਂ 1.5 ਘੰਟਾ ਪੌਣਾ ਘੰਟਾ ਹੋਰ ਚਲਾਓ ਤੇ 108 ਮੀਲ ਆਲਮੋਸਟ ਪੌਣੇ 200 ਕਿਲੋਮੀਟਰ ਹੋਰ ਆ ਜਾਓ। ਪਰ ਸਾਡਾ ਸਰੀਰ ਕਹਿ ਰਿਹਾ ਵੀ ਇਹਦੇ ਅੰਦਰ ਤੇਲ ਪੈਣਾ ਜ਼ਰੂਰੀ ਆ। ਮੈਨੂੰ ਲੱਗਾ ਵੀ ਯੋਗਰਾਜ ਦੇ ਨੂੰ ਚਾਹ ਦਾ ਕੱਪ ਪਿਲਾ ਕੇ ਸਟੀਅਰਿੰਗ ਫੜਾਇਆ ਜਾਵੇ। ਆ ਲਓ ਜੀ, ਦੇਖੀ ਜਾਓ ਵੀ ਕਿੰਨਾ ਸੌਖਾ ਆ ਚਾਰਜਿੰਗ ਕਰਨਾ, ਕਿੰਨਾ ਸੌਖਾ ਆ ਉਹ ਤੁਹਾਨੂੰ ਦਿਖਾਇਆ ਜਾਵੇਗਾ ਨਾਲ ਦੀ ਨਾਲੇ। ਹੁਣ ਆ ਜਿਹੜਾ 99 ਐਗਜ਼ਿਟ ਹੈਗਾ ਬਹੁਤ ਮਸ਼ਹੂਰ ਆ ਇੱਥੇ, ਇਹ ਕਿਉਂਕਿ ਇਹ ਪਾਇਲਟ ਵਾਲਿਆਂ ਦਾ ਟਰੱਕ ਸਟਾਪ ਆ। ਇਹਨੂੰ ਇਹਦੀ ਈਜ਼ੀ ਜਿਹੜੀ ਐਂਟਰੀ ਹੈਗੀ ਆ, ਤਾਂ ਹਾਈਵੇ ਤੇ ਨਿਕਲਣਾ ਬਣਨਾ ਬਹੁਤ ਸੌਖਾ ਹੈ ਜੀ। ਆ ਲਓ ਜੀ। ਸੋ ਸਮਾਂ ਅੱਜ ਸਿਰਫ 8:20 ਹੋਇਆ। ਸਫ਼ਰ ਅਸੀਂ ਖਾਸਾ ਤੈਅ ਕਰ ਲਿਆ। ਸੋ ਅਰਲੀ ਚੱਲਣ ਦੇ ਫਾਇਦੇ ਵੀਰੋ, ਜਿੱਥੇ ਵੀ ਕਿਤੇ ਚੱਲਣਾ ਹੁੰਦਾ ਆ ਟਾਈਮ ਨਾਲ ਚੱਲਿਆ ਕਰੋ। ਹੁਣ ਤੁਸੀਂ ਦੇਖ ਲਓ ਕਈ ਬੰਦੇ 9 ਵਜੇ ਉੱਠਦੇ ਹੀ ਆ, ਹੁਣ ਆਪਾਂ 8:20 ਤੇ ਆਪਾਂ ਆਲਰੇਡੀ ਆਪਾਂ 1/4% ਆਪਾਂ ਕਰ ਲਿਆ। ਉਹ ਦੇਖੋ ਗੈਸ ਸਟੇਸ਼ਨ ਦਾ ਕੀ ਬਣੂਗਾ। ਆ ਦੇਖੋ ਨਾਲੇ ਉਹਨੀ ਚਾਰਜਿੰਗ ਪੋਰਟ ਲਾ ਕੇ ਇਹ ਸੁਪਰ ਚਾਰਜਰ ਆ, ਔਰ ਕਿੰਨਾ ਸੌਖਾ ਆ ਇਹ ਤੁਹਾਨੂੰ ਹੁਣੇ ਹੀ ਦਿਖਾਇਆ ਜਾਵੇਗਾ। ਕੇ ਇੱਥੇ ਇੱਕ ਬਟਨ ਲੱਗਾ ਆ, ਬਟਨ ਦਬਣਾ ਤਾਂ ਖੁੱਲ ਜਾਣਾ। ਖੁੱਲ ਗਿਆ ਜੀ, ਤਾਂ ਆ ਦਿੱਤਾ ਪਾਲਾ। ਇਹਦਾ ਬਟਨ ਇਹਦੇ ਵਿੱਚ ਲੱਗਾ, ਇਹਦੇ ਵਿੱਚ ਹੀ ਲੱਗਾ। ਕੀ ਬਾਤ ਹੈ। ਸੋ ਮਤਲਬ ਡਨ। ਹੁਣ ਫਿਰ ਸੌਂ ਜਾਓ ਭਾਵੇਂ। ਸਟਾਰਟਿੰਗ ਦੀ ਸ਼ਾਟ ਅੰਦਰ ਆ, ਅੰਦਰ ਦਿਖਾਓ ਤੇ ਕਿੰਨੀ ਛੇਤੀ। ਉਹ ਜਿਹੜਾ ਗੱਡੀ ਈਵਨ ਉਨਾ ਕੇ ਟਾਈਮ ਲੱਗਦਾ ਜਿੰਨਾ ਚਿਰ ਤੁਸੀਂ ਪੰਪ ਦੇ ਜਾ ਕੇ ਹੋਰ ਚੀਜ਼ਾਂ ਕਰਦੇ ਆ, ਕਾਰਡ ਪਾਓਗੇ, ਸਾਰਾ ਕੁਝ ਕਰੋਗੇ। ਹੁਣ ਇਹ ਤੁਸੀਂ ਦੇਖ ਲਓ ਇਹਦੀ ਜਿਹੜੀ ਸਪੀਡ ਆਉਣ ਲੱਗ ਪਈ ਆ, ਉਹ ਦੇਖੋ ਕਿੰਨਾ ਫਾਸਟ। ਇਹ ਕਹਿੰਦੇ 25 ਮਿੰਟ ਦੇ ਵਿੱਚ ਫੁੱਲ ਚਾਰਜ ਹੋ ਜਾਣੀ ਆ। ਫੁੱਲ ਚਾਰਜ ਆਪਾਂ ਨੇ ਤੁਸੀਂ ਔਰ ਇਸ ਤੋਂ ਵੀ ਘੱਟ ਜਾਣੀ ਆ। ਹੁਣ ਜਦੋਂ ਆ ਕੇ ਲਾਇਆ 2 ਮੀਲ ਹੋ ਗਈ ਆ, ਰੈਡੀ 2 ਮੀਲ ਵੱਧ ਗਈ ਆ। ਹੁਣ ਇਸ ਵੇਲੇ 860 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਚਾਰਜਿੰਗ ਹੋ ਰਹੀ ਆ। ਤੇ ਜੇ 1 ਘੰਟਾ ਲਾਇਆ ਤਾਂ 800 ਮਾਈਲ 825 ਮਾਈਲ ਹੋ ਜਾਣੀ। ਸੋ ਇੰਨਾ ਸੌਖਾ ਆ। ਹੁਣ ਆਪਾਂ ਵਾਸ਼ਰੂਮ ਜਾਣਾ, ਕਿਉਂਕਿ ਜਿੰਨਾ ਚਿਰ ਆਪਾਂ ਗੈਸ ਸਟੇਸ਼ਨ ਤੇ ਖੜਦੇ ਆ, ਤੁਹਾਡੇ ਕਾਰਡ ਪਾਉਂਦੇ ਆ ਜਾਂ ਕੋਈ ਪੰਪ ਬਿਜ਼ੀ ਆ, ਤਾਂ ਇਹ ਉਹ ਕਾਫੀ ਟਾਈਮ ਲੱਗ ਜਾਂਦਾ ਹੈ। ਹੁਣ ਗੱਡੀ ਵਾਲਾ ਬੰਦਾ ਆਊਗਾ, ਇੱਥੇ ਖੜੂਗਾ, ਕਾਰਡ ਵਿੱਚ ਪਾਊਗਾ, ਫਿਰ ਟਿਕ 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 ਲਾਊਗਾ, ਫਿਰ ਚੁੱਕੂਗਾ, ਅੰਦਰੋਂ ਬੰਦਾ ਆਥੋਰਾਈਜ਼ ਕਰੂਗਾ, ਫਿਰ ਤੇਲ ਪਾਊਗਾ, ਫਿਰ 5 ਮਿੰਟ 'ਚ ਤੇਲ ਪਵਾ ਕੇ ਬੰਦਾ ਅੰਦਰ ਜਾਊਗਾ, ਫਿਰ ਵਾਸ਼ਰੂਮ ਵਗੈਰਾ ਜਾਊਗਾ। ਅਸੀਂ ਕੀ ਕੀਤਾ ਕਿ ਤੇਲ ਪਵਾ ਕੇ ਤੇਲ ਤੇ ਪਵਾਇਆ ਹੀ ਨਹੀਂ, ਅਸੀਂ ਟੈਸਲਾ ਬੈਕ ਲਾਈ, ਸਿੱਧਾ ਚਾਰਜਿੰਗ ਆਪਣਾ ਪਲੱਗ ਇਨ ਲਾਇਆ, ਤੇ ਬਾਏ ਦਾ ਟਾਈਮ ਅਸੀਂ ਅੰਦਰ ਖਾਣ ਪੀਣ ਆ ਗਏ। ਸੋ ਸਾਡੇ ਕੋਲ ਇੱਥੇ ਹੁਣ ਸਬਵੇ, ਮੈਕਡੋਨਲਡਸ ਤੇ ਪਾਇਲਟ, ਇਹ 3 ਆਪਸ਼ਨਸ ਨੇ, ਤੇ ਅਸੀਂ ਹੁਣ ਅੰਦਰੋਂ ਜਾ ਕੇ ਇਹਨੂੰ ਨਾਲ ਐਕਸਪਲੋਰ ਕਰਾਂਗੇ ਵੀ ਕਿੱਧਰ ਮਨ ਬਣਦਾ। ਨਾਲ ਤਾਜ਼ੇ ਫਰੂਟਸ ਪਏ ਨੇ, ਤੇ ਤੁਸੀਂ ਜੇ ਤਾਜ਼ੇ ਫਰੂਟਸ ਕੋਈ ਖਾਣੇ ਚਾਹੁੰਦਾ ਆ, ਗੰਦਮੰਦ ਜਾਂ ਹੋਰ ਕੁਝ ਗਲਤ ਚੀਜ਼ ਨਹੀਂ ਖਾਣੇ ਚਾਹੁੰਦਾ, ਤੂੰ ਇਹੋ ਜਿਹੀਆਂ ਚੀਜ਼ਾਂ ਵੀ ਖਾ ਸਕਦਾ। ਕਿਸੇ ਨੇ ਕੋਈ ਡਰਿੰਕਸ ਲੈਣੀਆਂ ਉਹ ਲੈ ਸਕਦਾ, ਆਈਸਕ੍ਰੀਮਸ ਲੈਣੀਆਂ ਉਹ ਲੈ ਸਕਦਾ। ਉੱਧਰ ਦੇਖੋ ਸਾਰਾ ਨਾਲ ਫਰੈਸ਼ ਫੂਡ, ਉੱਧਰਲੇ ਬੰਨੇ ਨਾਲ ਜਿਹੜਾ ਉਹ ਸਭ ਵੀ ਆ ਜਾਂਦਾ ਹੈ। ਚਲੋ ਜੇ ਫਰੂਟ ਕਿਸੇ ਨੇ ਕੱਟਿਆ ਕਟਾਇਆ ਲੈਣਾ ਤੇ ਸਿੱਧਾ ਹੀ ਚੁੱਕ ਕੇ ਨਾਲ ਆਪਣਾ ਵੀ ਚੱਲ ਸਕਦਾ, ਤੁਹਾਨੂੰ ਉਹ ਵੀ ਚੀਜ਼ ਜਿਹੜੀ ਨਾਲ ਕੱਟਣ ਕੁੱਟਣ ਦੀ ਵੀ ਲੋੜ ਨਹੀਂ ਹੈ। ਸੋ ਚਾਹ ਕੌਫੀ ਇੱਧਰੋਂ ਬਣਦੀ ਪਈ ਹੈ ਨਾਲ ਨਾਲ। ਜਿੱਥੋਂ ਫਿਰ ਇਹ ਬਸ ਅਮਰੀਕਾ ਦਾ ਪਹਿਲਾ ਭੋਜਨ ਤੇ ਭਾਵੇਂ ਇਹਦੇ ਨਾਲ ਦਾ ਕੈਨੇਡਾ 'ਚ ਵੀ ਖਾਧਾ, ਪਰ ਇਹ ਫੀਲ ਹੀ ਵੱਖਰਾ ਹੈ।
ਇਹ ਸਸਤਾ ਬਹੁਤ ਆ ਦੇਖਿਆ ਨਾ ਇੱਥੇ ਸਾਈਜ਼ ਮੈਂ ਮੈਂ ਪਹਿਲੇ ਇੰਡੀਆ ਦਿੱਤੇ ਨਹੀਂ, ਇੰਡੀਆ ਮੈਨੂੰ ਨਹੀਂ ਪਤਾ। ਇੰਡੀਆ ਵਾਲਿਆਂ ਨੂੰ ਮੈਂ ਦੱਸਦੇ ਆ ਆਹ ਸਾਈਜ਼ ਜਿਹੜਾ ਆ ਇਹ ਮੀਡੀਅਮ ਆ ਅੱਛਾ ਉਹਦੇ ਲਾਸਟ ਦੇ ਨਾ ਸਮਾਲ ਅੱਛਾ, ਸਾਈਜ਼ small ਆ। ਆਈ ਨੋ ਇੰਡੀਆ 'ਚ ਹੈ ਮਤਲਬ ਜਿਹੜੀ ਕੋਕ ਵਗੈਰਾ ਮਿਲਦਾ ਨਹੀਂ ਇਹ ਕੈਨੇਡਾ ਵਾਲਿਆਂ ਨੂੰ ਵੀ ਨਾਲ ਹੀ ਦੱਸਣਾ ਕੈਨੇਡਾ ਵਾਲਿਆਂ ਨੂੰ ਵੀ ਦੱਸਣਾ ਪੈਣਾ ਨਹੀਂ ਇੰਡੀਆ ਵਾਲਿਆਂ ਨੂੰ ਜ਼ਿਆਦਾ ਦੱਸਣਾ ਪੈਣਾ ਹੁਣ ਜ਼ਿਆਦਾ ਉਹ ਕਿਉਂਕਿ ਤਾਂ- ਆਪਣੇ ਦੇ ਉੱਤੇ ਸਮਾਲ ਤੇ ਆਹ ਸਾਈਜ਼ ਰਹਿ ਜਾਂਦਾ ਇੱਕ ਹਾਂ ਸਮਾਲ ਦਾ ਸਾਈਜ਼ ਇੱਥੇ ਰਹਿੰਦਾ ਆਹ ਦੇਖੋ ਜੀ ਕਿੱਡਾ ਸਾਈਜ਼ ਇਹ ਮੀਡੀਅਮ ਆ ਇੱਥੇ ਫੂਡ ਦੀ ਕੁਆਂਟੀਟੀ ਬਹੁਤ ਹੀ ਜ਼ਿਆਦਾ ਆ ਅੱਛਾ ਜੀ ਮਤਲਬ ਇਹ ਜਿਹੜਾ ਇੱਕ ਬੰਦਾ ਜਿੱਦਾਂ ਜੇ ਹੈਲਥ ਕੌਨਸ਼ੀਅਸ ਹੋ ਨਾ ਹਾਂਜੀ ਤਾਂ ਦੋ ਬੰਦੇ ਇੱਕ ਮੀਲ ਖਾ ਸਕਦੇ ਆ ਅੱਛਾ ਇਹ ਆਪਾਂ ਐਕਸਟਰਾ ਟਾਈਮ ਨਹੀਂ ਲਾਇਆ ਵਾਸ਼ਰੂਮ ਗਏ ਆ ਤਾਂ ਮਾੜੀ ਮੋਟੀ ਕਾਫੀ ਲਈ ਆ ਹੁਣ ਜਾ ਕੇ ਦੇਖਦੇ ਆ ਆਪਣੀ ਚਾਰਜਿੰਗ ਦਾ ਕੀ ਸਟੇਟਸ ਇੱਕ ਆ ਵੀ ਦੇਖੋ ਜਦੋਂ ਇਹ ਨਾ ਗੈਸ ਸਟੇਸ਼ਨਾਂ ਤੇ ਕਈ ਵਾਰ ਲਾਈਨ ਅਪ ਲੱਗੀ ਉਹ ਹੁੰਦੀ ਆ ਸਾਡੇ ਮੋਹਰਲੇ ਪੰਪ ਦੇਖਿਆ ਜੀ ਔਰ ਫਿਰ ਤੁਹਾਨੂੰ ਜਦੋਂ ਆਪਾਂ ਦੂਸਰੀ ਗੱਡੀ 'ਚ ਕਰਦੇ ਹੁੰਨੇ ਆ ਤਾਂ ਇਹਦੇ ਵਿੱਚ ਤੁਹਾਨੂੰ ਕਾਰਡ ਸਵਾਈਪ ਕਰੋ ਕੋਡ ਪਾਓ ਪੰਪ 'ਚ ਗੈਸ ਗ੍ਰੇਡ ਸਿਲੈਕਟ ਕਰਕੇ ਫਿਰ ਤੁਸੀਂ ਫੜ ਕੇ ਖੜੋ ਜਿੱਦਾਂ ਸਾਰੇ ਲੱਗੇ ਹੋ ਆ ਪਰ ਟੈਸਲਾ ਜਾਂ ਇਲੈਕਟ੍ਰਿਕ ਦਾ ਇਹ ਫਾਇਦਾ ਹੈ ਵੀ ਤੁਸੀਂ ਸਿਰਫ ਪਲੱਗ ਲਾਓ ਤਾਂ ਜਾਓ ਹੁਣ ਇਸ ਵੇਲੇ ਉਹ ਕਹਿ ਰਹੇ ਨੇ ਆਪਾਂ ਨੂੰ 200 ਚਾਰਜਿੰਗ ਕੰਪਲੀਟ ਆਹ ਲਓ ਜੀ ਉਹਨਾਂ ਨੇ ਉਹ ਆਲਰੇਡੀ ਬੰਦ ਕਰਤੀ ਕਹਿੰਦੇ ਵੀ ਆਹ ਲਓ ਜੀ ਆਪਣਾ ਜਿਹੜਾ ਇਸ ਵੇਲੇ ਆ ਆਪਣੇ 212 ਮੀਲ ਆਲਰੇਡੀ ਚਾਰਜ ਹੋ ਗਿਆ ਨੈਕਸਟ ਸਟਾਪ ਤੱਕ ਜਾਣ ਲਈ ਸਾਡੀ ਇਨਫ ਹੈ ਕਿਉਂਕਿ ਜਿਸ ਹਿਸਾਬ ਨਾਲ ਇਹਨੇ ਸਾਨੂੰ ਸਕੇਜੂਲ ਬਣਾ ਕੇ ਦਿੱਤਾ ਗੱਡੀ ਨੇ ਆਪ ਸਕੇਜੂਲ ਬਣਾ ਕੇ ਦਿੱਤਾ ਨੈਕਸਟ ਸਟਾਪ ਤੱਕ ਜਾਣ ਲਈ ਸਾਡਾ ਇਨਫ ਚਾਰਜ ਹੋ ਚੁੱਕਿਆ ਅਨਲੌਕ ਚਾਰਜਿੰਗ ਪੋਰਟ ਹੁਣ ਕਿੰਨੇ ਡਾਲਰ ਦੀ ਇਹ ਪਈ ਆ $22 ਦੀ $22 73 ਸੈਂਟ ਦੀ ਇਹ ਭਰ ਗਈ ਆ 3 ਕਿਲੋਮੀਟਰ ਕਿੰਨੇ ਦੇਣੇ ਆਪਾਂ ਨੂੰ 500 ਦੇ ਨੇੜੇ ਤੇੜੇ 500 ਕਿਲੋਮੀਟਰ ਮਤਲਬ $22 ਚ ਹੋਇਆ ਤੁਸੀਂ ਹਾਂ ਇਹ ਤੁਸੀਂ ਹੁਣ ਇੱਥੇ ਇਹ ਕੱਢ ਲੈਣੀ ਆ ਮੇਰੀ ਕਾਫੀ ਰੱਖ ਦਿਓ ਆ ਤੁਸੀਂ ਦੇਖਿਓ ਇੱਥੋਂ ਗਏ ਆਪਾਂ ਆ ਲਓ ਜੀ ਐਂਡ ਹੁਣ ਤੁਸੀਂ ਦੇਖੋ ਕੋਈ ਐਕਸਟਰਾ ਚਾਰਜਿੰਗ ਕਰਕੇ ਆਪਾਂ ਵੇਟ ਨਹੀਂ ਕੀਤੀ ਆਪਣੀ ਫੁੱਲ ਹੋ ਗਈ ਸੀ ਲਓ ਜੀ ਆਪਣੇ ਓਕੇ ਹੁਣ ਚੱਲਦੇ ਆ ਜੋਗਰਾਜ ਨੂੰ ਥੋੜੀ ਜਿਹੀ ਇਲੈਕਟ੍ਰਿਕ ਗੱਡੀ ਦੀ ਟ੍ਰੇਨਿੰਗ ਦੇ ਕੇ ਓਕੇ ਨਿਕਲੀਏ ਫਿਰ ਆ ਲਓ ਜੀ ਕਹਿੰਦੇ ਭਾਵੇਂ ਤੁਹਾਨੂੰ ਆਉਂਦਾ ਵੀ ਹੋਏ ਨਾ ਤੇ ਸਿੱਖ ਲੈਣਾ ਚਾਹੀਦਾ ਕੋਈ ਨਵੀਂ ਗੱਲ ਹੀ ਸਿੱਖਣ ਨੂੰ ਮਿਲ ਸਕਦੀ ਆ ਕੋਈ ਇਸ਼ੂ ਨਹੀਂ ਵੀਰ ਜੀ ਹੁਣ ਆਪਾਂ ਗਾਹਾਂ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਵੀ ਆਪਾਂ ਕਿੱਥੇ ਜਾਣਾ ਆ ਓਕੇ ਜੀ ਹੁਣ ਇਹ ਐਗਜ਼ਿਟ ਨੰਬਰ ਸੀਗਾ 99 ਸੋ ਇਹਦਾ ਮਤਲਬ ਇਹ ਆ ਵੀ 99 ਮਾਈਲ ਬਾਅਦ ਵਾਸ਼ਿੰਗਟਨ ਖਤਮ ਹੋ ਜਾਣਾ ਆਪਣਾ ਆਰਗਨ ਪੋਰਟਲੈਂਡ ਆ ਜਾਣਾ ਪੋਰਟਲੈਂਡ ਵੀ ਬਹੁਤ ਸੋਹਣਾ ਉਹਦੀ ਖਾਸੀਅਤ ਇਹ ਹੈ ਉੱਥੇ ਟੈਕਸ ਨਹੀਂ ਹੈਗਾ ਸਭ ਤੋਂ ਜਿਹੜੀ ਭਾਈ ਨੇ ਗੱਲ ਦੱਸੀ ਹੈ ਨਾ ਪੋਰਟਲੈਂਡ ਜਿਹੜੀ ਆਰਗਨ ਸਟੇਟ ਆ ਨਾ ਉਹਦੀ ਇਹ ਹੈ ਉੱਥੇ ਕੋਈ ਵੀ ਟੈਕਸ ਨਹੀਂ ਇਹ ਰੁਕਿਆ ਜੀ ਇਹਨੂੰ ਤੁਸੀਂ ਇਧਰ ਕੋਈ ਵੀ ਟੈਕਸ ਨਹੀਂ ਹੈਗਾ ਜੇ ਉਹ ਬੜਾ ਅਚੰਭੇ ਵਾਲੀ ਗੱਲ ਹੁੰਦੀ ਹੈ ਜੋਗਰਾ ਜਦੋਂ ਆਪਾਂ ਦੇਖਦੇ ਹਾਂ ਇੱਥੋਂ ਰਾਈਟ ਕਰਕੇ ਨਾ ਜਦੋਂ ਆਪਾਂ ਦੇਖਦੇ ਹਾਂ ਵੀ ਇਹ 599 ਆ ਇਹਦੀ ਪ੍ਰਾਈਸ ਵੀ 599 ਹੈ ਉੱਥੇ ਆ ਕੇ ਆਪਾਂ ਕਿਉਂਕਿ ਆਪਾਂ ਬਾਹਰਲੇ ਮੁਲਕਾਂ 'ਚ ਤਾਂ ਇਦਾਂ ਹੀ ਹੁੰਦਾ ਪਰ ਆਪਾਂ ਯੂਜ਼ ਟੂ ਨਹੀਂ ਹੈਗੇ ਇਦਾਂ ਨਾ ਆਪਾਂ ਕਿਤੇ 6% 5% 13% ਦਿਓ ਜੀ 13% ਹਾਂਜੀ ਸੋ ਇਹ ਦੇਖੋ ਜੀ ਹੁਣ ਕਿੰਨਾ ਈਜ਼ੀ ਆ ਇੱਥੋਂ ਆਪਾਂ ਨਿਕਲੇ ਇੱਥੋਂ ਆਪਾਂ ਨਿਕਲ ਕੇ ਆਪਾਂ ਹਾਈ 5 ਜਿਹੜਾ ਆ I5 ਇੰਟਰਸਟੇਟ 5 ਉਹਦੇ ਤੇ ਆਪਾਂ ਪੋਰਟਲੈਂਡ ਦਾ ਸਾਈਨ ਫੋਲੋ ਕਰ ਲੈਣਾ ਜਿੱਦਾਂ ਦੇਖਿਆ ਨਾ ਨਾਰਥ ਇੱਥੇ ਹਰੇਕ ਹਾਈਵੇ ਦੇ ਡਾਇਰੈਕਸ਼ਨਸ ਦੇ ਨਾਲ ਲਿਖੀਆਂ ਹੁੰਦੀਆਂ ਵੀ ਨਾਰਥ ਨੂੰ ਇੱਧਰ ਨੂੰ ਔਰ ਸਾਊਥ ਪਰਲੇ ਪਾਸੇ ਹੁਣ ਇੱਥੋਂ ਆਪਣਾ ਅਗਲਾ ਸਟਾਪ ਹੋਊਗਾ 3-4 ਘੰਟੇ ਬਾਅਦ 400 ਕਿਲੋਮੀਟਰ ਤਾਂ ਆਪਾਂ ਚਲਾਵਾਂਗੇ ਨਾ ਲਓ ਜੀ ਆਪਾਂ ਹੁਣ ਜੋਗਰਾਜ ਚਲਾਵੇਗਾ ਜਾਂ ਆਟੋ ਪਾਇਲਟ ਚਲਾਵੇਗਾ ਲਓ ਜੀ 10 ਹੀ ਚਲਾਵੇਗਾ ਆਉਣ ਵਾਲਾ ਵਕਤ ਦੱਸੇਗਾ ਇਹ ਤੇ ਹੁਣ ਸਮਾਂ ਹੀ ਦੱਸੇਗਾ ਲਓ ਜੀ ਐਗਜ਼ਿਟ ਨੰਬਰ 707 ਕਿਲੋਮੀਲ ਰਹਿ ਗਏ ਤਾਂ ਆ ਵੈਨਕੂਵਰ ਦਾ ਸਾਈਨ ਤੁਸੀਂ ਦੇਖ ਰਹੇ ਸੀਗੇ ਵੈਨਕੂਵਰ ਐਂਡ ਪੋਰਟਲੈਂਡ ਇਸ ਲਾਈਨ ਦੇ ਵਿੱਚ ਇਹ ਅਮਰੀਕਾ ਵਾਲਾ ਵੈਨਕੂਵਰ ਇਹ ਵਾਸ਼ਿੰਗਟਨ ਵਾਲਾ ਵੈਨਕੂਵਰ ਆ ਇਹ ਆਪਣੇ ਵੈਨਕੂਵਰ ਵਾਲਾ ਵੈਨਕੂਵਰ ਨਹੀਂ ਜੇ ਹੁਣ ਕਿਸੇ ਨੂੰ ਪੁੱਛੀਏ ਵੀ ਅਸੀਂ 6 ਘੰਟੇ ਚਲਾ ਕੇ ਤਾਂ ਕਿੱਥੇ ਆਏ ਆ ਵੈਨਕੂਵਰ ਤੋਂ ਚੱਲ ਕੇ ਤੇ ਵੈਨਕੂਵਰ ਹੀ ਪਹੁੰਚੇ ਵੈਨਕੂਵਰ ਹੀ ਪਹੁੰਚੇ ਆ 7 ਐਗਜ਼ਿਟ ਰਹਿ ਗਏ ਜੀ ਸੋ ਮਤਲਬ 7 ਮੀਲਾਂ ਰਹਿ ਗਈਆਂ ਹੋਰ ਇਸ ਸਟੇਟ ਦੀਆਂ ਸਟੇਟ ਆਪਾਂ ਖਤਮ ਕਰ ਦਿੱਤੀ ਮਤਲਬ ਕੌਂਕਰ ਕਰ ਲਈ ਇੱਕ ਡਨ ਫॉर द ਡੇ ਹੋ ਗਈ ਹਾਂਜੀ ਡਨ ਦੂਸਰੀ ਵੀ ਐਂ ਚੁਟਕੀਆਂ ਨਹੀਂ ਹੋ ਜਾਣੀਆਂ ਇਹ ਸਿਰਫ ਤਾਂ ਸਿਰਫ ਸਰਦਾਰ ਸਾਹਿਬ
ਇਹਦਾ ਇਹ ਫਾਇਦਾ ਹੈ ਜੇ ਤੁਸੀਂ ਅਰਲੀ ਤੁਰ ਪੈਂਦੇ ਆ ਆਪਾਂ 10:30 ਵਜੇ ਆਪਾਂ ਆਲਮੋਸਟ ਆਪਾਂ ਚੌਥਾ ਹਿੱਸਾ ਜਿਹੜਾ ਮੰਨ ਲਓ ਚੌਥੇ ਹਿੱਸੇ ਤੋਂ ਵੀ ਜ਼ਿਆਦਾ ਆ ਗਏ ਰਾਈਟ। ਸੋ ਇਹੀ ਆ ਤਾਂ ਸਾਰਿਆਂ ਨੂੰ ਇਹੀ ਨਿਵੇਦਨ ਆ ਕਿ ਅਰਲੀ ਤੁਰਿਆ ਕਰੋ। ਆਪਾਂ ਗਲਤੀ ਕੀ ਕਰਦੇ ਆ ਨਾ ਮੋਸਟਲੀ ਆਪਾਂ ਦੇ ਵਿੱਚ ਅਸੀਂ ਵੀ ਆਉਂਦੇ ਆ ਅਸੀਂ ਅੱਜ ਚੰਗੇ ਬੱਚੇ ਬਣ ਗਏ ਆ ਤਾਂ ਠੀਕ ਆ ਬਟ ਨਹੀਂ ਤਾਂ ਆਪਾਂ ਕੀ ਤੁਰਦੇ ਤੁਰਦੇ ਕਈ ਵਾਰ 11-12 ਵਜਾ ਲਈਦੇ ਆ ਤਾਂ ਰਾਤ ਦੇ ਫਿਰ 12 ਵਜੇ ਤੱਕ ਹਨੇਰੇ ਦੇ ਵਿੱਚ ਡਰਾਈਵਿੰਗ ਕਰੋ। ਫਿਰ ਉਹਦੇ ਨਾਲੋਂ ਬੈਟਰ ਇਹ ਆ ਕਿ ਜਦੋਂ ਸੂਰਜ ਚੜ੍ਹਿਆ ਉਸ ਤੋਂ 2 ਘੰਟੇ ਪਹਿਲਾਂ ਤੁਰੋ ਫਿਰ ਸਫ਼ਰ ਮੁੱਕਦਾ। ਬੰਦੇ ਨੂੰ ਉੱਠਣਾ ਹੀ ਰੋਜ਼ ਇੰਨੀ ਜਲਦੀ ਚਾਹੀਦਾ ਜੀ ਵੈਸੇ। ਹਾਂ ਹੁਣ ਜੋਗਰਾਜ ਨੇ ਜਦੋਂ ਅੱਜ ਦੱਸਿਆ ਜੋਗਰਾਜ ਕਹਿੰਦੇ ਕਿੰਨਾ ਸੋਹਣਾ ਲੱਗਦਾ ਸਨਰਾਈਜ਼ ਪਰ ਹੁਣ ਤਾਂ ਦੇਖਿਆ ਹੀ ਨਹੀਂ ਸਾਲਾਂ ਬਾਅਦ। ਠੀਕ ਹੈ ਹੋਰ ਭਾਈ ਕਿਦਾਂ ਕਿਵੇਂ ਲੱਗ ਰਿਹਾ? ਬਹੁਤ ਵਧੀਆ ਇਹ ਜਿਹੜਾ ਸਾਰਾ ਸਵੇਰੇ ਚੱਲਣ ਦਾ ਉਹਦਾ ਮੈਨੂੰ ਦਿਓ ਸਾਰੇ ਕ੍ਰੈਡਿਟ। ਬਿਲਕੁਲ ਸਭ ਤੋਂ ਪਹਿਲਾਂ ਉੱਠ ਕੇ ਮੈਂ ਜਗਾਏ ਸਾਰੇ। ਬਿਲਕੁਲ ਸਹੀ ਬਿਲਕੁਲ ਸਹੀ। ਤੇ ਉਹ ਵਾਕਈ ਸਵੇਰੇ ਉੱਠਣ ਦਾ ਜੋ ਮਜ਼ਾ ਹੈ ਸਨਰਾਈਜ਼ ਦੇਖਣ ਦਾ ਉਹ ਕਮਾਲ ਹੀ ਹੈ ਕਮਾਲ ਹੀ ਹੈ। ਤੁਹਾਡਾ ਕਹਿਣ ਦਾ ਮਤਲਬ ਉਹ ਸਨਸੈਟ 'ਚ ਨਹੀਂ ਹੈਗਾ? ਸਨਸੈਟ 'ਚ ਵੀ ਹੈਗਾ ਸਨਰਾਈਜ਼ ਐਂਡ ਸਨਸੈਟ ਦੋਵੇਂ ਦੇਖਣੇ ਚਾਹੀਦੇ। ਕਈ ਬੰਦੇ ਸਿਰਫ ਸਨਸੈਟ ਹੀ ਦੇਖਦੇ ਉਹ ਸਨਸੈਟ ਨੂੰ ਬਹੁਤ ਨੇੜਿਓਂ ਦੇਖ ਲੈਂਦੇ ਆ ਨਾ ਉਹਨਾਂ ਨੂੰ ਸਨਰਾਈਜ਼ ਵੇਖਣ ਦੀ ਲੋੜ ਹੀ ਨਹੀਂ ਪੈਂਦੀ। ਸੋ ਅਗੇਨ ਤੁਹਾਨੂੰ ਦੱਸਦੇ ਪਏ ਗਾਹਾਂ ਪੋਰਟਲੈਂਡ ਆ ਜਾਣਾ। ਪੋਰਟਲੈਂਡ ਆਰਗਨ ਸਟੇਟ ਦਾ ਪਹਿਲਾ ਸ਼ਹਿਰ ਹੈ ਜੀ ਐਨ ਬਾਰਡਰ ਦੇ ਉੱਤੇ ਆ ਔਰ ਬਹੁਤ ਹੀ ਕਮਾਲ ਦਾ ਕੋਲੰਬੀਆ ਰਿਵਰ ਲੰਘ ਕੇ ਪੋਰਟਲੈਂਡ ਆ ਜਾਣਾ। ਹਾਂਜੀ ਤਾਂ ਪੋਰਟਲੈਂਡ ਅਗੇਨ ਜਿਹੜੇ ਵੀ ਬੰਦੇ ਵੈਨਕੂਵਰ ਤੋਂ ਆਉਂਦੇ ਆ 5-6 ਘੰਟੇ ਦੀ ਡਰਾਈਵ ਕਰਕੇ ਉਹ ਸਿਰਫ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਕਿਉਂਕਿ ਟੈਕਸ ਕੋਈ ਨਹੀਂ ਹੈਗਾ। ਬਸ ਕੋਈ ਟੈਕਸ ਫ੍ਰੀ ਅਸੀਂ ਸਟੇਟ ਦੇ ਵਿੱਚ ਐਂਟਰ ਕਰਨ ਲੱਗੇ ਆ। ਟੈਕਸ ਫ੍ਰੀ ਸਟੇਟ ਹਾਂਜੀ। ਓਕੇ ਸੋ ਆਪਾਂ ਇੱਥੋਂ ਕੁਝ ਵੀ ਲਵਾਂਗੇ। ਇੱਥੋਂ ਬੰਦੇ ਗੱਡੀਆਂ ਵੀ ਖਰੀਦ ਕੇ ਲੈ ਕੇ ਜਾਂਦੇ ਹੋਣਗੇ ਪਰ ਗੱਡੀਆਂ ਤਾਂ ਤੁਸੀਂ ਜਦੋਂ ਖਰੀਦ ਕੇ ਲੈ ਕੇ ਜਾਂਦੇ ਆ ਨਾ ਗੱਡੀਆਂ ਜਿੱਦਾਂ ਤੁਹਾਡੇ ਜਿੱਥੇ ਤੁਸੀਂ ਜਾਣਾ ਉੱਥੇ ਟੈਕਸ ਲੱਗਦਾ ਨਾ। ਮੰਨ ਲਓ ਜਿੱਦਾਂ ਅਮਰੀਕਾ ਦੀਆਂ ਆਂਢੀ ਗੁਆਂਢੀ ਸਟੇਟਾਂ ਵਾਲੇ ਨੇ ਜਦੋਂ ਆਪਾਂ ਮੰਨ ਲਓ ਅਲਬਰਟਾ ਚੋਂ ਵੀ ਗੱਡੀ ਲੈ ਕੇ ਆਉਂਦੇ ਆ BC 'ਚ ਤਾਂ ਆਪਾਂ ਟੈਕਸ ਪੇ ਕਰਦੇ ਹੀ ਆ ਨਾ। ਇੱਥੇ ਆ ਕੇ ਜਦੋਂ ਫਿਰ ਤੁਸੀਂ ਰਜਿਸਟਰ ਬਿਲਕੁਲ ਕਰਦੇ ਆ ਬਿਲਕੁਲ ਕਰਦੇ ਆ। ਸੋ ਇਸ ਕਰਕੇ ਇਹ ਸ਼ੈਤਾਨੀ ਨਹੀਂ ਕੀਤੀ ਜਾ ਸਕੇ। ਮਤਲਬ ਉਹੋ ਹੀ ਪੁੱਠਾ ਦਿਮਾਗ ਨਹੀਂ ਸਿੱਧੇ ਚੱਲੋ। ਇਹ ਸ਼ੂ ਮੈਲੇ ਕਰਨ ਵਾਲੀ ਇਹ ਨਹੀਂ ਚੱਲੇਗੀ ਨਹੀਂ ਚੱਲੇਗੀ। ਸੋ ਆ ਲਓ ਜੀ ਪਰ ਬਹੁਤ ਸੋਹਣਾ ਹੈ ਜੀ। ਹੁਣ ਤੁਹਾਡੇ ਅੱਗੇ ਜਾ ਕੇ 4 ਮੀਲ ਬਾਅਦ ਤਾਂ ਆਪਣਾ ਆਰਗਨ ਸ਼ੁਰੂ ਹੋ ਜਾਣਾ। ਆਰਗਨ ਦਾ ਹਾਈਵੇ ਤੁਸੀਂ ਇਹ ਦੇਖਿਓ ਜਦੋਂ ਹੀ ਆਰਗਨ ਸ਼ੁਰੂ ਹੋ ਗਿਆ ਈਵਨ ਹਾਈਵੇ ਵੀ ਡਿਫਰੈਂਟ ਹੋਰ ਬੈਟਰ ਹੋ ਜਾਂਦੇ ਆ। ਬੈਟਰ ਹੋ ਜਾਣੇ ਬੈਟਰ ਮੀਨਸ ਜਿੱਦਾਂ ਹੁਣ ਹਰੇਕ ਸਟੇਟ ਦੀ ਆਪਣੀ ਜ਼ਿੰਮੇਵਾਰੀ ਆ ਵੀ ਹਾਈਵੇ ਤੇ ਮੈਂ ਵਾਸ਼ਿੰਗਟਨ ਦਾ ਬਣਾਤਾ ਉਹਨਾਂ ਨੇ ਆਰਗਨ ਦਾ ਬਣਾਤਾ। ਕਈ ਵਾਰ ਉਹ ਨਵੀਂ ਪੇਵਿੰਗ ਹੋਈ ਹੁੰਦੀ ਆ ਜਾਂ ਵੱਖਰੀ ਹੋਈ ਹੁੰਦੀ ਆ। ਸੋ ਇਸ ਕਰਕੇ ਬਹੁਤ ਨਜ਼ਾਰੇ ਆ। ਜਿੱਦਾਂ ਅੰਬਾਲੇ ਤੇ ਰਾਜਪੁਰੇ ਦੇ ਦੋਵਾਂ ਦੀ ਸੜਕਾਂ ਦਾ ਫਰਕ ਹੋਊ। ਆਰਗਨ ਬੈਟਰ ਹੀ ਹੈ ਜੀ। ਆਰਗਨ ਦੀ ਇੱਕ ਤਾਂ ਜਿਹੜਾ ਵੈਦਰ ਆ ਜੇ ਵੈਦਰ ਆਪਾਂ ਦੇਖਦੇ ਆ ਕਿਉਂਕਿ ਆਪਾਂ ਜਿੰਨਾ ਪੰਜਾਬੀ ਵਿੱਚ ਨਹੀਂ ਕਹਿੰਦੇ ਹੁੰਦੇ ਭੂਮੱਧ ਰੇਖਾ ਵੱਲ ਨੂੰ ਜਾ ਰਹੇ ਆ ਆਪਾਂ ਸਾਊਥ ਨੂੰ ਜਾ ਰਹੇ ਆ ਉਹਨਾਂ ਵੈਦਰ ਥੋੜਾ ਜਿਹਾ ਗਰਮ ਹੁੰਦਾ ਜਾ ਰਿਹਾ। ਸੋ ਆਰਗਨ ਦੇ ਵਿੱਚ ਜਿਹੜਾ ਵੈਦਰ ਆ ਉਹ ਵੈਨਕੂਵਰ ਨਾਲੋਂ ਥੋੜਾ ਗਰਮ ਹੁੰਦਾ ਹੈ ਠੰਡ ਘੱਟ ਹੁੰਦੀ ਹੈ। ਠੀਕ ਹੈ ਜੀ ਔਰ ਪਲੱਸ ਵਾਸ਼ਿੰਗਟਨ ਵਾਲੇ ਵੈਨਕੂਵਰ ਨਾਲੋਂ ਕਿ ਕੈਨੇਡਾ ਵਾਲੇ? ਨਹੀਂ ਆਪਾਂ ਕੈਨੇਡਾ ਵਾਲੇ ਹਾਂ ਜਿਹੜੇ ਕਿਉਂਕਿ ਆ ਤਾਂ ਨੇੜੇ ਹੀ ਆ ਇੱਕੋ ਵੈਦਰ ਆ। ਸੋ ਪਰ ਇਹ ਕਿਉਂਕਿ ਇੱਕ ਚੀਜ਼ ਮੈਂ ਹੋਰ ਦੱਸਦੇ ਆ ਜੇ ਤੁਸੀਂ ਆ ਮੈਪ ਵੀ ਦੇਖੋਗੇ ਨਾ ਇਹਦੇ ਇੱਧਰਲੇ ਪਾਸੇ ਆਪਣਾ ਪੈਸੀਫਿਕ ਓਸ਼ੀਅਨ ਆ। ਆਪਾਂ ਓਸ਼ੀਅਨ ਦੇ ਨਾਲ ਨਾਲ ਜਾ ਰਹੇ ਆ ਨਾ ਇੱਥੇ ਚਲੋ ਆ ਲੋਡ ਨਹੀਂ ਹੋ ਰਿਹਾ। ਸੋ ਓਸ਼ੀਅਨ ਦੇ ਨਾਲ ਨਾਲ ਜਾ ਰਹੇ ਆ। ਆ ਦੇਖੋ ਜੀ ਹੋ ਗਿਆ ਆ ਸਾਰਾ ਓਸ਼ੀਅਨ ਆ। ਤੁਸੀਂ ਮੋਰੇ ਡਰਾਈਵਿੰਗ 'ਚ ਧਿਆਨ ਰੱਖਿਓ। ਸੋ ਇੱਥੇ ਨਾ ਤਾਂ ਕਰਕੇ ਇੱਥੇ ਵੈਦਰ ਬਹੁਤ ਹੀ ਜ਼ਿਆਦਾ ਸੋਹਣਾ ਆ। ਜਿਹੜੇ ਵੀ ਅਸੀਂ ਮੇਰੇ ਖਿਆਲ 7ਵੀਂ 8ਵੀਂ 'ਚ ਪੜ੍ਹਦੇ ਹੁੰਦੇ ਸੀਗੇ ਵੀ ਜਿੱਥੇ ਸਮੁੰਦਰ ਹੁੰਦਾ ਆ ਉੱਥੇ ਨਾ ਹੀ ਬਹੁਤ ਗਰਮੀ ਹੁੰਦੀ ਹੈ ਤੇ ਨਾ ਹੀ ਬਹੁਤ ਠੰਡ ਹੁੰਦੀ ਹੈ। ਉਹ ਚੀਜ਼ ਐਕਚੁਅਲੀ ਅਸੀਂ ਹੁਣ ਹੰਡਾਉਂਦੇ ਆ। ਜਿੱਦਾਂ ਬੰਬੇ ਟਾਈਪ ਜਿੱਦਾਂ ਬੰਬੇ ਨਹੀਂ ਜਿੱਦਾਂ ਵੈਨਕੂਵਰ ਹੋ ਗਿਆ ਬੰਬੇ ਵੀ ਹੋ ਗਿਆ। ਹੁਣ ਤੁਸੀਂ ਤਾਂ ਹੁਣ ਦੋ ਚੀਜ਼ਾਂ ਅਫੈਕਟ ਕਰਦੀਆਂ ਇੱਕ ਸਮੁੰਦਰ ਦੇ ਨੇੜੇ ਦੂਸਰਾ ਪੇ ਤੁਹਾਡੀ ਜਿਹੜੀ ਭੂਗੋਲਿਕ ਸਥਿਤੀ ਸਹੀ ਸ਼ਬਦ ਯੂਜ਼ ਕੀਤਾ ਨਾ ਭੂਗੋਲਿਕ ਸਥਿਤੀ ਪਈ ਤੁਸੀਂ ਇਕੁਏਟਰ ਜਿਹੜੀ ਭੂਮੱਧ ਰੇਖਾ ਦੇ ਕਿੰਨੇ ਨੇੜੇ ਜਾਈ ਜਾ ਰਹੇ ਆ। ਹੁਣ ਕਰਦੇ ਸੀ ਨਾ ਭੂਮੱਧ ਰੇਖਾ ਤੇ ਸਾਰਾ ਸਾਲ ਸਿੱਧੀਆਂ ਕਿਰਨਾਂ ਪੈਂਦੀਆਂ ਫਿਰ ਸਿਆਲਾਂ ਨੂੰ ਇੱਕ ਕਰਕ ਰੇਖਾ ਇੱਕ ਮਕਰ ਰੇਖਾ ਰਾਈਟ। ਸੋ ਭਾਈ ਸਾਹਿਬ ਮੇਰੀ ਜਿਓਗ੍ਰਾਫੀ ਵਧੀਆ ਸੀਗੀ। ਕਿੱਥੋਂ ਕੱਢ ਕੇ ਲਿਆਂਦੇ ਭਾਜੀ ਆ ਭਾਰੇ ਸ਼ਬਦ ਸੌਖੇ ਤਰੀਕੇ ਨਾਲ ਸਮਝਾਓ। ਨਹੀਂ ਪਰ ਹੁਣ ਇਹ ਆ ਵੀ ਜਿੰਨਾ ਸਾਊਥ ਨੂੰ ਜਾਣਾ ਉਨੀ ਜ਼ਿਆਦਾ ਜਿਹੜੀ ਧਰਤੀ ਦੀ ਭੂਮੱਧ ਰੇਖਾ ਆ ਉਹਨੂੰ ਇਕੁਏਟਰ ਆ। ਪਰ ਪੰਜਾਬੀ ਨੂੰ ਪ੍ਰਮੋਟ ਕਿਸੇ ਹੋਰ ਨੇ ਆਗੇ ਕਰਨਾ ਨਹੀਂ ਤੁਸੀਂ ਕਰ ਰਹੇ ਹੋ ਨਾਲ ਭੂਮੱਧ ਰੇਖਾ ਨੂੰ ਵੀ ਦੱਸਦਾ ਨਾ। ਭੂਮੱਧ ਰੇਖਾ ਜਿਹੜੀ ਆ ਉਹਦੇ ਤੇ ਜਿੰਨੇ ਵੀ ਕੰਟਰੀ ਹੈਗੇ ਆ ਉਹ ਟ੍ਰੋਪੀਕਲ ਕੰਟਰੀ 'ਚ
ਆਉਂਦੇ ਆ। ਉੱਥੇ ਵੈਦਰ ਜਿਹੜਾ ਆ ਗਰਮ ਰਹਿੰਦਾ ਆ, ਉੱਥੇ ਜ਼ਿਆਦਾ ਟੂਰਿਸਟ ਅਟਰੈਕਸ਼ਨਸ ਹੁੰਦੀਆਂ। ਸੋ ਇਹ ਪੋਰਟਲੈਂਡ ਆ। ਉਹ ਦੇਖੋ ਜੀ ਹੁਣ 308 ਚੜਨ ਲੱਗੇ ਆ। ਮਤਲਬ ਹੁਣ ਤੁਸੀਂ ਲਾ ਲਓ ਵੀ 308 ਮੀਲ ਜਿਹੜਾ ਆ ਇਹ ਓਰੇਗਨ ਨੂੰ ਆਪਾਂ ਐਨ ਚੀਰਦੇ ਜਾਣਾ। ਸੋ ਇਹ ਐਗਜ਼ਿਟ ਨੰਬਰ 308 ਆਉਣ ਲੱਗਾ ਅਗਲਾ। ਮਤਲਬ ਵੀ ਅਗਲੀ ਸਟੇਟ ਦਾ ਓਰੇਗਨ ਸਟੇਟ ਦਾ ਪਹਿਲਾ ਐਗਜ਼ਿਟ, ਓਰੇਗਨ ਸਟੇਟ ਦਾ ਸਭ ਤੋਂ ਵੱਡਾ ਐਗਜ਼ਿਟ ਇਹ ਹੈ। ਓਰੇਗਨ ਦਾ ਪਹਿਲਾ ਐਗਜ਼ਿਟ ਹੋ ਗਿਆ ਇਸ ਪਾਸੇ, ਇਸ ਡਾਇਰੈਕਸ਼ਨ ਚੋਂ। ਹੁਣ ਕੈਲੀਫੋਰਨੀਆ ਤੋਂ 308 ਕਿਲੋਮੀਟਰ ਦੂਰ ਆ। ਕਿਲੋਮੀਟਰ ਨਹੀਂ, ਮਾਈਲ। ਹੁਣ ਆ ਦੇਖੋ, ਨਹੀਂ ਅਜੇ ਸਟਾਰਟ ਨਹੀਂ ਹੋਇਆ, ਵਿੱਚ ਜਾ ਕੇ ਸਾਈਨ ਹੋਣਾ ਯੂ ਆਰ ਐਂਟਰਿੰਗ ਓਰੇਗਨ। ਐਨ ਦਰਿਆ ਦੇ ਵਿਚਕਾਰ ਜਾ ਕੇ ਹੁਣ ਅਜੇ ਵੀ ਆਪਾਂ ਵਾਸ਼ਿੰਗਟਨ 'ਚ ਹੀ ਆ। ਦੇਖੋ ਜੀ ਆ ਗਏ ਕੋਲੰਬੀਆ ਰਿਵਰ, ਜਿਹੜਾ ਤੁਹਾਨੂੰ ਦੱਸਿਆ ਸੀ ਐਂਟਰਿੰਗ ਓਰੇਗਨ। ਆ ਦੇਖੋ ਜੀ ਹੁਣ ਆਪਾਂ ਓਰੇਗਨ ਸਟੇਟ ਦੇ ਵਿੱਚ ਆ ਗਏ ਆ। ਤਾਂ ਇਸ ਵੇਲੇ ਜਿਹੜੀ 50 ਦੀ ਸਪੀਡ ਆ, 50 ਕਿਲੋਮੀਟਰ ਨਹੀਂ, ਇਹ 50 ਮਾਈਲ ਦੀ ਸਪੀਡ ਹੈ ਜੀ। ਸੋ ਇਹ ਵੀ ਜਿਹੜੇ ਹੈਗੇ ਆ, ਤੁਸੀਂ ਇਹ ਦੇਖੋ ਬਈ ਇਹ ਬਹੁਤ ਬਿਊਟੀਫੁਲ ਆ। ਓਰੇਗਨ ਸਾਰੇ ਲੋਕਾਂ ਦਾ ਫੇਵਰਿਟ ਡੈਸਟੀਨੇਸ਼ਨ ਆ, ਕਿਉਂਕਿ ਟੈਕਸ ਜਿਹੜਾ ਆ ਆਮ ਸਟੇਟਾਂ ਦੇ ਵਿੱਚ ਇੱਥੇ 13% ਆ, 12-13% ਆ GST ਐਂਡ PST ਪਾ ਕੇ, ਔਰ ਇੱਥੇ 0 ਆ। ਮਤਲਬ ਕੁਝ ਵੀ ਹੋਟਲ 'ਚ ਜਾਣਾ, ਗੈਸ ਪਵਾਉਣੀ ਆ, ਕੱਪੜੇ ਲੈਣੇ ਆ, TV ਲੈਣੇ ਆ। ਸੋ ਇਹਦਾ ਬਹੁਤ ਵੱਡਾ ਬੈਨੀਫਿਟ ਹੁੰਦਾ। ਜੇ ਤੁਸੀਂ ਮਤਲਬ ਇੱਕ ਫੈਮਿਲੀ ਆ ਕੇ ਹਫਤਾ ਕੁ ਰਹਿ ਜਾਂਦੀ ਆ, ਤੁਸੀਂ 5-7 ਹਜ਼ਾਰ ਦਾ ਸਮਾਨ ਲੈ ਕੇ ਜਾ ਸਕਦੇ। ਚਾਰ ਦਾ ਕੰਮ ਕਰ ਕਿਵੇਂ ਚੱਲਦਾ ਉਹ ਫਿਰ ਟੈਕਸ ਬਿਨਾਂ ਕਲੈਕਟ ਕੀਤੇ ਲੋਕਾਂ ਨੂੰ? ਕਿਉਂਕਿ ਹੁਣ ਜਿੱਦਾਂ ਅਲਬਰਟਾ 'ਚ ਵੀ ਹੈ ਨਹੀਂ ਕਿ PST, ਠੀਕ ਹੈ ਨਾ ਜੀ। ਇਹ ਕਿਉਂਕਿ ਇਹਨਾਂ ਕੋ ਆਪਣੇ ਆਇਲ ਹੈਗੇ ਆ, ਜੋ ਹੋਰ ਚੀਜ਼ਾਂ ਹੈਗੀਆਂ ਇਹ ਜਿਹੜੇ ਮੇਰੇ ਨੋਟਿਸ ਦੇ ਵਿੱਚ ਜਦੋਂ ਆਪਾਂ ਟਰੱਕ ਚਲਾਉਂਦੇ ਹੁੰਦਾ ਸੀ ਮੈਂ, ਉਸ ਵੇਲੇ ਇਹ ਟਰੱਕਾਂ ਵਾਲਿਆਂ ਨੂੰ ਬਹੁਤ ਛਿੱਲ ਲਾਉਂਦੇ ਆ। ਉਹ ਪਰ ਮਾਲ ਦੇ ਕਾਫੀ ਜ਼ਿਆਦਾ ਚਾਰਜ ਕਰਦੇ ਸੀ, ਜਿਹੜਾ ਰੋਡ ਟੈਕਸ ਟਾਈਪ ਨਾ, ਫਿਊਲ ਟੈਕਸ ਕਹਿੰਦੇ ਸੀਗੇ ਉਹ। ਸੋ ਹੋਰ ਤਰੀਕੇ ਹੈਗੇ ਇਹਨਾਂ ਨੂੰ ਕਰਨ ਦੇ, ਪਰ ਲੋਕਾਂ ਨੂੰ ਅਟਰੈਕਟ ਕਰਨ ਲਈ ਇਹ ਓਰੇਗਨ ਜਿਹੜਾ ਆ ਹੁਣ 308 ਮੀਲ ਬਾਅਦ ਕਿਹੜੀ ਸਟੇਟ ਆਵੇਗੀ ਬੱਚਿਓ? ਕੈਲੀਫੋਰਨੀਆ। ਜਿੱਦਾਂ ਕੈਲੀਫੋਰਨੀਆ ਕਹਿੰਦੇ ਨਾ। ਹਾਂ ਲਓ ਜੀ। ਸੋ ਇਹ ਆਪਣਾ ਦੇਖਿਆ ਹਾਈਵੇ ਤੇ ਫਰਕ ਮਹਿਸੂਸ ਕਰ ਰਹੇ ਨਾ। ਹੁਣ ਡਿਫਰੈਂਸ ਆ ਗਿਆ ਜੀ। ਇੱਥੇ ਸੜਕ ਦਾ ਰੰਗ ਗੂੜਾ ਸੀਗਾ, ਇੱਥੇ ਫਿੱਕਾ ਪੈ ਗਿਆ। ਇਹ ਮੈਨੂੰ ਸੀਮੈਂਟਡ ਲੱਗਿਆ। ਬਿਲਕੁਲ ਸਹੀ ਆ ਗਿਆ, ਕਿਉਂਕਿ ਟਾਇਰਸ ਦੀ ਟ੍ਰੈਕਸ਼ਨ ਹੀ ਹੋਰ ਹੋ ਗਈ। ਬਿਲਕੁਲ ਸਹੀ। ਸੋ ਮਤਲਬ ਇਹ ਜਹਾਜ਼ ਦਾ ਰਨਵੇ ਟਾਈਪ। ਇਹ ਉਹ ਸੜਕਾਂ ਨੇ ਜਿਹੜੀਆਂ ਮੈਨੂੰ ਪਤਾ ਕੀ ਕਹਿਣ ਲੱਗੇ, ਮਤਲਬ ਬੰਬ ਸੁੱਟਿਆ ਵੀ ਨਹੀਂ। ਮੈਂ ਨਹੀਂ ਕਹਿਣਾ, ਬਿਲਕੁਲ ਕੁਝ ਨਹੀਂ ਹੁੰਦਾ। ਮੈਂ ਕੁਝ ਨਹੀਂ ਕਹਿਣਾ ਜੀ। ਇਹ ਮੇਰੇ ਇਹ ਉਹ ਸਟੇਟ ਹੈ ਭਾਜੀ ਜਿੱਥੇ ਆਪਾਂ ਜਾ ਰਹੇ ਹਾਂ, ਜਿਹਨੂੰ ਪੰਜਾਬ ਬਹੁਤ ਸਾਰੇ ਨੇਤਾ ਬਣਾਉਣਾ ਚਾਹੁੰਦੇ ਆ। ਉਹ ਆਉਣੀ ਹੈ ਭਾਜੀ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ। ਅਸੀਂ ਇਹਨਾਂ ਨੂੰ ਕੈਲੀਫੋਰਨੀਆ ਬਣਾਉਣੇ ਆ। 307 ਮੀਲ ਬਾਅਦ ਆਪਾਂ ਉਹ ਸਟੇਟ ਵੀ ਦਿਖਾਇਆ ਉੱਥੇ ਖੜ ਕੇ। ਬਟ ਬਹੁਤ ਬਿਊਟੀਫੁਲ ਆ। ਇੱਥੇ ਓਰੇਗਨ ਦੇ ਵਿੱਚ ਆਪਣੀ ਪਾਪੂਲੇਸ਼ਨ, ਜਦ ਓਰੇਗਨ ਦੀ ਪਾਪੂਲੇਸ਼ਨ ਬਹੁਤ ਘੱਟ ਆ। ਇੱਕ ਤੁਹਾਨੂੰ ਹੋਰ ਦੱਸ ਦਈਏ, ਓਰੇਗਨ ਬਹੁਤ ਜ਼ਿਆਦਾ ਆਪਣੇ ਇੰਡੀਆ ਦੇ ਵਿੱਚ ਮਸ਼ਹੂਰ ਇਸ ਕਰਕੇ ਆ ਵੀ ਇੱਥੇ ਆਚਾਰੀਆ ਰਜਨੀਸ਼ ਜਿਹੜੇ ਓਸ਼ੋ, ਜਿਹੜਾ ਉਹਨਾਂ ਦਾ ਪਿੰਡ ਵਸਾਇਆ ਸੀਗਾ, ਉਹ ਓਰੇਗਨ ਸਟੇਟ ਦੇ ਵਿੱਚ ਹੀ ਸੀਗਾ। ਉਹ ਵੀ ਕਦੇ ਟਾਈਮ ਲੱਗਿਆ ਤਾਂ ਜ਼ਰੂਰ ਆਪਾਂ ਦਿਖਾਵਾਂਗੇ। ਸੋ ਓਰੇਗਨ ਦੇ ਵਿੱਚ ਜਿਹੜਾ ਉਹ ਸੀਗਾ ਐਂਟੋਲੂਪ ਕੁਛ ਇਹੋ ਜਿਹਾ ਸੀਗਾ, ਜੇ ਮੈਂ ਮਿਸਟੇਕ ਨਹੀਂ ਕਰਦਾ। ਸੋ ਇਹ ਉਹ ਓਰੇਗਨ ਸਟੇਟ ਆ ਜਿੱਥੇ ਓਸ਼ੋ ਦਾ ਰਾਜ ਆਲਮੋਸਟ ਚੱਲਦਾ ਸੀਗਾ, ਅੱਜ ਤੋਂ ਕਈ ਦਹਾਕੇ ਪਹਿਲਾਂ। ਠੀਕ ਹੈ ਜੀ। ਸੋ ਹੁਣ ਫਾਈਨਲੀ ਅਸੀਂ ਹੁਣ ਓਰੇਗਨ ਐਂਟਰ ਕਰ ਗਏ ਆ। ਮੇਰੇ ਖਿਆਲ ਅਗਲੀ ਹੁਣ ਅਟਰੈਕਸ਼ਨ ਇੱਥੇ ਪੋਰਟਲੈਂਡ ਸ਼ਹਿਰ ਆਏਗਾ। ਨਹੀਂ, ਪੋਰਟਲੈਂਡ ਲੰਘ ਗਏ ਭਾਜੀ। ਆ ਪੋਰਟਲੈਂਡ ਹੀ ਸੀਗਾ, ਜਿਹੜੇ ਆ ਪੋਰਟਲੈਂਡ ਹੀ ਆ। ਇਹ ਸ਼ਹਿਰ ਅਸੀਂ ਹੁਣ ਪੋਰਟਲੈਂਡ ਹੀ ਲੰਘੇ। ਪੋਰਟਲੈਂਡ ਜਦੋਂ ਬ੍ਰਿਜ ਲੰਘਿਆ ਤਾਂ ਪੋਰਟਲੈਂਡ ਹੀ ਆ। ਇਸ ਤੋਂ ਅਗਲੀ ਆਪਣੀ ਕੀ ਅਟਰੈਕਸ਼ਨ ਕੀ ਹੋਊਗੀ? ਜਿਹੜੀ ਇਸ ਤੋਂ ਅਗਲਾ ਤਾਂ ਆਪਣਾ ਮੈਡਫੋਰਡ ਹੀ ਆਉਣਾ। ਜਿਹੜਾ ਮੈਡਫੋਰਡ ਇੱਥੋਂ 307 ਮੀਲ ਬਾਅਦ ਆਉਣਾ। ਮਤਲਬ ਆਲਮੋਸਟ ਕੈਲੀਫੋਰਨੀਆ ਦੇ ਐਕਸ ਬਾਰਡਰ। ਉਹ ਤਾਂ ਕੈਲੀਫੋਰਨੀਆ ਦੇ ਬਾਰਡਰ ਤੇ ਹੀ ਹੈ। ਜਿੱਦਾਂ ਪੋਰਟਲੈਂਡ ਵਾ ਇਦਾਂ ਮੈਡਫੋਰਡ ਵਿੱਚ ਹੁਣ 15 ਕੁ ਮੀਲ ਪਹਿਲਾਂ ਆ ਜਾਣਾ। ਓਕੇ। ਤੁਸੀਂ ਯਾਰ ਦਾਤ ਤਾਂ ਦਿਓ, ਨੌਲੇਜ ਦੀ ਦਾਤ ਦਿਓ। ਮੈਂ ਤੇ ਹੈਰਾਨ ਹੀ ਹੋ ਰਿਹਾ ਜੇ ਨਾ। ਦਾਤ ਤੇ ਮੈਂ ਹੈਰਾਨ ਹੋਣ ਤੋਂ ਬਾਅਦ ਚ ਦਵਾਂਗਾ ਨਾ। ਅਜੇ ਮੈਂ ਹੈਰਾਨ ਤੇ ਹੋਵਾਂ ਬੋਲ ਕੇ। ਸਹੀ ਗੱਲ। ਇਸ ਤੋਂ ਅੱਗੇ ਜਾ ਕੇ ਤੁਹਾਨੂੰ ਹੋਰ ਦੱਸਦੀ ਹੈ ਜਿਹੜੀ ਓਰੇਗਨ ਸਟੇਟ ਆ, ਇੱਥੇ ਇੱਕ ਸਟੋਰ ਆ, ਉਹਦਾ ਨਾਮ ਫਰਾਈਜ਼ ਆ। FRYS। ਉਹ ਬੰਦਾ ਕਹਿੰਦਾ ਫਰਾਈਜ਼ ਇਹ ਕੋਈ ਰੈਸਟੋਰੈਂਟ ਹੋਣਗੇ। ਇਹ ਰੈਸਟੋਰੈਂਟ ਨਹੀਂ ਹੈ, ਇਲੈਕਟ੍ਰੋਨਿਕ ਸਟੋਰ ਆ। ਇਹ ਮੇਰੇ ਬਹੁਤ ਫੇਵਰੇਟ ਆ। ਇਹ ਇੱਕ ਸਟੇਟ ਦੇ ਵਿੱਚ ਇੱਕੋ ਹੀ ਸਟੋਰ ਆ। ਜਿਹੜਾ ਫਰਾਈਜ਼ ਵਾ ਇੱਕ ਵਾਸ਼ਿੰਗਟਨ ਚ ਆ, ਐਂਡ ਇੱਕ ਜਿਹੜਾ ਹਾਈ ਫਾਈਵ ਤੇ ਇੱਧਰ ਪੈਂਦਾ, ਓਰੇਗਨ ਚ ਪੈਂਦਾ। ਮਤਲਬ ਉਹ ਸਟੋਰ ਜੇ ਕੋਈ ਬੰਦੇ ਨੇ ਕਦੇ ਵੀ ਇੱਕ ਫਰਕ ਹੋਏਗਾ। ਹਾਂਜੀ, ਇੱਥੇ ਟੈਕਸ ਨਹੀਂ ਲੱਗਿਆ। ਇਹੀ ਫਰਕ ਮੈਂ ਦੱਸਣਾ ਚਾਹੁੰਦਾ ਸੀਗਾ। ਪਰ ਇਹਦੀ ਬਿਊਟੀ ਇਹ ਹੈ ਜੀ ਵੀ ਇੱਥੇ ਆ ਕੇ ਜਦੋਂ ਤੁਸੀਂ ਦੇਖਦੇ ਆ ਨਾ, ਤਾਂ ਤੁਹਾਨੂੰ ਮਤਲਬ ਲੱਗਦਾ ਵੀ
ਭਈ ਬਹੁਤ ਹੀ ਕਮਾਲ ਦਾ ਸਟੋਰ ਆ। ਜਿਹੜੀਆਂ ਚੀਜ਼ਾਂ ਤੁਹਾਨੂੰ ਕਿਸੇ ਹੋਰ ਸਟੋਰ 'ਚੋਂ ਨਹੀਂ ਮਿਲਣਗੀਆਂ, ਇਲੈਕਟ੍ਰੋਨਿਕ ਦਾ ਹਰ ਚੀਜ਼ ਤੁਹਾਨੂੰ ਮਿਲੇਗੀ ਔਰ ਬਹੁਤ ਹੀ ਇਲੈਕਟ੍ਰੋਨਿਕ ਦਾ good ਸ਼ੌਕੀਨ ਹੈ, ਗੈਜਟਸ ਦਾ, ਕੋਈ ਨਵੇਂ ਇਕਵਿਪਮੈਂਟਸ ਦਾ, ਚਾਹੇ ਕੋਈ ਵਲੌਗਸ ਕਰਦਾ ਆ, ਚਾਹੇ ਕੋਈ ਹੋਰ ਸ਼ੂਟ ਕਰਦਾ ਆ, ਸੋ ਉਹਦੇ ਲਈ ਵੇਖਣ ਵਾਲੀ ਚੀਜ਼ ਹੋ ਸਕਦੀ ਹੈ। ਉਹਦੇ ਲਈ ਤਾਂ ਇਹ ਕਹਿ ਲਓ ਭਈ ਇਹਦੇ ਲਈ ਤਾਂ FRIES ਨੋ FRYS ਓਕੇ। ਉਹ ਮਤਲਬ ਉਹ ਕਦੇ ਵੀ ਮਿਸ ਨਹੀਂ ਕੀਤਾ ਜਾ ਸਕਦਾ। ਉਹ ਜਿਹੜਾ ਆਉਣਾ ਆ ਆਪਾਂ ਅਗਲੇ ਇੱਥੋਂ 20 ਮੀਲ ਐਗਜ਼ਿਟ ਤੇ ਆਉਣਾ ਆ। ਕੀ ਆਪਾਂ ਮਿਸ ਕਰ ਰਹੇ ਇਸ ਵਾਰੀ? ਨਹੀਂ ਆਪਾਂ ਆਉਂਦੇ ਹੋਏ ਰੁਕਾਂਗੇ, ਆਉਂਦੇ ਹੋਏ ਆਪਾਂ ਦਿਖਾਵਾਂਗੇ। ਔਰ ਉੱਥੋਂ ਨਾਲੇ ਇੱਥੇ ਨਾ ਵੁੱਡਬਰਨ ਏਰੀਆ ਆ, ਉੱਥੇ ਜਿੱਥੇ ਆਊਟਲੈਟ ਸਟੋਰ ਆ ਜਿਹੜੇ ਬੈਸਟ। ਜੇ ਕੋਈ ਬੰਦਾ ਵੈਨਕੂਵਰ ਆਇਆ ਤਾਂ ਉਹ ਤਾਂ ਸਪੈਸ਼ਲ ਗੇੜਾ ਮਾਰੇ ਵੁੱਡਬਰਨ ਆਊਟਲੈਟ ਸੈਂਟਰ ਆ, ਪ੍ਰੀਮੀਅਮ ਆਊਟਲੈਟ। ਸੋ ਉਹ ਮਿਸ ਨਹੀਂ ਕੀਤੇ ਜਾ ਸਕਦੇ। ਮੈਂ ਤੁਹਾਨੂੰ ਉਹ ਦਿਖਾਉਣਾ ਪਈ, ਅੱਗੇ ਜਾ ਕੇ ਆ ਜਾਣੇ ਆ ਉੱਥੇ ਵੀ, ਕਿਉਂਕਿ ਸ਼ਾਪਿੰਗ ਤੁਸੀਂ ਮਤਲਬ ਮੰਨ ਲਓ 1000 ਦੀ ਸ਼ਾਪਿੰਗ ਕੀਤੀ ਤਾਂ ਤੁਹਾਡੇ ਸਿੱਧੇ $130 ਤਾਂ ਬਚ ਗਏ। ਮਤਲਬ ਤੁਹਾਡਾ ਗੈਸ ਦਾ ਖਰਚਾ ਚਲੋ ਆਪਣਾ ਤਾਂ ਹੈ ਹੀ ਨਹੀਂ ਔਰ ਹੋਟਲ ਫ੍ਰੀ ਆ ਜਾਂਦਾ। ਠੀਕ ਹੈ ਜੀ। ਆਹ ਦੇਖੋ ਜੀ, ਆਹ ਡਬਲ ਬ੍ਰਿਜ ਉਹ ਵੀ ਜਾ ਰਹੇ ਨੇ, ਪੋਰਟਲੈਂਡ ਵੀ। ਔਰ ਕਿੰਨੇ ਉੱਪਰ 1 2 3 4 5 ਇੱਥੇ ਉਹ ਡਬਲ ਹੀ ਹੈ। ਜਦੋਂ ਆਪਣੇ ਐਲੈਕਸ ਫਰੇਜ਼ਰ ਜਾਂ ਹੋਰ ਆ ਨਾ ਕਹਿੰਦੇ ਇਹਨੂੰ ਹੋਰ ਚੌੜਾ ਕਰੋ, ਚੌੜਾ ਕੀ ਡਬਲ ਕਰ ਦਿਓ। ਉਹ ਦੇਖੋ ਜੀ ਕਿੰਨਾ ਉੱਪਰ ਥੱਲੇ ਦੇਖਿਆ ਨਾ 2 ਮੰਜ਼ਲੀ। ਸੋ ਡਬਲ ਟ੍ਰੈਫਿਕ ਲੰਘ ਜਾਂਦਾ ਹੈ। ਮਤਲਬ ਉਹਨੂੰ ਚੌੜਾ ਕਰਨ ਦੀ ਲੋੜ ਹੀ ਨਹੀਂ ਬ੍ਰਿਜ ਨੂੰ ਡਬਲ ਕਰਕੇ ਜਿੱਦਾਂ ਨਹੀਂ ਪਹਿਲੇ ਪਲਾਨ ਕੀਤਾ ਆ ਵੀ ਉਹ ਕਮਾਲ ਦੇ। ਠੀਕ ਹੈ ਨਾ ਜੀ। ਇਹ ਤੁਸੀਂ ਡਬਲ ਟ੍ਰਿਪਲ ਜੋ ਮਰਜ਼ੀ ਕਰੀ ਚਲੋ, ਬਿਲਡਿੰਗਾਂ ਦਾ ਤੁਸੀਂ 100 ਮੰਜ਼ਲੀ ਵੀ ਦੁਨੀਆ 'ਚ ਪਾਈ ਜਾਂਦੇ ਆ, ਰਾਈਟ। ਸੋ ਹਰ ਬ੍ਰਿਜ ਨੂੰ ਉਸ ਹਿਸਾਬ ਨਾਲ ਬਣਾਇਆ ਜਾਵੇ। ਭਾਵੇਂ ਮੇਰੇ ਲਈ ਇਹ ਚੀਜ਼ ਬਹੁਤ ਨਵੀਂ ਆ ਜੀ। ਕਿਹੜੀ? ਵੀ ਜਿਹੜੇ ਬ੍ਰਿਜਸ ਡਬਲ ਦੇਖੇ ਨੇ। ਡਬਲ, ਹਾਂ ਤੁਸੀਂ ਹੁਣ ਦੇਖ ਲਈ ਕਮਾਲ ਦੀ ਚੀਜ਼ ਆ, ਕਮਾਲ ਡਬਲ ਬ੍ਰਿਜ, ਅਮੇਜ਼ਿੰਗ। ਜਿਹੜੇ ਬੰਦੇ ਨੇ ਮੇਰੇ ਖਿਆਲ ਅਮਰੀਕਾ ਤੋਂ ਇਲਾਵਾ ਸ਼ਾਇਦ ਮੈਂ ਦੇਖਿਆ ਭਾਜੀ, ਹਾਂ ਬਹੁਤ ਘੱਟ ਹੋਣਗੇ, ਵੀ ਨਹੀਂ ਹੋਣਗੇ, ਬਹੁਤ ਘੱਟ। ਹਾਂਜੀ ਬਿਲਕੁਲ ਸੜਕਾਂ ਹੀ ਡਬਲ ਹੈ। ਅੱਛਾ, ਫਿਰ ਤਾਂ ਹੁਣ ਅਗਲਾ ਟ੍ਰਿਪ ਫਿਰ ਉੱਥੇ ਦਾ ਲਾਉਣਾ ਪੈਣਾ ਬ੍ਰਿਜਸ ਕਰਕੇ। ਲਓ ਜੀ, ਅਸੀਂ ਸਪਰਿੰਗਫੀਲਡ ਆ ਗਏ ਆ, ਹੁਣੇ ਐਗਜ਼ਿਟ ਨਿਕਲਿਆ। ਐਗਜ਼ਿਟ ਨੰਬਰ ਹੈਗਾ ਆ 195 ਆਲਮੋਸਟ 350 ਤੋਂ 400 ਕਿਲੋਮੀਟਰ ਸਫ਼ਰ ਵੀ ਮੁੱਕ ਗਿਆ ਹੁਣ। ਮਤਲਬ ਕਿਸੇ ਨੇ ਸਫ਼ਰ ਗੱਡੀ ਚਲਾ ਕੇ ਕੱਢ ਲਿਆ, ਕਿਸੇ ਨੇ ਸਫ਼ਰ ਸੌਂ ਕੇ ਕੱਢ ਲਿਆ। ਮੈਂ ਪਿੱਛੇ ਨੂੰ ਹੱਥ ਨਹੀਂ ਕਰਦਾ, ਪਰ ਸਫ਼ਰ ਨਿਕਲ ਗਿਆ। ਮਤਲਬ ਕੁੱਲ ਮਿਲਾ ਕੇ ਸਾਰਿਆਂ ਦਾ ਮੈਂ ਇਨਸਪੀਰੇਸ਼ਨ ਤੇਰੇ ਤੋਂ ਲਿਆ। ਪਿਛਲਾ ਸਟਾਪ ਆਇਆ ਸੀ ਤੇ ਉਦੋਂ ਤੂੰ ਸੁੱਤਾ ਹੋਇਆ ਸੀ, ਯਾਦ ਕਰ। ਲਓ ਜੀ, ਹੁਣ ਜਿਹੜਾ ਇਹ ਆ ਸਾਨੂੰ ਇਹਨੇ ਆਪਾਂ ਨੂੰ ਚਾਰਜਿੰਗ ਸਟੇਸ਼ਨ ਤੇ ਲੈ ਜਾਣਾ ਆ। ਸੋ ਜਿਹੜਾ ਇਹ ਚਾਰਜਿੰਗ ਸਟੇਸ਼ਨ ਆ ਇਹ ਟੈਸਲਾ ਸੁਪਰ ਚਾਰਜਰ ਆ। ਇੱਥੇ ਉਹ ਆਈ ਹੌਪ ਵੀ ਹੈਗਾ ਆ ਕਿ ਕੁਝ ਖਾਣਾ ਪੀਣਾ ਵੀ ਆ, ਰੈਸਟੋਰੈਂਟ ਵਗੈਰਾ ਕਾਫੀ ਵਧੀਆ ਹੈਗੇ। ਬੈਸਟ ਚੀਜ਼ ਆ। ਅਸੀਂ ਨਾਰਮਲੀ ਜਦੋਂ ਦੂਜੀਆਂ ਗੱਡੀਆਂ 'ਚ ਜਾਈਦਾ ਨਾ, ਹਾਂਜੀ, ਇੱਕ ਸਟਾਪ ਪਹਿਲਾਂ ਮਾਰੀਦਾ ਤੇਲ ਪਵਾਉਣ ਲਈ। ਬਿਲਕੁਲ ਸਹੀ। ਉਦੋਂ ਨਾਲ ਪਹਿਲਾਂ ਤੇਲ ਪਵਾਈਦਾ, ਫਿਰ ਵਾਸ਼ਰੂਮ ਜਾਈਦਾ, ਕਿਸੇ ਨੇ ਡਰਿੰਕ ਲੈਣੀ, ਕਿਸੇ ਨੇ ਕੁਝ ਕਰਨਾ, 15-20 ਮਿੰਟ ਲਾ ਜੀਦੇ। ਬਿਲਕੁਲ ਸਹੀ। ਉਸ ਤੋਂ ਬਾਅਦ ਅਗਲਾ ਸਟਾਪ ਲੱਭੀਦਾ ਵੀ ਹੁਣ ਕਿਤੇ ਕੁਝ ਖਾਈਏ। ਸਹੀ ਗੱਲ। ਹੁਣ ਰੈਸਟੋਰੈਂਟ ਲੱਭੀਏ ਪਹਿਲਾਂ, ਫਿਰ ਕੁਝ ਖਾਈਏ ਕਿਤੇ। ਹੁਣ ਇਹ ਦੇਖੋ ਤੁਸੀਂ, ਇਹਨਾਂ ਨੇ ਟੈਸਲਾ ਨੇ ਕਿੱਡੇ ਸਮਾਰਟਲੀ ਬਣਾਏ ਹੀ ਉੱਥੇ ਨੇ। ਹਾਂਜੀ, ਵੀ ਜਿੱਥੇ ਲਾਗੇ ਬੰਨੇ ਕੁਛ ਨਾ ਕੁਛ ਖਾਣ ਪੀਣ ਨੂੰ ਵੀ ਨਾਲ ਹੀ ਹੁੰਦਾ ਹੈ ਆਲਮੋਸਟ। ਇਹ ਆਪਾਂ ਵੀ ਚੂਜ਼ ਕਰ ਲਈਦਾ ਉਹ ਜਿਹੜੇ ਵੀ ਸੁਪਰ ਚਾਰਜਰ ਇੱਥੋਂ ਲੈਫਟ ਕਰਨਾ। ਤੁਸੀਂ ਇਹ ਦੇਖ ਲਓ ਹੁਣ ਆਈ ਹੌਪ ਆ, ਇਹ ਬਹੁਤ ਵਧੀਆ। ਡੈਨੀਜ਼ ਆ, ਮੈਕਡੋਨਲਡਸ ਆ, ਇੱਧਰ ਗੈਸਟ ਹਾਊਸ ਨੇ, ਸਾਰਾ ਕੁਝ। ਮਤਲਬ ਉਹ 5 ਗਾਇਜ਼। ਹੁਣ ਆਪਾਂ ਇੱਥੇ ਲੰਚ ਵੀ ਕਰ ਲੈਣੇ ਆ। ਲੰਚ ਕਰਕੇ ਗੱਡੀ ਨੇ ਵੀ ਲੰਚ ਕਰ ਲੈਣਾ। ਹਾਂਜੀ, ਸਾਰਾ ਹੀ ਇਹ। ਹੁਣ ਇਹ ਨਾਲੇ ਆਪਾਂ ਨਾ ਜਿਸ ਵੇਲੇ ਆਈਦਾ ਆ, ਇਹ ਆਪਾਂ ਕਿਉਂਕਿ ਕੈਲੀਫੋਰਨੀਆ ਤੋਂ ਹੁਣ ਆਉਂਦੇ ਰਹਿਣਾ ਆ, ਇਹ ਨੋਟ ਕਰ ਲਈਦੇ ਵੀ ਇੱਥੇ ਆਪਾਂ ਰੁਕਾਂਗੇ, ਇੱਥੇ ਆਹ ਚੀਜ਼ਾਂ ਹੈਗੀਆਂ, ਪੱਕੇ ਅੱਡੇ ਬਣ ਜਾਂਦੇ। ਹਾਂਜੀ, ਹੁਣ ਤੁਸੀਂ ਆਹ ਦੇਖਿਓ ਜੀ, ਇੱਥੇ ਆ ਕੇ ਇਸ ਵੇਲੇ ਦੱਸ ਰਹੇ ਨੇ ਵੀ 4 ਅਵੇਲੇਬਲ ਹੈਗੇ ਆ, ਜਿਹੜੇ 4 ਚਾਰਜਿੰਗ ਸਟੇਸ਼ਨ ਅਵੇਲੇਬਲ ਹੈਗੇ ਆ। ਤੁਸੀਂ ਆਹ ਦੇਖਿਓ ਜੀ ਕਿੱਥੇ ਹੋਣਗੇ। ਕੰਫਰਟ ਸਟਰੀਟ ਉਹ ਸਾਹਮਣੇ। ਹੋਲੀਡੇ ਦੀ ਪਾਰਕਿੰਗ ਦੇ ਵਿੱਚ। ਵਾਹ ਜੀ ਵਾਹ। ਮੈਂ ਇੱਥੇ ਪਹਿਲਾਂ ਵੀ ਆ ਚੁੱਕਾ ਹਾਂ ਜੀ। ਇਹ ਪਰਲੇ ਪਾਸੇ ਵੀ ਹੈਗੇ ਇਹਦੇ, ਉਹ ਪਰਲੇ ਪਾਸੇ ਵੀ। ਅੱਛਾ। ਬਟ ਮੈਨੂੰ ਲੱਗਦਾ ਇੱਧਰ ਵੀ ਆ ਔਰ ਪਰਲੇ ਪਾਸੇ ਵੀ ਆ, ਜੇ ਮੈਂ ਮਿਸਟੇਕ ਨਹੀਂ ਕਰ ਰਿਹਾ। ਉਹ ਸਾਹਮਣੇ ਉਹ ਪਰਲੀ ਪਾਰਕਿੰਗ 'ਚ ਵੀ ਹੈ। ਉਹ ਦੇਖਿਆ ਭਾਈ ਸਾਹਿਬ, ਮੈਂ ਤੁਹਾਨੂੰ ਦੱਸਿਆ ਸੀ ਨਾ, ਦਾਤ ਚਾਹਾਂਗਾ। ਠੀਕ ਹੈ। ਅੱਛਾ, ਉਹ ਕਹਿੰਦੇ ਸੀ ਲਾਸਟ ਵਾਲੇ ਤੇ ਲਾਈਏ ਫਿਰ, ਹਨਾ? ਜਿੱਥੇ ਮਰਜ਼ੀ ਲਾਓ, ਜਗ੍ਹਾ ਛੱਡ ਕੇ। ਹਾਂ, ਸੌਖਾ ਰਵਾਂਗੇ। ਆ ਦੇਖੋ ਪਰਲੇ ਪਾਸੇ ਵੀ ਹੈ, ਇੱਧਰ ਵੀ ਆ। ਜੇ ਤੁਹਾਡੇ ਕੋਲ ਤੁਸੀਂ ਕਿਤੇ ਵੀ ਟੈਸਲਾ ਚਾਰਜ ਕਰੋ, ਤੁਹਾਨੂੰ ਲੱਗੇ ਵੀ ਨਾਲ ਦਾ ਵਿਹਲਾ ਆ, ਸੋ ਗੱਡੀ ਨਾਲ ਗੱਡੀ ਜੋੜ ਕੇ ਨਹੀਂ ਲਾਉਣਾ। ਇਨਸਟਰਕਸ਼ਨਸ ਦੇ ਵਿੱਚ ਪੜਿਆ ਸੀਗਾ, ਉਹ ਕਹਿੰਦੇ ਫਾਇਦਾ ਵੀ ਥੋੜਾ ਜਿਹਾ ਹੋ ਸਕਦਾ ਵੀ ਉਹ ਪਾਵਰ ਸ਼ੇਅਰ ਕਰਦਾ ਹੋਵੇ।
ਠੀਕ ਹੈ ਜੀ। ਆ ਦੇਖਿਓ ਜੀ, ਹੁਣ ਆਪਾਂ ਨੇ ਇਹ ਲਾ ਦੇਣਾ ਤਾਂ ਮੈਂ ਨਿਕਲ ਕੇ ਪਾਵਰ ਲਾ ਦੇਣੀ ਆ। 10 ਲਾਵੇਗਾ ਇਸ ਵਾਰੀ। 10 ਲਾਵੇਗਾ, ਹੋਰ ਪਿੱਛੇ ਕਰ ਲਾ, ਹੋਰ ਕਰ ਲਾ, ਕੋਈ ਨਹੀਂ ਜੱਤੀ ਹੁੰਦੀ ਆ ਇਹ ਬਸ। ਲਓ ਜੀ ਪਾਰਕਿੰਗ ਲਾਈ। ਹੁਣ ਆਪਾਂ ਪਾਰਕ ਬਟਨ ਦੱਬਿਆ ਤਾਂ ਆਪਾਂ ਗੱਡੀ ਚੋਂ ਆ ਗਏ ਬਾਹਰ। ਗਾਰਬੇਜ ਕੱਢ ਦਿਆਂਗੇ। ਇੱਥੇ ਵੈਸੇ ਹੁੰਦੇ ਨਹੀਂ ਗਾਰਬੇਜ ਰੱਖਣ ਲਈ ਵੀ। ਆ ਲਓ ਜੀ ਗੱਡੀ ਸਾਡੀ ਆ ਗਈ ਏ। ਜੋਗਰਾਜ ਚੱਲਿਆ, ਕੱਢ ਲਈ ਇਹਨੂੰ, ਕੱਢ ਕੇ ਨੇੜੇ ਕਰਕੇ ਬਟਨ ਦੱਬਿਆ, ਆਪੇ ਖੁੱਲ ਗਿਆ ਤਾਂ ਆ ਲਾ ਲਿਆ। ਤੇ ਕਿੰਨੇ ਸੈਕਿੰਡ ਲੱਗੇ? 5 ਸੈਕਿੰਡ। ਭਾਜੀ 5 ਮੈਨੂੰ ਲੱਗਦਾ ਜੇ ਤੁਸੀਂ ਗਿਣ ਲੱਗ ਜਾਓਗੇ ਤਾਂ ਸ਼ਾਇਦ ਜ਼ਿਆਦਾ ਹੋ ਜਾਣ ਪ੍ਰੈਕਟੀਕਲੀ ਜਦੋਂ ਫਿਰ ਆਪਾਂ ਚਾਬੀ ਕੱਢ ਕੇ ਤਾਂ ਆਪਾਂ ਚੱਲ ਜਾਣਾ। ਪੰਪ ਦਾ ਮੀਟਰ ਸੈੱਟ ਕਰਨ ਚ ਲੱਗ ਜਾਂਦਾ। ਨਹੀਂ ਸਵਾਈਪ ਵੀ ਨਹੀਂ ਹੁੰਦਾ। ਸਵਾਈਪ ਵੀ ਨਹੀਂ ਕਰਦੇ ਆ ਵੀ ਅਗਲਾ ਬੰਦਾ ਤੇਲ ਪਵਾ ਲੇ। ਕਾਰਡ ਕੱਢੋ, ਸਵਾਈਪ ਵੀ ਨਹੀਂ ਕਰ ਹੁੰਦਾ ਇੰਨੇ ਚਰਚ ਦਾ ਕਾਰਡ। ਆ ਗਲਾਸ ਦੇ ਦਿਓ। ਆਪਾਂ ਕਰ ਲੈਂਦੇ ਹਾਂ। ਹੁਣ ਤੁਸੀਂ ਦੇਖਿਓ ਇੱਥੇ ਆਪਾਂ ਨੂੰ ਇਹਨੇ ਪਤਾ ਲੱਗ ਜਾਣਾ। 1 ਸੈਕਿੰਡ ਤੁਹਾਨੂੰ ਦਿਖਾਉਂਦੇ ਆ ਕਿ ਇਸ ਵੇਲੇ ਕਿੰਨਾ ਹੈ। 250 ਵਾਟ ਦਾ, 250 ਕਿਲੋਵਾਟ। ਹਾਂਜੀ ਆਹ ਦੇਖੋ ਜੀ ਇੱਥੇ ਆਪਣੇ ਕੋਲ ਆ ਗਈ ਆ। ਇਹ ਹੁਣ ਇਸ ਵੇਲੇ ਇਹ ਦੱਸ ਰਹੇ ਨੇ ਆ ਜਿਹੜੀ ਸਪੀਡ ਆ ਵੀ ਕਿੰਨੀ ਸਪੀਡ ਦੇ ਨਾਲ ਚਾਰਜਿੰਗ ਸ਼ੁਰੂ ਹੋ ਗਈ। ਇਹ ਅਗੇਨ ਇਹ ਮਾਈਲਸ ਨੇ, ਨਾਟ ਕਿਲੋਮੀਟਰਸ। ਸੋ ਇਹ ਆਪਣੀ ਇਸ ਵੇਲੇ 242 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚਾਰਜ ਹੋ ਰਹੀ ਆ। ਤਾਂ ਇਹ 16-17 ਸੈਂਟ ਆਪਣੀ ਕਾਸਟ ਵੀ ਆ ਗਈ ਆ। ਔਰ ਕਿੰਨੇ ਮੀਲ ਮਿਲੇ ਨੇ ਆਪਾਂ ਨੂੰ? 2 ਮੀਲ ਆਲਰੇਡੀ ਮਿਲ ਗਏ ਨੇ ਜੀ। ਬੰਦੇ ਗਏ ਨੇ ਖਾਣ ਪੀਣ ਲਈ, ਤਾਂ ਮੈਂ ਵੀ ਜਾਵਾਂ ਮਗਰ। ਦੇਖੋ ਕਿੱਥੇ ਪਹੁੰਚੇ। ਲਓ ਜੀ ਆਪਾਂ ਨਾ ਹੁਣ ਕਹਿੰਦੇ ਸੀ ਅਮਰੀਕਨ ਖਾਣਾ, ਕੁਝ ਡਿਫਰੈਂਟ ਖਾਣਾ ਜਿਹੜਾ ਆਪਣੇ ਕੈਨੇਡਾ ਦੇ ਵਿੱਚ ਨਹੀਂ ਹੈਗਾ। ਆ ਅਸੀਂ ਲੱਭ ਲਿਆ ਇੱਥੇ ਜੈਕ ਇਨ ਦਾ ਬਾਕਸ। ਇਹ ਤਾਂ ਮੇਰਾ ਬਹੁਤ ਫੇਵਰਟ ਹੋਇਆ ਕਰਦਾ ਸੀ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀ। ਇਹਨਾਂ ਦਾ ਚਿਕਨ 버ਗਰ ਜਿਹੜਾ ਹੁੰਦਾ ਸੀ 99 ਸੈਂਟ ਦਾ ਹੁੰਦਾ ਸੀ। ਵੈਸ਼ਨੂ ਭੋਜਨ ਵੀ ਹਾਂ, ਛੋਟਾ 버ਗਰ 99 ਸੈਂਟ ਦਾ। ਵੈਸ਼ਨੂ ਭੋਜਨ ਵਰਤਾਉਂਦੇ ਨੇ। ਵੈਸ਼ਨੂ ਭੋਜਨ ਵੀ ਹੋਵੇਗਾ, ਅੱਛਾ। ਆਪਾਂ ਜਾ ਕੇ ਦੇਖ ਲੈਂਦੇ ਆ। ਬਟ ਤੁਸੀਂ ਇਹ ਦੇਖਿਓ ਹੁਣ ਦੇਖਦੇ ਮਹਿੰਗਾਈ ਕਿੰਨੀ ਕੁ ਹੋ ਗਈ ਆ। ਹਾਂ ਅੱਛਾ 25 ਜੈਕ ਇਨ ਦਾ ਬਾਕਸ ਹੈ 25 ਸਾਲ ਪਹਿਲਾਂ 99 ਸੈਂਟਸ ਦਾ ਸੀਗਾ। ਅਬਾਊਟ 20 ਇਅਰਸ ਦਾ ਹੋਵੇਗਾ। ਹਾਂ ਹਾਂਜੀ। ਆ ਲਓ ਜੀ ਇਹ ਕਿਹੜਾ ਜੈਕ ਇਨ ਦਾ ਬਾਕਸ। ਆ ਲਓ ਜੀ ਆਪਾਂ ਜਾ ਰਹੇ ਹਾਂ। ਪਰ ਤੁਸੀਂ ਇੱਕ ਗੱਲ ਅੱਗੇ ਵੀ ਨੋਟ ਕੀਤੀ ਹੋਣੀ ਹੈ, ਹਾਂਜੀ ਫੂਡ ਬਹੁਤ ਸਸਤਾ ਇੱਥੇ ਹਾਂ। ਕੰਪੇਅਰਡ ਟੂ ਆਪਾਂ ਹੋਰ ਕਿਸੇ ਕੰਟਰੀਆਂ 'ਚ। ਪਈ ਆਪਾਂ ਤੇ ਕੈਨੇਡਾ ਨਾਲ ਹੀ ਕੰਪੇਅਰ ਕਰ ਸਕਦੇ ਮਤਲਬ $5 ਦੇ ਵਿੱਚ ਬੰਦੇ ਨੂੰ ਮੀਲ ਮਿਲ ਜਾਂਦਾ ਆ। ਪ੍ਰੋਪਰ ਮੀਲ ਜਿਹੜਾ ਹੈਗਾ ਉਹ ਆਪਾਂ ਨੂੰ ਉਧਰ ਨਹੀਂ ਮਿਲਦਾ। ਹੁਣ ਕੈਨੇਡਾ ਥੋੜਾ ਜਿਹਾ ਮਹਿੰਗਾ, ਕੈਨੇਡਾ 'ਚ $8-9-10 ਨਾਰਮਲ $10 ਤੱਕ, ਹਾਂ $10 ਹੋ ਜਾਂਦਾ। ਜਾਂਦਾ। ਹੁਣ ਉਧਰ ਆਸਟ੍ਰੇਲੀਆ ਵਗੈਰਾ 'ਚ ਤੁਹਾਨੂੰ $15-20 ਨੂੰ ਅੱਛਾ, ਇਸ ਜਾ ਤੋਂ ਵੀ ਪਹੁੰਚਦਾ। ਮਹਿੰਗਾ? ਬਹੁਤ ਮਹਿੰਗਾ। ਯੂਰਪ 'ਚ ਬਹੁਤ ਮਹਿੰਗਾ। ਠੀਕ ਹੈ ਜੀ ਮਹਿੰਗਾਈ। ਚਲੋ ਆਪਾਂ ਅੰਦਰ ਜਾ ਕੇ ਕਰਦੇ ਹਾਂ ਭਾਜੀ ਟੈਸਟ। ਬਿਲਕੁਲ ਸਹੀ। ਆ ਲਓ ਅੱਛਾ ਉਹ ਬਾਹਰ ਲਿਖ ਕੇ ਨਾ ਤਨਖਾਹਾਂ ਲਾਈਆਂ ਨੇ। ਟੈਕਸ ਜੈਕ। ਓਕੇ ਮਤਲਬ ਇਹ ਦੇਖੋ ਇੱਥੇ ਕਾਮਿਆਂ ਦੀ ਲੋੜ ਕਿੰਨੀ ਲੋੜ ਆ। ਤੁਸੀਂ ਇਹ ਦੇਖੋ ਕਿਉਂ ਨਾ ਬਾਹਰ ਲਿਖ ਕੇ ਲਾਇਆ ਵੀ ਇੰਨੇ ਪੈਸੇ ਦਵਾਂਗੇ। ਮਤਲਬ ਇੱਥੇ ਮਿਲ ਨਹੀਂ ਰਹੇ। ਮੈਂਬਰ ਕੋਈ 15-25, ਟੀਮ ਲੀਡਰ $17, ਹਾਂਜੀ, ਅਸਿਸਟੈਂਟ ਮੈਨੇਜਰ $19 ਤੇ ਰੈਸਟੋਰੈਂਟ ਮੈਨੇਜਰ 50 ਤੋਂ 55 ਸਾਲ ਦਾ ਇਹ ਸਾਲਾਨਾ ਸੈਲਰੀ। ਹਾਂ। ਤੇ ਜੇ ਤੁਸੀਂ ਲੇਟ ਨਾਈਟ ਕੰਮ ਕਰਨਾ ਆ ਤੇ $2 ਘੰਟੇ ਦੇ ਹੋਰ। ਇਹ ਇਸ ਤੋਂ ਕੀ ਪੱਕਾ ਪੇਡ ਕਰਕੇ ਲਾਤਾ। ਸੋ ਜਿਹੜੀ ਕਾਮਿਆਂ ਦੀ ਕਮੀ ਕੋਵਿਡ ਤੋਂ ਬਾਅਦ, ਇਮੀਗ੍ਰੇਸ਼ਨ ਦਾ ਰੁਕਣਾ, ਉਸ ਤੋਂ ਬਾਅਦ ਕਾਮਿਆਂ ਦੀ ਕਮੀ ਆਉਣਾ, ਲੋਕਾਂ ਦਾ ਘਰੋਂ ਕੰਮ ਕਰਨਾ, ਰੈਸਟੋਰੈਂਟਸ ਤੇ ਜਾਂ ਬਾਹਰ ਆ ਕੇ ਤੇ ਕੰਮ ਨਾ ਕਰਨਾ, ਇਹ ਦਿੱਕਤਾਂ ਵੱਡੇ ਲੈਵਲ ਤੇ ਪੈਦਾ ਕੈਨੇਡਾ 'ਚ ਵੀ ਹੋਈਆਂ, ਅਮਰੀਕਾ 'ਚ ਵੀ ਹੋਈਆਂ, ਯੂਰਪ 'ਚ ਤੰਗੀਆਂ ਆਈਆਂ। ਤੇਲ ਸੀਗਾ, ਤੇਲ ਜਿਹੜਾ ਪੰਪਾਂ ਤੱਕ ਲੈ ਕੇ ਜਾਣ ਲਈ ਡਰਾਈਵਰ ਨਹੀਂ ਸੀ ਹੈਗੇ। ਐਕਸ ਆਰਮੀ ਆਫੀਸਰਸ ਉੱਥੇ ਆਏ ਐਕਸ਼ਨ ਦੇ ਵਿੱਚ, ਉਹਨਾਂ ਲਿਆ ਕੇ ਕੰਮ ਸੰਭਿਆ। ਸੋ ਮਤਲਬ ਇਹ ਵਰਲਡ ਵਾਈਡ ਜਿਹੜੀ ਕਾਮਿਆਂ ਦੀ ਤੰਗੀ ਆ ਇਮੀਗ੍ਰੇਸ਼ਨ ਦਾ ਰੁਕਣ ਕਰਕੇ, ਉਹਦੇ ਇੱਕ ਸਬੂਤ ਅਮਰੀਕਾ ਦੇ ਵਿੱਚ ਰੈਸਟੋਰੈਂਟ ਦੇ ਬਾਹਰ ਲਿਖ ਕੇ ਰੇਟ ਹੀ ਲਾਤੇ। ਇਹ ਤਾਜ਼ਾ ਹੀ ਪੇਂਟ ਹੋਇਆ ਭਾਜੀ, ਕੋਈ ਬਹੁਤਾ ਪੁਰਾਣਾ ਪੇਂਟ ਇੱਕ ਮੈਂ ਹੋਰ ਵੀ ਤੁਹਾਨੂੰ ਦੱਸਦਾ, ਇਹਦੇ ਵਿੱਚ ਇਹ ਵੀ ਲੱਗਦਾ ਵੀ ਇਹ ਅੰਦਰੋਂ ਰੈਸਟੋਰੈਂਟ ਖੁੱਲਾ ਵੀ ਹੈ ਨਹੀਂਗਾ, ਕਿਉਂਕਿ ਲੇਬਰ ਦੀ ਸ਼ਾਰਟੇਜ ਹੋਣ ਕਰਕੇ ਇਕੱਲੇ ਡਰਾਈਵ ਥਰੂ ਸ਼ਾਇਦ ਸਰਵ ਕਰਦੇ ਹੋਣ। ਮੈਨੂੰ ਵੀ ਲੱਗਦਾ ਭਾਜੀ ਬੰਦਾ। ਲਓ ਜੀ ਆ ਤੁਹਾਡੇ ਕੋਲ ਇਹ ਤੁਹਾਨੂੰ ਕਿੰਨੀ ਵੱਡੀ ਰਿਪੋਰਟ ਨਿਕਲਦੀ ਆ ਇਹ ਭਈ ਇੱਥੇ ਕਾਮਿਆਂ ਦੀ ਕਿੰਨੀ ਸ਼ਾਰਟੇਜ ਆ। ਨਹੀਂ ਤਾਂ ਅਮਰੀਕਾ 'ਚ $15 ਮਤਲਬ ਭਈ ਸਟਾਰਟਿੰਗ ਲਈ, ਔਰ ਫਿਰ ਵੀ ਬੰਦੇ ਨਹੀਂ ਮਿਲ ਰਹੇ। ਸੋ ਇਹ ਜਰਾ ਮਾੜੀ ਜਿਹਾ ਖੋਲਣ ਤਾਂ ਸਹੀ ਨਾ ਲੈਣਾ ਲੱਗਣ ਇੱਥੇ। ਨਹੀਂ ਕੀ ਬਾਤ ਆ ਜੀ। ਸੋ ਇਹ ਕਿੰਨੀ ਵੱਡੀ ਕਾਮਿਆਂ ਦੀ ਸ਼ਾਰਟੇਜ। ਤੇ ਹੁਣ ਆਪਾਂ ਫਿਰ ਡਰਾਈਵ ਥਰੂ ਚਲੀਏ? ਡਰਾਈਵ ਥਰੂ ਜਾ ਨਹੀਂ ਸਕਦੇ ਪੈਦਲ। ਕਿਉਂ? ਗੱਡੀ ਦਾ ਹੋਣਾ ਜ਼ਰੂਰੀ ਆ ਮੇਰੇ ਖਿਆਲ। ਤੇ ਮੰਨ ਲਓ ਰੈਸਟੋਰੈਂਟ ਬੰਦ ਕਰਨੇ ਪੈ ਰਹੇ ਨੇ ਹਾਂ। ਤੇ ਨਾ ਹੋਣ ਕਰਕੇ
ਬੰਦ ਕਰਨੇ ਪੈ ਰਹੇ ਨੇ। ਬਿਲਕੁਲ ਹੋ ਸਕਦਾ ਕੋਈ ਬੰਦਾ ਇਸ ਏਰੀਏ 'ਚ ਆਪਣਾ ਪੰਜਾਬੀ ਭਾਈ ਜੌਬ ਲੱਭਦਾ ਹੋਵੇ ਤਾਂ ਇੱਥੇ ਆ ਜਾਓ। ਜਿਹੜਾ ਆਪਣਾ ਉਹ ਐਂ ਜਿਹੜਾ ਆਈ ਹਬ ਆ, ਇਹ ਹੁਣ ਤੁਸੀਂ ਦੱਸੋ ਜੀ ਸਾਰੇ ਵੀ ਇਹਦਾ ਫੁੱਲ ਫਾਰਮ ਕੀ ਆ, ਪੂਰਾ ਨਾਂ ਕੀ ਆ ਆਈ ਹਬ? ਇਹ ਤੇ ਹੁਣ ਦੀਪਿੰਦਰ ਭਾਜੀ ਕੋਲ ਪਹਿਲਾਂ ਟੈਸਟ ਲਈਏ। ਹਾਂਜੀ ਤੁਸੀਂ ਬਹੁਤ ਖਾਂਦੇ ਹੋ ਆਈ ਹੋ ਆਪ ਤੋਂ, ਇਹਦੀ ਫੁੱਲ ਫਾਰਮ ਦੱਸੋ ਪਹਿਲਾਂ। ਇਹਦੀ ਫੁੱਲ ਫਾਰਮ ਦੱਸੋ, ਤੁਹਾਡਾ ਵਨ ਆਫ ਦਾ ਫੇਵਰਿਟ। ਲਓ ਜੀ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਵੀ ਆਈ ਹਬ ਦਾ ਫੁੱਲ ਫਾਰਮ ਕੀ ਹੈਗਾ, ਨਹੀਂ ਤਾਂ ਦੱਸੇਗਾ। ਨਹੀਂ ਪਤਾ ਭਾਈ, ਪਹਿਲਾਂ ਚੈੱਕ ਕਰ ਲਈ। ਨਹੀਂ ਮੈਂ ਪਹਿਲਾਂ ਪੁੱਛ ਲਓ ਮੇਰੇ ਤੋਂ। ਲਿਆਓ ਮੈਂ ਤੁਹਾਡੇ ਕੋਲ। ਮੈਂ ਵੈਸੇ ਇਹਦਾ ਮਤਲਬ ਆ ਭਾਜੀ, ਸੁਣੋ, ਇਹਦਾ ਮਤਲਬ ਆ ਇੰਟਰਨੈਸ਼ਨਲ ਹੋਮ ਆਫ ਪੈਨਕੇਕਸ। ਭਾਈ ਤੁਸੀਂ ਇੰਨੇ ਪੈਨਕੇਕ ਖਾਦੇ, ਤੁਹਾਨੂੰ ਇਹ ਨਹੀਂ ਪਤਾ? ਮੈਂ ਸੁਣਿਆ ਇੰਟਰਨੈਸ਼ਨਲ ਹੋਮ ਆਫ ਪੈਨਕੇਕਸ। ਲਓ ਜੀ, ਇਟਸ ਓਪਨ, ਖੁੱਲਾ ਹੈ ਨਾ? ਖੁੱਲਾ ਜੀ ਇਹ। ਕੁਝ ਤੋਂ ਮਿਲੇਗਾ। ਔਰ ਇਹਨਾਂ ਦੇ ਅਗੇਨ ਜਿਹੜੇ ਇਹਨਾਂ ਦੇ ਪੋਰਸ਼ਨਸ ਆ ਹਾਂ ਡਬਲ, ਬਹੁਤ ਭਾਰੇ। ਅਮਰੀਕਾ ਦੇ ਦੱਸ ਕਿੱਦਾਂ ਆ? ਜੋਗਰਾ ਜੀ ਦੱਸੋ ਲੱਭਣਾ ਜੀ, ਪੈ ਰਿਹਾ ਜੀ। ਕੀ ਮਿਲਦਾ ਤਾਂ ਹੈਗਾ ਨਾ ਸਾਰਾ ਮੈਨੂੰ ਕੁਝ? ਹਰ ਵਾਰੀ ਤਕਰੀਬਨ ਤੰਗੀ ਇਹੀ ਆਉਂਦੀ ਆ, ਹਾਂ ਪਰ ਮੈਂ ਲੱਭ ਲੈਣਾ, ਆਪਾਂ ਹਾਰੀਦਾ ਨਹੀਂ। ਸੋ ਆਪਣੇ ਕੋਲ ਬਰੀਟੋਜ਼ ਹੈਗੇ ਨੇ, ਬੋਲਸ ਹੈਗੇ ਨੇ ਆਪਸ਼ਨਸ, ਤੇ ਫਿਰ ਸਾਡੇ ਕੋਲ ਪੈਨਕੇਕਸ ਦੀ ਆਪਸ਼ਨ ਹੈਗੀ ਆ। ਫਿਰ ਆਪਣੇ ਕੋਲ ਕੁਝ ਐਪੇਟਾਈਜ਼ਰਸ ਦੇ ਵਿੱਚ ਆਪਸ਼ਨਸ ਹੈਗੀਆਂ ਨੇ। ਸੋ ਲੱਭਣ ਵਾਲਾ ਹੋਣਾ ਚਾਹੀਦਾ। ਇਹ 버ਗਰਸ ਦੇ ਵਿੱਚ ਆਪਸ਼ਨ ਹੈਗੀਆਂ ਨੇ, ਤੁਸੀਂ ਮੀਟ ਕਢਾ ਕੇ ਉੱਥੇ ਜਿਹੜੀਆਂ ਵੈਜੀ ਪੈਟੀਜ਼ ਉਹੋ ਜਿਹੀ ਚੀਜ਼ ਕੁਝ ਪਵਾ ਸਕਦੇ ਹੋ। ਇਹ ਭਾਈ ਸਾਹਿਬ ਕਿਹੜੀ ਕਹਿੰਦੇ ਸੀ? ਫਹੀਟਾ ਬਾਲ, ਆ ਵੀ ਵਧੀਆ ਸਪਾਈਸੀ ਫਹੀਟਾ ਬਾਲ। So I'll be getting one of these wraps ਵਧੀਆ ਹੋਊਗਾ। ਇਹਦੇ ਵਿੱਚ ਆਪਾਂ ਵਿਦਆਊਟ ਚਿਕਨ ਲੈ ਸਕਦੇ ਆ। ਚਿਕਨ ਦੀ ਥਾਂ ਤੇ ਤੁਸੀਂ ਟੋਫੂ ਪਵਾ ਸਕਦੇ ਹੋ। ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ, ਉਹਨੂੰ ਕਹਿੰਦੇ ਚਿਕਨ ਸਾਈਡ ਤੇ ਰੱਖ ਦਿਓ। ਅੱਛਾ, ਦਾਲ ਇੱਧਰ ਖਾ ਲੈਣਗੇ। ਤੁਸੀਂ ਐਵਾਕਾਡੋ ਲੈ ਸਕਦੇ ਹੋ, ਟੋਫੂ ਪਵਾ ਸਕਦੇ ਹੋ, ਫਲਾਫਲ ਪਵਾ ਸਕਦੇ ਹੋ। ਸੋ ਆਪਸ਼ਨਸ ਹੁੰਦੀਆਂ ਨੇ ਜਿਹੜੀਆਂ ਰਿਚ ਇਨ ਪ੍ਰੋਟੀਨ ਵੀ ਨੇ, ਸਿਹਤ ਲਈ ਵੀ ਵਧੀਆ ਨੇ। ਸੋ ਗੱਲ ਕੋਈ ਨਹੀਂ, ਆਪਾਂ ਦਬਣਾ ਨਹੀਂ ਮਤਲਬ ਕਿਸੇ ਗੱਲੋਂ, ਆਪਾਂ ਲੱਭ ਲੈਣੀ। ਇਸ ਵੇਲੇ ਆਪਾਂ 264 ਮੀਲ ਤਾਂ ਪਲੱਸ ਕਰ ਲਿਆ, ਲੈ ਲਏ ਆਪਾਂ। ਹਾਂਜੀ ਆਪਣੇ ਲਈ ਮੋਰ ਦੈਨ ਅਨਫ ਆ। ਮੋਰ ਦੈਨ ਅਨਫ। ਸਾਡਾ ਚਲੋ ਨੈਕਸਟ ਸਟਾਪ ਆਲਮੋਸਟ 250 ਪੌਣੇ 300 ਮੀਲ ਤੇ ਆ, which is Okay. approximately 400 plus kilometers। ਆਲਰਾਈਟ 400 plus kilometers। ਓਕੇ, ਇਹਨੂੰ ਹੁਣ ਆਪਾਂ 400 ਕਿਲੋਮੀਟਰ ਤੋਂ ਕਰਕੇ ਵੱਧ ਬੰਦਾ ਚਲਾ ਵੀ ਨਹੀਂ ਸਕਦਾ ਹੁਣ। ਲਓ ਜੀ ਇਹਨੂੰ ਆਪਾਂ ਸਟਾਪ ਚਾਰਜਿੰਗ ਐਂਡ ਅਨਲੌਕ ਹੈ। ਮੈਂ ਓਕੇ ਠੀਕ ਹੈ, ਕਰਨੀ ਕਿ ਮੈਂ ਕਰਾਂ? ਠੀਕ ਹੈ ਜੀ, ਓਕੇ ਜੀ। ਹਾਂ $23.28 ਦੀ ਇੱਥੇ ਪਈ ਆ, $23.28 ਦੀ। ਦੈਟਸ ਇਟ। ਆਪੇ ਨਾ ਟੱਚ ਨਹੀਂ ਕਰਨਾ ਭਾਈ, ਜਾਓ ਬਸ ਆਟੋਮੈਟਿਕਲੀ, ਸਾਰਾ ਕੁਝ ਆਟੋਮੈਟਿਕਲੀ। ਸਿਰਫ ਟੱਚ ਦਾ ਇੱਥੋਂ ਕਰਕੇ ਨਾ ਇਹਨੂੰ ਖੋਲਣਾ ਨਾ ਕੱਸਣਾ, ਆਪਣੇ ਆਪੇ। ਆ ਜਾਓ ਜੀ, ਆ ਜਾਓ। ਮਤਲਬ ਗੱਡੀ ਨਹੀਂ ਆਟੋ ਪਾਇਲਟ ਤੇ ਲਾਈ, ਹਾਂ। ਟੈਸਲਾ ਨੇ ਸਾਰਾ ਕੁਝ ਹੀ ਆਟੋ ਪਾਇਲਟ ਤੇ ਲਾਇਆ। ਹਰ ਚੀਜ਼ ਹੈ। ਮਤਲਬ ਕਿਹੜੇ ਸ਼ਹਿਰ ਤੋਂ ਆਪਾਂ ਖਾ ਕੇ ਚੱਲੇ ਆ ਭਾਜੀ? ਇਹ ਹੈਗਾ ਸਪਰਿੰਗਫੀਲਡ, ਓਰੇਗਨ। ਸੋ ਓਰੇਗਨ ਸੂਬੇ ਦੇ ਸਪਰਿੰਗਫੀਲਡ ਸ਼ਹਿਰ ਤੋਂ ਆਈ ਹੋਪ ਤੋਂ ਕਰਕੇ ਲੰਚ, ਤੇ ਹੁਣ ਜਿਹੜੀਆਂ ਸੰਗਤਾਂ ਤੁਰ ਪਈਆਂ ਨੇ ਸਿੱਧੀਆਂ ਕੈਲੀਫੋਰਨੀਆ ਵੱਲ ਨੂੰ, ਤੇ ਖਾ ਪੀ ਕੇ ਤੇ ਸਾਨੂੰ ਇੱਕ ਦੋ ਤਾਰਾਂ ਚਾਹੀਦੀਆਂ ਸੀਗੀਆਂ, C2C ਕੇਬਲ। ਹਾਂਜੀ। ਸੋ ਉਹ ਆਪਾਂ ਨੂੰ ਲੋੜ ਪਈ ਸੀਗੀ। ਸਾਡੇ ਕੋਲ ਜਿਹੜਾ ਸਾਡਾ ਨੈਟ ਗੇਅਰ ਦਾ ਇੰਟਰਨੈਟ ਆ, ਇਹਨੂੰ ਚਾਰਜ ਕਰਨਾ ਸੀ, ਇਹਨੂੰ ਚਾਹੀਦੀ ਸੀ ਸ਼ਕਤੀ, ਪਾਵਰ। ਤੇ ਆਪਾਂ ਓਰੇਗਨ ਦੀ ਜਿਵੇਂ ਅੱਗੇ ਗੱਲ ਕਰਦੇ ਸੀ ਨਾ ਕਿ ਬਈ ਇੱਥੇ ਕੋਈ ਟੈਕਸ ਨਹੀਂ ਆ, ਸੋ ਅਸੀਂ ਕਿਹਾ ਵੀ ਉਹਦਾ ਨਾਲੇ ਸਵਾਦ ਵੀ ਲੈ ਲਈਏ, ਵੀ ਜਦੋਂ ਨਾ ਟੈਕਸ ਦਈਏ, ਡਾਲਰ ਭਾਵੇਂ 2 ਬਚਣ ਭਾਵੇਂ 4, ਪਰ ਤੁਹਾਨੂੰ ਖੁਸ਼ੀ ਪੂਰੀ ਹੁੰਦੀ ਆ ਉਸ ਚੀਜ਼ ਦਾ ਚਾਹ। ਸੋ ਆਹ ਰਸੀਦ ਹੈ, ਆਹ ਦੇਖੋ, ਤੇ ਉੱਤੇ ਟੈਕਸ ਕੀ ਲਿਖਿਆ? 0। ਸੋ ਆ ਜਿਹੜਾ 00 ਆ, ਇਹੋ ਜੇ ਅਸੀਂ ਹੁਣ ਕੈਨੇਡਾ ਚੋਂ ਜੇ ਆਪਾਂ BC ਤੋਂ ਸ਼ਾਪਿੰਗ ਕੀਤੀ ਹੁੰਦੀ ਮੰਨ ਲਓ ਭਾਜੀ, ਤੇ $16 ਦੇ ਉੱਤੇ ਮੰਨ ਲਓ ਜੇ 12% ਸਾਨੂੰ ਟੈਕਸ ਲੱਗਦਾ ਉੱਥੇ, ਬਿਲਕੁਲ ਲੱਗਣਾ ਤੇ ਸੀ। ਆਪਾਂ ਮਤਲਬ $2-4 ਦੇ ਕੇ ਆਉਣੇ ਸੀ ਉਹਨਾਂ ਨੂੰ। ਬਿਲਕੁਲ ਦੇ ਕੇ ਆਉਣੇ ਸੀ, ਬਿਲਕੁਲ ਸਹੀ ਹੈ ਜੀ। ਉਹ ਹੁਣ ਬਚਾਏ ਆ ਨਾ ਪੈਸੇ, ਤੇ ਯਾਤਰਾ ਵੇਖੋ, ਤੇਲ ਤੋਂ ਪੈਸੇ ਬਚਾਏ ਅਸੀਂ, ਫਿਰ ਅਸੀਂ ਟੈਕਸ ਤੋਂ ਪੈਸੇ ਬਚਾਏ। ਸੋ ਅਸੀਂ ਬੱਚਤ ਹੀ ਬੱਚਤ ਕਰ ਰਹੇ ਹਾਂ। ਕਿਉਂ ਦੀਪਾ ਜੀ? ਕਿਉਂਕਿ ਓਰਗਨ ਦਾ ਇਹ ਹੈ ਨਾ ਜੀ, ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਹੁਣ ਵੈਨਕੂਵਰ, ਵਾਸ਼ਿੰਗਟਨ ਚ ਰਹਿੰਦੇ ਆ ਜਾਂ ਪੋਰਟਲੈਂਡ ਦੇ ਵਿੱਚ ਰਹਿੰਦੇ ਆ, ਫਰਕ ਤਾਂ ਇੱਕ ਬਾਰਡਰ ਦਰਿਆ ਪਾਰ ਕਰਕੇ ਹੀ ਆ। ਔਰ ਉੱਥੇ ਵਾਸ਼ਿੰਗਟਨ ਚ ਵੀ ਮੇਰੇ ਖਿਆਲ 12-13% ਟੈਕਸ ਆ। ਹਾਂ। ਹੁਣ ਉਹ ਬੰਦਾ ਕਹਿੰਦਾ ਉੱਥੇ ਇਹਨਾਂ ਨੇ ਹਰ ਚੀਜ਼ ਤੇ ਟੈਕਸ ਲੱਗਣਾ ਨਾ, ਨਾਟ ਓਨਲੀ ਪਈ ਕਿਸੇ ਇੱਕ ਚੀਜ਼ ਤੇ ਲੱਗਣਾ, ਹਰੇਕ ਚੀਜ਼ ਤੇ ਟੈਕਸ ਲੱਗਣਾ। ਈਵਨ ਕਾਰਾਂ ਤੇ ਟੈਕਸ ਲੱਗਣਾ, ਯੂ نو ਪੈਟਰੋਲ ਤੇ, ਜਿਹੜਾ ਗੈਸ ਤੇ ਟੈਕਸ ਲੱਗਣਾ, ਜਿਹੜੀਆਂ ਚੀਜ਼ਾਂ ਕੱਪੜੇ ਲੈਣੇ ਆ, ਫੂਡ ਲੈਣੇ ਆ, ਸਾਰਿਆਂ ਦੇ ਟੈਕਸ ਇੱਥੇ ਹੈ ਹੀ ਨਹੀਂ। ਕਿਸੇ ਚੀਜ਼ ਤੇ ਨਹੀਂ ਹੈ। ਤੋਂ ਤੁਰ ਕੇ ਹੁਣ ਅਗਲਾ ਸਟਾਪ ਆਪਾਂ ਕੈਲੀਫੋਰਨੀਆ ਚ ਲਾ ਸਕਦੇ ਆ। ਜਿਹੜਾ ਮੈਡਫੋਰਡ ਆ ਉਹ ਬਿਲਕੁਲ ਕੈਲੀਫੋਰਨੀਆ ਦੇ ਬਾਰਡਰ ਤੇ ਆ, 15 ਮੀਲ ਪਹਿਲਾਂ। ਆਪਾਂ ਮੈਡਫੋਰਡ ਲਾਉਣਾ। ਕੈਲੀਫੋਰਨੀਆ ਦਾ ਪਹਿਲਾ ਸ਼ਹਿਰ ਕਿਹੜਾ ਆਉਣਾ ਹੈ?
ਕੈਲੀਫੋਰਨੀਆ ਤੋਂ ਹੁਣ ਤੋਂ ਛੋਟੇ ਆਉਣੇ ਆ, ਰੈੱਡ ਬਲਾਫੋ, ਹੋਰ ਕਈ ਆਉਣੇ ਆ। ਵੱਡਾ ਸ਼ਹਿਰ ਕਿਹੜਾ ਹੋਣਾ ਉੱਥੇ? ਕੈਲੀਫੋਰਨੀਆ ਦਾ ਸੈਕਰਾਮੈਂਟੋ ਸਭ ਤੋਂ ਵੱਡਾ ਅੱਛਾ, ਜਿਹੜਾ ਜਿੱਥੇ ਹੁਣ ਆਪਣਾ ਆਪਾਂ ਸਾਊਥ ਔਰ ਆਪਾਂ ਨਾਰਥ। ਆਪਾਂ ਸਾਊਥ ਨੂੰ ਜਾਣਾ, ਸਾਊਥ ਨੂੰ ਜਾ ਕੇ ਜਿਹੜਾ ਸਾਈਨ ਆਪਾਂ ਦੇਖਿਆ ਰੋਜ਼ਬਰਗ, ਓਕੇ, ਇਹ ਆਰਗਨ ਦਾ ਹੀ ਆ। ਠੀਕ ਹੈ। ਐਂਡ ਫਿਰ ਆਪਣਾ ਤੁਸੀਂ ਆ ਦੇਖ ਸਕਦੇ ਆ, ਲਓ ਜੀ 5 ਸਾਊਥ 5 ਸਾਊਥ 5 ਨੰਬਰ ਹਾਈਵੇ ਸਾਊਥ। ਇਹ ਨਹੀਂ ਆਪਾਂ ਛੱਡਣਾ 2-3 ਦਿਨ, ਇਹਦੇ ਆਲੇ ਦੁਆਲੇ ਹੀ ਘੁੰਮੀ ਜਾਣਾ। ਜਿੰਨੀ ਵੀ ਪਾਪੂਲੇਸ਼ਨ ਹੈਗੀ ਆ, ਮੈਜੋਰਟੀ ਜਿਹੜੀ ਆ ਉਹ I-5 ਦੇ ਸੱਜੇ ਖੱਬੇ ਹੀ ਆ, ਮਤਲਬ ਜਿਹੜੀ ਪੰਜਾਬੀਆਂ ਦੀ, ਜਿਹੜੀ ਵੈਸਟ ਕੋਸਟ ਦੀ ਪਾਪੂਲੇਸ਼ਨ ਹੈਗੀ ਆ I-5 ਪੰਜਾਬੀਆਂ ਦੀ। ਵੈਸੇ ਵੀ ਪਰ ਪੰਜਾਬੀਆਂ ਦੀ ਤਾਂ ਮੰਨ ਕੇ, ਜਿਹੜੇ ਸ਼ਹਿਰਾਂ 'ਚ ਪੰਜਾਬੀ ਜ਼ਿਆਦੇ ਆ, ਉਹ ਕੋਈ I-5 ਦੇ ਲੈਫਟ ਦੇ ਆ, ਕੋਈ ਰਾਈਟ ਦੇ ਆ, ਤਾਂ ਜ਼ਿਆਦਾ ਇਹਦੇ ਤੇ ਆ। ਫਿਰ ਮਾੜੀ ਜਿਹੀ ਸੈਨ ਫਰਾਂਸਿਸਕੋ ਹੀ ਥੋੜਾ ਸੈਪਰੇਟ ਦੂਸਰੀ ਦਿਸ਼ਾ ਨੂੰ ਪੈਂਦਾ ਹੈ, ਬਟ ਇਹ ਸੇਮ ਹੈ ਤੇ ਉਹ ਵੀ ਵੈਸਟ ਹੀ ਆ। ਬਿਲਕੁਲ ਹੈ ਤੇ ਵੈਸਟ ਹੀ ਆ। ਸੋ ਇਹ ਤੁਸੀਂ ਦੇਖ ਹੀ ਲਿਆ ਜੀ। ਇੱਥੇ ਸਫ਼ਰ ਜਿਹੜਾ ਆ, ਤੁਸੀਂ ਆਪਾਂ ਪਿੱਛੇ 350 ਤੋਂ 400 ਕਿਲੋਮੀਟਰ ਅਸੀਂ 3 ਘੰਟਿਆਂ 'ਚ ਹੀ ਕਰ ਲਿਆ। ਤੁਸੀਂ ਅੰਦਾਜ਼ਾ ਲਾਓ ਕਿ ਇੱਥੇ ਜਿਹੜੀ ਐਵਰੇਜ ਆਉਂਦੀ ਹੈ। ਭਾਜੀ ਤੁਹਾਨੂੰ ਤਾਂ 3 ਘੰਟੇ ਲੱਗੇ ਨਾ, ਪਿੱਛੇ ਗਈਆਂ ਨੂੰ 30 ਮਿੰਟ ਲੱਗੇ, ਕਿਉਂ ਸੁੱਤੇ ਬੰਦੇ ਨੂੰ ਸਮਾਂ ਥੋੜਾ ਲੱਗਦਾ ਨਾ। ਇਹ ਲੱਗਦਾ ਹੁਣੇ ਖੜ ਗਿਆ। ਤੁਸੀਂ ਅੰਦਾਜ਼ਾ ਲਾਓ ਜੀ ਵੀ ਜੇ 1 ਘੰਟੇ ਦੇ ਵਿੱਚ ਤੁਹਾਡੀ 120 ਕਿਲੋਮੀਟਰ 125 ਕਿਲੋਮੀਟਰ ਜਾਂਦਾ ਆ, ਤਾਂ ਤੁਸੀਂ 3 ਘੰਟਿਆਂ 'ਚ ਤਾਂ ਪੌਣੇ 400 ਕਿਲੋਮੀਟਰ ਦਾ ਚਲੇ ਗਏ। 125 ਕਿਲੋਮੀਟਰ ਦੇ ਹਿਸਾਬ ਦੇ ਨਾਲ ਜਾਂਦੇ। ਬਿਲਕੁਲ ਠੀਕ ਹੈ ਜੀ। ਸੋ ਇੱਕ ਵਾਰੀ ਰੇਸ ਵੱਜ ਗਈ ਜਦੋਂ, ਫਿਰ ਕਿਸੇ ਗੱਲ ਨਾਲ ਹੀ ਖੁੱਲਦੀ ਆ। ਸੋ ਇਹ ਲੌਂਗ ਲੋਡ ਆ ਜੀ, ਮਤਲਬ 3 ਟ੍ਰੇਲਰ ਪਾਏ ਨੇ ਆ ਦੇਖੋ। ਤੇ ਇਹ ਜਿਹੜੇ ਤੇ ਟਰੱਕ ਚਲਾਉਂਦੇ ਨੇ ਬਾਈ ਹੁਣ ਤੇ ਉਹਨਾਂ ਨੂੰ ਪਤਾ ਹੋਏਗਾ ਵੀ ਇਹ ਕੈਲੀਫੋਰਨੀਆ ਦੇ ਵਿੱਚ ਬਾਈਕਸ ਨਹੀਂ, ਜਿਹੜੀਆਂ ਲੰਬੇ ਲੋਡ ਨੇ ਉਹ ਨਹੀਂ ਅਲਾਉਡ ਹੈਗੇ। ਐਕਸਲ ਵੀ ਉੱਥੋਂ ਦੇ ਥੋੜੇ ਜਿਹੇ ਸਖਤ ਨੇ ਤਕਰੀਬਨ ਸਾਰਿਆਂ ਪ੍ਰੋਵਿੰਸਿਸ ਨਾਲੋਂ, ਕਿਉਂਕਿ ਜਦੋਂ ਕੈਨੇਡਾ ਤੋਂ ਜਦੋਂ ਚਲਾਉਂਦੇ ਸੀਗੇ ਤੇ ਕੈਲੀਫੋਰਨੀਆ ਦਾ ਲੋਡ ਹੁੰਦਾ ਸੀ ਤੇ ਉਹਦੇ ਐਕਸਲਾਂ ਦਾ ਪੂਰਾ ਮਸਲਾ ਹੁੰਦਾ ਸੀ ਵੀ ਕੈਲੀਫੋਰਨੀਆ ਵਾਲਾ ਆ ਤੇ ਫਿਰ ਐਕਸਲ ਇੰਨੇ ਤੇ ਜੇ ਬਾਕੀ ਆ ਤੇ ਫਿਰ ਚੱਲ ਜੂ। ਹੁਣ ਫਿਗਰਾਂ ਮੈਨੂੰ ਖੁਦ ਭੁੱਲ ਗਈਆਂ ਤੇ ਪਰ ਡਰਾਈਵ ਬਹੁਤ ਸੋਹਣੀ ਆ ਜੀ ਆਰਗਨ ਦੀ, ਬਾਕੀ ਕੁੱਲ ਮਿਲਾ ਕੇ ਭਾਜੀ। ਹਾਂਜੀ, ਕਿਉਂਕਿ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ, ਜਦੋਂ ਆਪਾਂ ਕੈਲੀਫੋਰਨੀਆ ਬਣਨਾ ਨਾ, ਕੈਲੀਫੋਰਨੀਆ ਦੇ ਵਿੱਚ ਤੁਸੀਂ ਕੋਈ ਵੀ ਫਰੂਟ ਲੈ ਕੇ ਨਹੀਂ ਜਾ ਸਕਦੇ, ਸਪੈਸ਼ਲੀ ਸਿਟਰਸ। ਇਹ ਨਹੀਂ ਕਿ ਤੁਸੀਂ ਆਰਗਨ 'ਚ ਫਰੂਟ ਲੈ ਕੇ ਉੱਥੇ ਗਿਆ ਤਾਂ ਚੀਲੀ ਗੱਲ ਆ। ਉਹ ਬਾਹਰਲਾ ਫਰੂਟ ਬਿਲਕੁਲ ਅੰਦਰ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਇਹ ਡਰ ਆ ਪਈ, ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਇੰਡਸਟਰੀ ਆ ਬਹੁਤ ਉਹ ਪ੍ਰੋਡਿਊਸ ਤੇ ਇੰਡਸਟਰੀ ਆ। ਇੱਕ ਵਾਰ ਬਹੁਤ ਸਾਲ ਪਹਿਲਾਂ, ਬਹੁਤੇ ਸਾਲ ਪਹਿਲਾਂ ਜਦੋਂ ਮੈਂ ਟਰੱਕ ਚਲਾਉਂਦਾ ਸੀ, ਉਸ ਵੇਲੇ ਸਾਨੂੰ ਦੱਸਦੇ ਸੀ ਵੀ ਇੱਕ ਅੰਬ ਅਲਾਓ ਨਹੀਂ ਸੀ ਕਰਦੇ, ਇਹਦੇ ਵਿੱਚ ਹੀ ਲੰਘਣੇ। ਅੱਛਾ। ਉਹ ਫਿਰ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਨਹੀਂ ਸੀ ਅਲਾਓ ਕਰਦੇ, ਸ਼ਾਇਦ ਹੁਣ ਵੀ ਨਹੀਂ ਕਰਦੇ ਹੋਣਗੇ। ਉਸ ਵੇਲੇ ਇਹ ਸੀ ਵੀ ਅੰਬਾਂ ਦਾ ਲੱਦਿਆ ਟਰੱਕ ਜਿਹੜਾ ਹੈ ਨਾ, ਕਿ ਉਹ ਇੱਥੇ ਉਲਟ ਗਿਆ ਸੀ, ਕਿਤੇ ਐਕਸੀਡੈਂਟ ਹੋਇਆ, ਤਾਂ ਉੱਥੋਂ ਕੋਈ ਮੱਖੀ ਜਾਂ ਕੋਈ ਚੀਜ਼ ਇਹੋ ਜਿਹੀ ਪੈਦਾ ਹੋਈ ਜਿਹਨੇ ਸਾਰੇ ਕੈਲੀਫੋਰਨੀਆ ਦੀ ਫਰੂਟ ਇੰਡਸਟਰੀ ਤਬਾਹ ਕਰ ਦਿੱਤੀ ਸੀ ਉਸ ਸਾਲ। ਸੋ ਇਸ ਕਰਕੇ ਉਹ ਬਹੁਤ ਸਟ੍ਰਿਕਟ ਆ ਵੀ ਕੋਈ ਇਹੋ ਜਿਹੀ ਚੀਜ਼ ਇੱਥੇ ਨਾ ਹੋਵੇ ਵੀ ਜਿਹੜੀ ਇਹਦੀ ਫਰੂਟ ਇੰਡਸਟਰੀ, ਜਿਹੜੀ ਦੁਨੀਆ ਦਾ ਵਨ ਆਫ ਦਾ ਬੈਸਟ ਫਰੂਟ ਪ੍ਰੋਡਿਊਸ ਕਰਦੇ ਆ, ਵੀ ਉਹਦੇ ਚ ਅਮਰੀਕਾ। ਅਸੀਂ ਤਕਰੀਬਨ ਕੈਨੇਡਾ ਦੇ ਵਿੱਚ ਵੀ ਜਿੰਨਾ ਕੁ ਫਰੂਟ, ਫਲ, ਸਬਜ਼ੀਆਂ ਕੁਝ ਵੀ ਖਾਂਦੇ ਆ, ਉਹ ਮੋਸਟਲੀ ਕੈਲੀਫੋਰਨੀਆ ਜਾਂ ਟੈਕਸਸ, ਇਹਨਾਂ ਦੋਵਾਂ ਸਟੇਟਾਂ ਦੇ ਵਿੱਚੋਂ ਆਇਆ ਹੁੰਦਾ ਹੈ ਪ੍ਰੋਡਿਊਸ ਕੁੱਲ ਮਿਲਾ ਕੇ। ਜਨਾਬ ਮੈਕਸੀਕੋ ਤੋਂ ਬਹੁਤ ਆਉਂਦੀਆਂ ਨੇ। ਮੈਕਸੀਕੋ ਤੋਂ ਅੱਗੇ, ਮੈਕਸੀਕੋ ਤੋਂ ਜਿਹੜਾ ਅਸੀਂ ਆਵਾਕੈਡੋ ਖਾਂਦੇ ਆ ਕਿੰਨਾ, ਤਕਰੀਬਨ ਮੋਸਟਲੀ ਜਿਹੜਾ ਮੈਕਸੀਕੋ ਤੋਂ ਆਉਂਦਾ ਆ। ਹੋਰ ਵੀ ਜਿਹੜੇ ਕਈ ਇਦਾਂ ਦੀਆਂ ਚੀਜ਼ਾਂ ਨੇ ਉਹ ਮੈਕਸੀਕੋ ਵੱਲੋਂ ਆਉਂਦੀਆਂ ਨੇ, ਤੇ ਬਾਕੀ ਕੈਲੀਫੋਰਨੀਆ ਤੇ ਟੈਕਸਸ ਦੋ ਮੋਸਟ ਸਟੇਟਸ ਨੇ, ਮੋਸਟ ਆਫ ਪ੍ਰੋਡਿਊਸ ਇਹਨਾਂ ਦੋਵਾਂ ਜਿਹੜੀਆਂ ਸਟੇਟਾਂ ਦੇ ਵਿੱਚ ਹੁੰਦਾ ਜੀ। ਇੱਕ ਤੁਸੀਂ ਹੋਰ ਦੇਖੋਗੇ ਜੋਗਰਾਜ, ਜਿੰਨੇ ਆਪਾਂ ਗਾਹਾਂ ਨਾ ਜਦੋਂ ਹੀ ਕੈਲੀਫੋਰਨੀਆ 'ਚ ਐਂਟਰ ਹੋਣਾ, ਜਾਂ ਜਿੰਨਾ ਆਪਾਂ ਮੈਕਸੀਕੋ ਦੇ ਨੇੜੇ ਜਾਈ ਜਾਣਾ, ਉੱਥੇ ਤੁਹਾਨੂੰ ਜ਼ਿਆਦਾ ਬਹੁਤ ਲੋਕ ਤੁਹਾਨੂੰ ਰੈਸਟੋਰੈਂਟਾਂ 'ਚ ਵੀ ਕੰਮ ਕਰਦੇ ਇਹੋ ਜਿਹੇ ਮਿਲਣੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ। ਅੱਛਾ। ਉਹ ਤੁਹਾਨੂੰ ਇਹੀ ਲੱਗਦਾ ਤੁਸੀਂ ਕੈਲੀਫੋਰਨੀਆ 'ਚ ਨਹੀਂ, ਤੁਸੀਂ ਮੈਕਸੀਕੋ 'ਚ ਆ ਗਏ ਆ, ਕਿ ਉਹ ਮੈਕਸੀਕੇ ਹੀ ਇੰਨੇ ਜ਼ਿਆਦਾ, ਪਰ ਬਹੁਤ ਮਿਹਨਤੀ ਆ, ਬਹੁਤ ਕੰਮ ਕਰਦੇ ਆ, ਕੰਮ ਤਗੜੇ। ਰਾਈਟ, ਹੁਣ ਫਾਰਮਾਂ ਦੇ ਵਿੱਚ ਸਾਰੇ ਕੰਮ ਜਿਹੜੇ ਇਸ ਵੇਲੇ ਮੈਕਸੀਕੇ ਕਰਦੇ ਨੇ। ਬਿਲਕੁਲ ਠੀਕ ਹੈ। ਮਿਹਨਤ ਜਿਹੜੀ ਆ ਤੁਹਾਡੀ, ਇੱਕ ਅੱਧਾ ਜੇ ਕੁਛ ਗੁਣ ਨਹੀਂ ਵੀ ਨਾ ਹੁੰਦਾ, ਗੁਣ ਨਹੀਂ ਕਹਿ ਸਕਦੇ, ਜਾਂ ਕੋਈ ਕਦੀ ਕਮਜ਼ੋਰੀ ਵੀ ਹੈ ਕਿਸੇ ਭਾਸ਼ਾ ਵੱਲੋਂ, ਤੇ ਮਿਹਨਤ ਉਸ ਚੀਜ਼ ਨੂੰ ਵੀ ਕਵਰ ਕਰ ਲੈਂਦੀ ਹੈ। ਬਿਲਕੁਲ ਸਹੀ। ਐਂਡ ਦੂਜੀ ਜਿਹੜੀ ਕੰਸਟਰਕਸ਼ਨ 'ਚ ਤੁਹਾਨੂੰ ਬੰਦੇ ਇੱਥੇ ਮਿਲਦੇ ਆ ਕੈਲੀਫੋਰਨੀਆ
ਕੈਲੀਫੋਰਨੀਆ 'ਚ ਉਹ ਵੀ ਜ਼ਿਆਦਾ ਮੈਕਸੀਕੇ ਮੈਕਸੀਕਨ ਸੀ ਹਾਂ ਠੀਕ ਹੈ ਨਾ ਜੀ। ਹੁਣ ਆਪਾਂ ਦੇਖ ਲਈਏ, ਹੁਣ ਆਪਾਂ ਕੈਲੀਫੋਰਨੀਆ ਦੇ ਵਿੱਚ ਸਿਰਫ ਤਾਂ ਸਿਰਫ 2 ਘੰਟੇ ਦੂਰ ਰਹਿ ਗਏ ਕੈਲੀਫੋਰਨੀਆ 'ਚ। ਅੱਛਾ ਜੀ ਆਪਾਂ ਕਿੰਨੇ ਮਤਲਬ ਤੁਸੀਂ ਇਹ ਕਹਿ ਲਓ ਕਿ 5 ਵਜੇ ਤੋਂ ਪਹਿਲਾਂ ਆਪਾਂ ਕੈਲੀਫੋਰਨੀਆ ਦਾ ਬਾਰਡਰ ਪਾਰ ਕਰ ਜਾਣਾ ਹੈ। ਬਾਰਡਰ ਟੱਪ ਜਾਣਾ ਮਤਲਬ ਟੱਪ ਜਾਣਾ ਬਾਰਡਰ। ਸਰਦਾਰ ਜੀ ਤਿਆਰ ਹੋ ਬਾਰਡਰ ਟੱਪਣ ਲਈ? ਅੱਜ ਬਾਰਡਰ ਟੱਪੇਗਾ ਫਿਰ ਟਾਪਾ ਜਾਏਗਾ ਟਾਂਗਾ ਜਾਏਗਾ। ਆਹ ਦੇਖਿਓ ਘਰ ਜਿਹਾ ਇੱਥੇ ਪਹਾੜੀ ਜਿਹੀ ਤੇ ਹੋਣਾ ਇੱਕ ਬਹੁਤ ਖੂਬਸੂਰਤ ਦ੍ਰਿਸ਼ ਆਉਂਦੇ ਨੇ ਵਿੱਚ ਵਿੱਚ ਜੇ ਹਾਂ ਜੀ ਤੁਹਾਨੂੰ ਦਿਸਦਾ ਨਾ ਛੋਟਾ ਜਿਹਾ। ਹਾਂਜੀ ਹਾਂਜੀ ਰੋਜ਼ਬਰਗ ਮੈਡਫੋਰਡ ਜਿਹੜਾ ਆ ਉਹ ਆਰਗਨ ਸਟੇਟ ਦਾ ਸਭ ਤੋਂ ਜਿਹੜਾ ਕਹ ਲਓ ਦੂਸਰਾ ਲਾਸਟ ਹੈਗਾ ਸ਼ਹਿਰ ਸਿਟੀ ਜਿਹੜਾ। ਹਾਂ ਕੈਲੀਫੋਰਨੀਆ ਐਂਟਰ ਹੋਣ ਤੋਂ ਪਹਿਲਾਂ ਬਿਲਕੁਲ ਸਰ। ਉਧਰੋਂ ਪੋਰਟਲੈਂਡ ਤੇ ਇਧਰੋਂ ਮੈਡਫੋਰਡ। ਹੁਣ ਤੁਸੀਂ ਆ ਦੇਖਿਆ ਹੀ ਹੈ ਕਿਉਂਕਿ ਬਹੁਤ ਵਧੀਆ ਆਰਗਨ। ਤੁਸੀਂ ਕੈਲੀਫੋਰਨੀਆ ਆਉਂਦੇ ਜੋਗਰਾ ਜਦੋਂ ਤੁਸੀਂ ਹੁਣ ਚਲੋ ਪਹਿਲੀ ਵਾਰ ਆਏ ਆ, ਮਾਫ ਕਰਨਾ ਮੈਨੂੰ ਬਹੁਤ ਚਿਰ ਹੋ ਗਿਆ, ਮੈਂ ਭੁੱਲ ਗਿਆ ਸੀ ਵੀ ਤੁਸੀਂ ਪਹਿਲੀ ਵਾਰ ਆਏ ਆ। ਤੁਸੀਂ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ, ਦੇਖਿਆ ਨਾ ਇੱਥੇ ਤੁਸੀਂ ਬਿਲਕੁਲ ਟਾਇਰਡ ਨਹੀਂ ਹੁੰਦੇ। ਹਾਂਜੀ ਉਧਰ ਤੁਸੀਂ ਕੈਲਗਰੀ ਚਾਹੇ 1000 ਕਿਲੋਮੀਟਰ ਹੀ ਆ ਤਾਂ ਤੁਹਾਡਾ ਪੂਰਾ ਵਾਨ ਹੋ ਜਾਂਦਾ ਕਿਉਂਕਿ ਵਿੱਚ ਲਾਈਟਾਂ ਆ ਗਈਆਂ, ਹੌਲੀ ਹੋ ਗਈ, ਉਸੇ ਕੰਮ ਆ ਗਈ, ਡਬਲ ਆ ਗਈ, ਉਹ ਰੋਡ ਆ ਗਈ, ਮੋਰੇ ਹੈਡ ਆਨ ਟ੍ਰੈਫਿਕ ਆ ਗਿਆ, ਸ਼ਹਿਰ ਆ ਗਿਆ, ਲਾਈਟਾਂ ਆ ਗਈਆਂ। ਇੱਥੇ ਤੁਸੀਂ ਦੇਖ ਲਓ ਭਈ ਸਾਰੇ ਜੇ ਹਾਈ 5 ਦੀ ਗੱਲ ਕਰਦੇ ਆ ਆਪਣੇ ਸਰੀ ਵਾਲੇ ਬਾਰਡਰ ਤੋਂ ਲੈ ਕੇ ਮੈਕਸੀਕੋ ਵਾਲੇ ਬਾਰਡਰ ਤੱਕ ਇੱਕ ਵੀ ਲਾਈਟ ਔਰ ਕਿਤੇ ਵੀ ਉਹ ਸਿੱਧਾ ਹੀ ਆ, ਬਿਲਕੁਲ ਸਿੱਧਾ ਹੀ ਹੈ। ਹਾਈਵੇ ਕਿਤੇ ਇੱਕ ਦੇ ਉੱਤੇ ਦੂਜਾ ਆ ਜਾਂਦਾ ਆ ਮਤਲਬ ਉਹ ਜ਼ਰੂਰ ਆ ਜਾਂਦਾ ਪਰ ਲਾਈਟ ਨਹੀਂ ਆਉਂਦੀ ਇਹ ਵੀ ਉਹ ਜਿਹੜੇ ਨਹੀਂ ਉਹ ਤਾਂ ਓਵਰ ਪਾਸ ਬਣੇ ਹੋਏ ਨੇ। ਹਾਂਜੀ ਹਾਂਜੀ ਆ ਤੁਸੀਂ ਦੇਖੇ ਨਾ ਜਿੰਨੀਆਂ ਵੀ ਗੱਡੀਆਂ ਤੁਸੀਂ ਦੇਖੋ ਹੁਣ ਕਾਰਾਂ ਲੰਘ ਕੇ ਗਈਆਂ ਟੈਸਲਾ ਹੀ ਜਾ ਰਹੀਆਂ। ਹਾਂ ਇੰਨੀ ਜ਼ਿਆਦਾ ਡਿਮਾਂਡ ਦੇ ਵਿੱਚ ਆ ਜੀ ਇਹ, ਇੰਨੀ ਜ਼ਿਆਦਾ ਡਿਮਾਂਡ 'ਚ ਆ ਇਹ ਟੈਸਲਾ ਹੀ ਟੈਸਲਾ। ਇੱਕ ਤੁਸੀਂ ਹੋਰ ਦੇਖੀ ਹੋਣੀ ਚੀਜ਼, ਹੁਣ ਤਾਂ $4 ਨੂੰ ਗੈਲਨ ਆ ਗਈ ਹੈ ਨਾ ਤੇਲ ਦੀ। ਪਹਿਲਾਂ ਮਹੀਨਾ ਕੁ ਪਹਿਲਾਂ, 1.5 ਮਹੀਨਾ ਪਹਿਲਾਂ $6 ਨੂੰ ਸੀਗੀ ਹਾਂ ਜਦੋਂ ਮੈਂ ਲਾਸਟ ਟਾਈਮ ਆਇਆ ਸੀ। ਸੋ ਇਹ ਇੱਥੇ ਅਮਰੀਕਾ ਦੇ ਵਿੱਚ ਗੈਲਨ ਦੇ ਵਿੱਚ ਆ ਤੇਲ ਜੀ ਜਿਹੜਾ ਫਿਊਲ ਆ, ਨਾ ਕਿ ਲੀਟਰਸ ਦੇ ਵਿੱਚ। ਐਨ ਕਿਲੋਮੀਟਰਾਂ ਦੀ ਜਗ੍ਹਾ ਤੇ ਮਾਈਲਸ ਨਹੀਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਜੀ ਠੀਕ ਹੈ ਜੀ। ਆਪਣਾ ਭਾਰ ਵੀ ਕਿਲੋਆਂ 'ਚ ਨਹੀਂ ਪਾਉਂਡਾਂ 'ਚ ਪੌਂਡਾਂ 'ਚ ਜ਼ਿਆਦਾ ਪਾਉਂਡਾਂ ਦੇ ਵਿੱਚ ਲੀਟਰਾਂ ਦੀ ਬਜਾਏ ਆਉਂਸਸ ਜਿਹੜੇ ਹਾਂ ਉਹ ਜਿਹੜੀ ਤੇਲ ਵਾਲੀ ਤੁਸੀਂ ਭਾਜੀ ਗੱਲ ਕਰਦੇ ਸੀ ਕਰੂਡ ਆਇਲ ਦੀ ਕੀਮਤ ਹੁਣ ਜਰਨਲੀ ਥੋੜੀ ਕੰਟਰੋਲ 'ਚ ਆਈ ਆ। ਅਸੀਂ ਵੀ ਦੇਖਿਆ ਕੈਨੇਡਾ 'ਚ ਵੀ ਰੇਟ ਥੋੜੇ ਘਟੇ ਨੇ ਤੇ ਇੱਥੇ ਵੀ ਥੋੜੇ ਜਿਹੇ ਘਟੇ ਨੇ ਪਰ ਅਜੇ ਵੀ ਹੋਰ ਕਰੈਕਸ਼ਨ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਸਹੀ। ਰੇਟ ਆਉਣਗੇ। ਤੁਸੀਂ ਆ ਘਰ ਦੇਖੋ ਜੀ ਕਿਦਾਂ ਵਾਦੀ ਵੈਲੀ ਜਿਹੜੀ ਹੈਗੀ। ਕਿੱਥੇ ਆ ਗਏ? ਕਹਿੰਦੇ ਉੱਥੇ ਆ ਗਏ ਜਿੱਥੋਂ ਕੈਲੀਫੋਰਨੀਆ ਸ਼ੁਰੂ ਹੁੰਦਾ ਹੈ। 30 ਮੀਲ ਪਿਆ ਜੀ ਤੇ ਸੋ ਆਪਾਂ ਬਿਲਕੁਲ ਐਗਜ਼ਿਟ ਜਿਹੜਾ ਹੁਣ ਅਗਲਾ ਲਿਆ ਏ। ਅਮਨ ਭਾਜੀ ਦੱਸੋ ਜੀ ਨਾਲ ਕਿੱਥੋਂ ਦਾ ਲਿਆ? ਮੈਡਫੋਰਡ ਆਪਾਂ ਪਹੁੰਚ ਗਏ ਹਾਂ ਜੀ। ਮੈਡਫੋਰਡ ਇੱਥੇ ਆਪਾਂ ਫਿਰ ਉਹੀ 350-400 ਕਿਲੋਮੀਟਰ ਬਾਅਦ ਪਤਾ ਹੀ ਨਹੀਂ ਲੱਗਾ 2.5-3 ਘੰਟੇ 'ਚ ਪਹੁੰਚ ਗਏ ਆ। ਹਾਂ ਮੈਨੂੰ ਤੇ ਬਿਲਕੁਲ ਹੀ ਨਹੀਂ ਪਤਾ ਲੱਗਾ ਜੀ। ਮੈਂ ਦੱਸਣਾ ਨਹੀਂ ਮੈਨੂੰ ਕਿਉਂ ਨਹੀਂ ਲੱਗਾ। ਅਜੇ ਆਪਣੇ ਕੋਲ ਜਿਹੜੀ 86 ਮਾਈਲ ਦੀ ਰਹਿੰਦੀ ਸੀਗੀ ਰੇਂਜ। ਹਾਂਜੀ ਪਰ ਕਿਉਂਕਿ ਮੈਂ ਇੱਥੇ ਜਾਂਦਾ ਹੁੰਦਾ ਰਹਿੰਦਾ ਆ ਅੱਛਾ ਪਹਿਲੀ ਵਾਰ ਹੀ ਜਾ ਰਹੇ ਨੇ ਨਾ ਤਾਂ ਮੈਨੂੰ ਪਤਾ ਸੀ ਵੀ ਆਪਾਂ ਪਹਿਲਵਾ ਇੱਥੇ ਆਪਾਂ ਲੂਜ਼ ਕਰਨੀ ਆ ਰੇਂਜ ਆਪਾਂ ਨਾਲੇ ਪਲੱਸ ਇੱਥੇ ਮੈਡਫੋਰਡ ਆਖਰੀ ਜਗ੍ਹਾ ਹੈਗੀ ਆ ਜਿੱਥੇ ਆਪਾਂ ਨੂੰ ਟੈਕਸ ਨਹੀਂ ਲੱਗਣਾ ਜੇ ਕੁਝ ਝੱਗਾ ਚੁਣੀ ਲੈਣੀ ਆ। ਮੈਡਫੋਰਡ ਉਤਰ ਗਏ ਆ। ਇਸ ਵੇਲੇ ਆਪਾਂ ਨੇ ਮਤਲਬ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਜਿਹੜਾ USA ਦੇ ਵਿੱਚ ਇਹ ਮੌਜ ਜਿੱਦਾਂ ਮੈਂ ਤੁਹਾਨੂੰ ਦੱਸਿਆ। ਕੀ ਕਰਨਾ ਲਾਸਟ ਸਟੈਪ ਕੀ ਵਾਲਾ? ਬਸ ਐ ਚਲੋ ਹੁਣ ਖਾਲੀ ਇਹ ਫਾਸਟ ਹੋਵੇਗਾ। ਅੱਛਾ ਕਿਉਂਕਿ ਹੁਣ ਤੁਸੀਂ ਆ ਦੇਖ ਲਓ ਆ ਲਓ ਉਹ ਸੀਗਾ ਆਪਣਾ 250 ਓਕੇ ਇਹ ਆਲਰੇਡੀ 8-900 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਚਾਰਜ ਹੋ ਰਿਹਾ। 8-900 ਮਾਈਲ 1000 ਮਾਈਲ ਮਤਲਬ ਸਾਨੂੰ ਚਾਹ ਥੋੜੀ ਜਲਦੀ ਪੀਣੀ ਚਾਹ ਕੀ ਇਹ ਤਾਂ ਬਹੁਤ ਹੀ ਫਾਸਟ ਆ। ਤੁਸੀਂ ਆ ਦੇਖੋਗੇ ਜੇ ਇਸ ਵੇਲੇ
ਮੇਰਾ ਖਿਆਲ ਜੇ ਤੁਹਾਨੂੰ ਦਿਸਦਾ ਹੋਇਆ 1042 ਮਾਈਲ ਪਰ ਆਵਰਸ ਦੀ ਸਪੀਡ ਦੇ ਨਾਲ ਚਾਰਜ ਹੋ ਰਿਹਾ ਜੀ ਇਹ। ਤਾਂ ਹੁਣੇ ਜਿੱਦਾਂ ਗੱਲਾਂ ਕਰਦਿਆਂ ਤੇ 6 ਮੀਲ ਭਾਜੀ 6 ਮੀਲ ਆਪਣੇ ਕੋ ਹੋ ਵੀ ਗਏ, ਵੱਧ ਵੀ ਗਏ। ਚਲਿਏ 6 ਸੋ ਇਸ ਕਰਕੇ ਆਪਾਂ ਨੈਕਸਟ ਟਾਈਮ ਵੀ ਆਪਾਂ ਜੇ ਰੁਕਿਆ ਕਰਨਾ ਨਾ ਤਾਂ ਇੱਥੇ ਰੁਕਿਆ ਕਰੀਏ। ਇਹਦਾ ਜਿਹੜਾ ਇਹ ਨਾਲੇ ਇੱਥੇ ਆ ਸਟੋਰ ਸਟਾਰ ਵੀ ਹੈਗੇ ਸਾਰੇ, ਨਾਲੇ ਇਹ ਅੱਡਾ ਪੱਕਾ ਲੌਕ ਕਰ ਦਿਓ ਜੀ। ਪੱਕਾ ਲੌਕ ਕਰ ਦਿਓ ਜੀ। ਇਹ ਆਪਾਂ ਲਿਖ ਦੇਣਾ। ਇਹ ਆਪਾਂ ਨਾ ਸ਼ਹਿਰ ਨਾਲ ਲਿਖ ਕੇ ਪਾ ਦੇਣਾ। ਐਗਜ਼ਿਟ ਨੰਬਰ ਕਿਹੜਾ ਸੀਗਾ ਜੀ? ਆਪਾਂ ਦੇਖ ਲੈਂਦੇ ਆ 30 ਨੰਬਰ, ਐਗਜ਼ਿਟ ਨੰਬਰ 30, ਐਗਜ਼ਿਟ ਨੰਬਰ 30 ਐਨ ਹੁਣ ਵੀ ਦੇਖ ਲਓ 905 99 ਤੇ, ਹਾਂਜੀ ਫਿਰ ਰੁਕੇ 195 ਤੇ, ਹਾਂਜੀ ਹੁਣ ਅਸੀਂ ਰੁਕੇ ਆ 30 ਇਹਦਾ 30 ਤੇ। ਔਰ ਪਲੱਸ 14 ਮੀਲ ਹੋ ਵੀ ਗਈ ਸਹੀ ਹੈ। ਹੈ, ਇਹ ਮਤਲਬ 10-15 ਮਿੰਟ ਚ ਨਫ ਹੋਇਆ। ਇੱਧਰ ਕਰੋ। ਆਪਣਾ ਵਾਸ਼ਿੰਗਟਨ ਦਾ 99, ਫਿਰ ਔਰੇਗਨ ਦਾ 195, ਫਿਰ ਔਰੇਗਨ ਦਾ 30। ਇਹ ਸਾਡਾ ਜਿਹੜਾ ਤੀਸਰਾ ਸਟਾਪ ਆ ਤੇ ਅਗਲਾ ਆਪਾਂ ਦੇਖਦੇ ਹਾਂ ਕਿੱਥੇ ਹੁੰਦਾ। ਹੁਣ ਆਪਾਂ ਚਾਹ ਲੱਭੀਏ ਜੀ। ਚਾਹ ਲੱਭੀਏ ਜੀ। ਓਕੇ ਚਲਿਏ ਜੀ। ਓਕੇ ਜੀ। ਸੋ ਟਾਰਗੇਟ ਸਟੋਰ ਦੇ ਵਿੱਚ ਸਾਨੂੰ ਇੱਥੇ ਸਟਾਰਬਕਸ ਦਾ ਸਾਈਨ, ਲਓ ਜੀ ਸਾਨੂੰ ਸਟਾਰਬਕਸ ਮਿਲ ਗਿਆ ਤੇ ਅਸੀਂ ਚਾਹ ਹੀ ਲੱਭਦੇ ਸੀਗੇ ਤੇ ਸਾਨੂੰ ਸਟਾਰਬਕਸ ਮਿਲ ਗਿਆ। ਹੁਣ ਅਸੀਂ ਆਏ ਤੇ ਅੰਦਰ ਵਾਸ਼ਰੂਮ ਯੂਜ਼ ਕਰਨ ਵਾਸਤੇ ਸੀ, ਬਟ ਸਟਾਰਬਕਸ ਮਿਲਣ ਤੋਂ ਬਾਅਦ ਹੁਣ ਅਸੀਂ ਫਿਰ ਚਾਹ ਵੀ ਇੱਥੋਂ ਪੀ ਕੇ ਹੀ ਜਾਵਾਂਗੇ। ਸਟਾਰਬਕਸ ਲਾਈਨ ਅਪ ਖੜੇ ਆ ਜੀ। ਪਿਛਲੇ ਤਕਰੀਬਨ 11 ਮਿੰਟ ਹੋ ਗਏ ਪੂਰੇ ਗਿਣਤੀ ਦੇ ਤੇ ਅਜੇ ਤੱਕ ਬੰਦਾ ਕੱਟੇ ਨੇ। ਉਹ ਭੈਣ ਜੀ ਹੁਣੀ ਇਕੱਲੇ ਨੇ, ਮੈਨੂੰ ਲੱਗਦਾ ਸੌਦਾ ਦੇਣ ਵਾਲੇ ਅਗਲੇ ਬੰਦੇ ਨਾ। ਮੈਨੂੰ ਲੱਗਦਾ ਇਹੀ ਹੈ ਵੀ ਜਿਹੜੀ ਉਹ ਲੇਬਰ ਵਾਲੀ ਸ਼ਾਰਟੇਜ ਆ ਉਹ ਇੱਥੇ ਵੀ ਉਹ ਪ੍ਰੋਬਲਮ ਹੈਗੀ ਆ। ਹਾਂ, ਤਾਂ ਕਿ ਨਹੀਂ ਤਾਂ ਕਦੇ ਵੀ ਕਿਸੇ ਵੀ ਸਟਾਰਬਕਸ ਤੇ ਇੱਕ ਨਹੀਂ, 2 ਟਿਲਾਂ ਤੇ ਇੱਕ ਟਿਲ ਤੇ ਇੱਕ ਲੇਡੀ ਆ ਤੇ ਇੱਕ ਉਧਰਲੇ ਬੰਨੇ ਹੈਲਪਰ ਆ ਬਸ। ਠੀਕ ਹੈ ਜੀ। ਕੈਸ਼ ਕਾਊਂਟਰ ਤੇ ਵੀ ਤੇ ਮੈਂ ਪਿੱਛੇ ਵੀ ਦੇਖਿਆ ਵੀ ਬਹੁਤੇ ਕੰਮ ਹੀ ਨਹੀਂ ਸੀ ਹੈਗੇ। ਇਹ ਵੇਟ ਦੀ ਸ਼ਾਰਟੇਜ ਜਿਹੜੀ ਆ ਉਹ ਸਾਨੂੰ ਵੇਟ ਕਰਾ ਰਹੀ ਆ ਸਾਡਾ। ਹੁਣ ਅਸੀਂ 15-20 ਮਾਈਲ ਕੱਢ ਦੇਣਾ ਸੀ ਹੁਣ ਤੱਕ। ਹਾਂ ਤੇ ਹਾਂਜੀ ਕਿਉਂਕਿ ਇਹ ਕਦੇ ਵੀ ਨਹੀਂ ਦੇਖਿਆ ਸਟਾਰਬਕਸ ਤੇ ਇੱਕੋ ਕੁੜੀ ਹੋਏ ਵਿਚਾਰੀ, ਕੈਸ਼ ਤੇ ਵੀ ਉਹੀ, ਬਣਾਉਣ ਲਈ ਵੀ ਉਹੀ। ਜੋਗਰਾਜ ਜਦੋਂ ਪਹਿਲਾਂ ਆਰਡਰ ਲੈਂਦੀ ਆ ਮੈਨੂੰ ਲੱਗਣ ਡਿਆ ਵੀ ਹੈਲਪ ਕਰ ਦਿਓ, ਕਰਾ ਲਈਏ। ਸ਼ਾਇਦ ਡਿਸਕਾਊਂਟ ਵੀ ਮਿਲ ਜਾਵੇ। ਡਿਸਕਾਊਂਟ ਸਾਡੀ ਬਣਾਈ ਪਤਾ ਨਹੀਂ ਹੈਲਪ ਹੋਏ ਨਾ ਹੋਏ ਨਾ ਕੰਮ ਨਾ ਹੋਏ। ਬਾਕੀ ਦੀਪਿੰਦਰ ਭਾਜੀ ਵਾਸਤੇ ਸਾਨੂੰ ਦਮ ਜਿਹੜਾ ਇਹ ਲੈ ਲਿਆ, ਇਹ 70 ਵਾਲਾ 70 ਵਾਲਾ ਕਹਿੰਦੇ ਸੀ ਸਟਰੋਂਗ ਵਾਲਾ ਲੈ ਕੇ ਆਉਣਾ। ਹਾਂ, ਥੋੜੀ ਸੈਂਸਿਟਿਵ ਸਕਿਨ ਆ ਇਹਨਾਂ ਦੀ ਤੇ ਲਾ ਅਸੀਂ ਲੈ ਕੇ ਵੀ ਕੈਲੀਫੋਰਨੀਆ 'ਚ ਗਰਮੀ ਬਹੁਤ ਆ ਭਾਈ। ਇਹਦੇ ਭਾਜੀ ਬਹੁਤ ਜ਼ਰੂਰੀ ਆ। ਕਈ ਵਾਰੀ ਨਾਜ਼ੁਕ ਸਕਿਨਸ ਹੁੰਦੀਆਂ ਨੇ ਜਿਹੜੀਆਂ ਨਹੀਂ ਮੈਨੂੰ ਪਤਾ ਇਹ ਤਾਂ ਤੇ ਸੜ ਜਾਂਦੀ ਸਕਿਨ ਡਿਜ਼ੀਜ਼ ਹੋਣ ਦੇ ਚਾਂਸਸ ਵੱਧਦੇ ਉਹਦੇ ਨਾਲ, ਕਈ ਕੁਝ ਚੀਜ਼ਾਂ ਦੇ ਵੱਧਦੇ ਆ। ਉੱਤੇ ਲਿਖਿਆ ਵੀ ਪ੍ਰੀਵੈਂਟਸ ਫਰਮ ਦ ਸਕਿਨ ਕੈਂਸਰ ਐਜ਼ ਵੈਲ। ਸੋ ਦੱਸੋ ਕਿੰਨਾ ਹੋ ਗਿਆ? ਮੈਨੂੰ ਲੱਗਦਾ ਕਿ ਇਹਦੀ ਜਿੰਨੀ ਸਪੀਡ ਸੀ ਨਾ ਤੇ ਫੁੱਲ ਹੋ ਗਿਆ ਹੋਊਗਾ। ਆਹ ਖੋਲਿਓ ਇਹਨੂੰ ਫੜ ਕੇ, ਆਹ ਖੋਲੋ ਬਾਈ ਤੁਹਾਡਾ ਹੱਥ। ਇਹ ਤਾਂ ਹੁਣੇ ਹੀ ਆ, ਇਹ ਤਾਂ ਬਿਲਕੁਲ ਹੋ ਗਿਆ ਹੋਊਗਾ। ਲਾਈਕ ਯੂ ਆਰ ਕਲੋਜ਼ ਟੂ ਇਟ। ਲਓ ਜੀ ਹੁਣ ਆਪਾਂ ਦੇਖਦੇ ਆਂ ਵੀ ਕਿੰਨਾ ਹੋ ਗਿਆ। ਸੌਫਟਵੇਅਰ ਅਪਡੇਟ ਇੰਸਟਾਲ ਨਾਓ। ਨਹੀਂ ਨੈਕਸਟ ਸਟਾਪ ਤੱਕ ਦਿਸ ਗੁੱਡ। ਹਾਂਜੀ ਤੇ ਰੈਡਫੋਰਡ ਮੈਡਫੋਰਡ ਰੈਡ ਬਲਫ ਆਪਾਂ ਅੱਗੇ ਰੈਡ ਬਲਫ। ਸੋ ਔਰੇਗਨ ਦਾ ਆਲਮੋਸਟ ਲਾਸਟ ਸਟਾਪ ਹੀ ਆ ਮੈਡਫੋਰਡ। ਆਖਰੀ ਸ਼ਹਿਰ ਹੈ ਜੀ, ਆਖਰੀ ਸ਼ਹਿਰ ਮੈਡਫੋਰਡ ਜਿਹੜਾ। ਉੱਥੋਂ ਗੱਡੀ ਨੂੰ ਵੀ ਰਜਾਤਾ ਤੇ ਆਪ ਵੀ ਅਸੀਂ ਰੱਜ ਵੀ ਲਿਆ ਤੇ ਹੁਣ ਨਾਲ ਅਸੀਂ ਥੋੜਾ ਜਿਹਾ ਚੁਸਕੀਆਂ ਲੈਂਦੇ ਚਾਹ ਦੀਆਂ ਤੇ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਾਂਗੇ। ਤੇ ਉਸ ਤੋਂ ਬਾਅਦ ਸਾਡਾ ਕੈਲੀਫੋਰਨੀਆ 'ਚ ਸਟਾਪ ਕਿੱਥੇ ਹੋਊਗਾ ਜੀ? ਮਤਲਬ ਸਟਾਪ ਠਹਿਰਾਓ ਨਹੀਂ ਅੱਜ ਦਾ ਸਟਾਪ। ਜਿਹੜਾ ਸਟਾਪ ਆਪਾਂ ਰੈਡ ਬਲਫ ਥੋੜਾ ਚਿਰ ਹੁਣ ਗਾਹਾਂ 3 ਘੰਟੇ ਬਾਅਦ ਆਵੇਗਾ। ਓਕੇ, ਉੱਥੇ ਰੁਕ ਜਾਵਾਂਗੇ, ਉਹ ਵੀ 300 ਕਿਲੋਮੀਟਰ ਬਾਅਦ। ਅਸੀਂ ਬਹੁਤ ਮਜ਼ੇ ਨਾਲ ਟਰੈਵਲ ਕਰ ਰਹੇ ਹਾਂ। ਬਿਲਕੁਲ ਵੀ ਮਤਲਬ ਸਫ਼ਰ ਮੁਕਾਉਣ ਦੀ ਅਜੇ ਨਹੀਂ ਕੀਤੀ ਵੀ ਅਸੀਂ ਰੁਕਣਾ ਨਹੀਂ। ਇੱਥੇ ਰੁਕੇ ਆ ਹੁਣ ਅੱਧਾ ਪੌਣਾ ਘੰਟਾ, ਮੇਰੇ ਖਿਆਲ ਅਸੀਂ 45 ਮਿੰਟਸ ਦੇ ਕਰੀਬ ਰੁਕੇ ਹੋਵਾਂਗੇ। ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਆਪਾਂ ਜਦੋਂ ਰੁਕ ਵੀ ਰਹੇ ਹਾਂ ਨਾ ਤਾਂ ਐਵੇਂ ਨਹੀਂ ਆਪਾਂ ਰੁਕ ਰਹੇ, ਆਪਾਂ
ਤਕਰੀਬਨ 350 400 ਕਿਲੋਮੀਟਰ ਤੋਂ ਬਾਅਦ ਰੁਕ ਰਹੇ ਹਾਂ। ਹਾਂ ਪਰ ਇਹ ਸਫ਼ਰ ਕਿਉਂਕਿ ਹਾਈਵੇ ਵਧੀਆ, ਟ੍ਰੈਫਿਕ ਦੇ ਹਿਸਾਬ ਦੇ ਨਾਲ ਗੱਡੀਆਂ ਵਧੀਆ, ਹਾਂ ਤਾਂ ਉਹ ਸਫ਼ਰ ਆਪਾਂ ਨੂੰ ਲੱਗਦਾ ਨਹੀਂ ਵੀ ਇੰਨਾ ਸਫ਼ਰ ਕੱਢ ਲਿਆ। ਮਹਿਸੂਸ ਨਹੀਂ। ਹਰ ਵੇਲੇ ਦਿੱਲੀ ਜਿੰਨਾ ਟ੍ਰਿਪ ਲੈ ਕੇ ਹਰ ਵਾਰੀ ਅਸੀਂ ਇੱਕ ਦਿੱਲੀ ਫਤਿਹ ਕਰ ਰਹੇ ਇੱਕ ਹਾਂ। ਦਿੱਲੀ ਫਤਿਹ ਕਰਕੇ ਫਿਰ ਰੁਕਦੇ ਆ, ਫਿਰ ਪਰ ਉਹ ਰੁਕਦੇ। ਦਿੱਲੀ ਫਤਿਹ ਹੋ ਜਾਂਦੀ ਹੈ 2.5 ਘੰਟਿਆਂ 'ਚ। ਠੀਕ ਹੈ ਨਾ, ਇਹ 2.5 ਘੰਟਿਆਂ 'ਚ ਇਹ ਆਗਰਾ ਹੀ ਲਾਓ ਤੁਸੀਂ। ਹਾਂਜੀ ਹਾਂਜੀ ਇਹ ਆਗਰਾ ਹੀ ਲਾਓ। ਇਹ ਆਗਰਾ ਲਾਓ ਤੁਸੀਂ, ਵਾਕਈ ਸਹੀ ਆ। ਤੇ ਇਹ ਕੈਲੀਫੋਰਨੀਆ ਦੇ ਪਹਾੜ ਨੇ ਜੀ ਸਾਹਮਣੇ ਹੁਣ। ਹਾਂ ਤੁਸੀਂ ਦਿਖਾਓ ਜੀ ਇਹਨਾਂ ਨੂੰ ਕੈਲੀਫੋਰਨੀਆ ਦੇ ਪਹਾੜ। ਇਹ ਐਸ਼ਲੈਂਡ ਹੈ ਜੀ ਇਹ। ਓਕੇ, ਸੋ ਇਹ ਆਪਾਂ ਇੱਥੇ ਵੀ ਆਪਾਂ ਜਿਹੜੀ ਇੱਕ ਐਸ਼ਲੈਂਡ ਵਾਲੀ ਹਿੱਲ ਆ ਬਹੁਤ, ਜਿਹੜੀ ਇਹੀ ਆਉਣ ਵਾਲੀ ਹੈ। ਅੱਛਾ, ਜਿਹੜੀ ਅੱਗੇ ਹਿੱਲ ਜਿਹੜੀ ਕੈਲੀਫੋਰਨੀਆ ਐਂਡ ਆਰਗਨ ਦੇ ਬਾਰਡਰ ਤੇ ਹੈ ਨਾ, ਇਹ ਐਸ਼ਲੈਂਡ ਦੀ ਹਿੱਲ ਆ। ਹਾਂ, ਜਦੋਂ ਅਸੀਂ ਟਰੱਕ ਆਪਾਂ ਚਲਾਉਂਦੇ ਹੁੰਦੇ ਆ ਤਾਂ ਸਿਰਫ ਸਾਨੂੰ ਇਹੀ ਹੁੰਦਾ ਹੈ ਵੀ ਐਸ਼ਲੈਂਡ ਵਾਲੀ ਹਿੱਲ ਤੇ ਕਦੇ ਕਦੇ ਸਾਨੂੰ ਚੇਨਾਂ ਪਾਉਣੀਆਂ ਪੈਂਦੀਆਂ ਸੀ। ਓਕੇ, ਸੋ ਇਹਨੂੰ ਇਹੀ ਹੁੰਦਾ ਸੀ ਕਿ ਉਹ ਹਿੱਲ ਲੰਘ ਹੈ ਤਾਂ ਬਸ ਇਹੀ ਪੁੱਛਦੇ ਹੁੰਦੇ ਐਸ਼ਲੈਂਡ ਵਾਲੀ ਹਿੱਲ ਠੀਕ ਆ, ਹਿੱਲ ਠੀਕ ਆ, ਪੂਛ ਹੀ ਰਹਿ ਗਈ ਫਿਰ ਪਿੱਛੇ। ਹਨਾ ਜੀ। ਹਾਂਜੀ, ਹੁਣ ਤਾਂ ਆਪਣਾ ਮਤਲਬ ਲੈ ਲਿਆ, ਪਰ ਇੰਨਾ ਈਜ਼ੀ ਟ੍ਰਿਪ ਕੈਲੀਫੋਰਨੀਆ ਤੋਂ ਹਮੇਸ਼ਾ ਲਾਉਂਦੇ ਆ ਕਿਉਂਕਿ ਬਾਟ ਕਿਹੜੀ ਥੋੜੀ ਆ, 14-1500 ਕਿਲੋਮੀਟਰ ਆ ਜਿਹੜਾ ਅੱਜ ਆਪਾਂ ਇੱਕ ਦਿਨ ਚ ਕਰਨਾ ਹੈ। ਸਹੀ ਆ, 14-1500 ਕਿਲੋਮੀਟਰ ਇੱਕ ਦਿਨ ਐਂਡ ਚ। ਇੰਨਾ ਚੰਡੀਗੜ੍ਹ ਤੋਂ ਬੰਬੇ ਆ। 14 ਤੁਸੀਂ 1500 ਹਾਂਜੀ, ਜੇ ਤੁਸੀਂ ਇੱਥੇ ਕੈਲਕੂਲੇਟ ਕਰਕੇ ਦੱਸੋਗੇ ਦਿਨ ਕਿੰਨੇ ਲੱਗਦੇ, ਦਿਨ ਕਿੰਨੇ ਲੱਗਦੇ? ਆਹ ਪਰ ਤੁਸੀਂ ਹੁਣ ਦੇਖ ਲਓ ਵੀ ਆਪਾਂ ਇੰਨਾ ਸਫ਼ਰ ਕੱਢ ਕੇ ਅਰੇ ਹੋਰ ਕੱਢ ਸਕਦੇ ਸੀ। ਕਦੇ ਹੋਰ ਕੱਢ ਸਕਦੇ ਸੀ। ਅਜੇ ਅਸੀਂ ਆਰਾਮ ਦੇ ਨਾਲ, ਅਸੀਂ ਆਰਾਮ ਦੇ ਨਾਲ ਹੀ ਜਾਣਾ ਹੈ। ਅਸੀਂ ਮੇਰੇ ਖਿਆਲ ਨਾਲ ਤੀਸਰਾ ਸਟਾਪ ਲਾਇਆ ਖਾਣ ਪੀਣ ਦਾ ਹੁਣ। ਨਹੀਂ ਐਕਚੁਅਲੀ ਆਪਣਾ ਜਿਹੜੇ ਆਰਗਨ ਸਟੇਟ ਦੇ ਵਿੱਚ ਆਪਣਾ ਪਹਿਲਾ 99 ਤੇ ਤਾਂ ਸਵੇਰੇ ਆਪਾਂ ਸਿਰਫ ਕਾਫੀ ਵਾਸ਼ਿੰਗਟਨ ਚ ਸੀਗੇ, ਆਪਾਂ ਆਰਗਨ ਚ ਦੂਜਾ ਸੀਗਾ, ਔਰੇਗਨ ਚ ਦੂਸਰਾ, ਕੁੱਲ ਮਿਲਾ ਕੇ 3 ਸਟਾਪ। 3 ਸਟਾਪ। ਬਟ ਆਪਾਂ ਜਿਹੜੀ ਗੱਡੀ ਆਪਾਂ 2 ਚਾਰਜ ਦੇ ਨਾਲ ਆਪਾਂ ਇੱਥੇ ਤੱਕ ਕੈਲੀਫੋਰਨੀਆ ਦੇ ਬਾਰਡਰ ਤੱਕ ਪਹੁੰਚ ਗਏ। ਅੱਛਾ ਜੀ, ਸਿਰਫ 2 ਚਾਰਜ ਨਾਲ। ਸੋ ਇਹ ਜਿੰਨਾ ਉਹ ਪੈਟਰੋਲ ਵਾਲੀਆਂ ਗੱਡੀਆਂ ਦੇ ਟੈਂਕ ਦੀ ਕਪੈਸਿਟੀ ਆ, ਉਨੀ ਇਹਦੀ ਕਪੈਸਿਟੀ ਹੈਗੀ ਹੈ, ਘੱਟ ਨਹੀਂ ਹੈਗੀ। ਬਿਲਕੁਲ। ਜੇ ਆਪਾਂ ਗੱਡੀ ਦੂਸਰੀ ਵੀ ਲੈ ਕੇ ਆਉਂਦੇ ਹਾਂ, ਉਹਨੂੰ ਵੀ ਆਪਾਂ ਤੇਲ ਪਾਉਣ ਲਈ ਇੰਨੀ ਵਾਰ ਖੜਨਾ ਹੀ ਪੈਣਾ। ਚੰਡੀਗੜ੍ਹ ਬੰਬੇ ਬਾਜੀ 1600 ਕਿਲੋਮੀਟਰ। ਲਾਓ ਜੀ, ਆਈ ਵਾਸ ਰਾਈਟ। ਹਾਂਜੀ, 1600 ਕਿਲੋਮੀਟਰ ਚੰਡੀਗੜ੍ਹ ਬੰਬੇ। ਚੰਡੀਗੜ੍ਹ ਤੋਂ ਬੰਬੇ 1600 ਕਿਲੋਮੀਟਰ। ਇੰਨਾ ਹੀ ਆਪਾਂ ਆਉਣਾ ਇੱਕ ਦਿਨ ਚ ਹੀ ਉਡਾਤਾ। ਸੋ ਇਹ ਆਪਾਂ ਐਸ਼ਲੈਂਡ ਵਾਲੀ ਹਿੱਲ ਬਹੁਤ ਸੁਣੀ ਹੋਣੀ ਆਪਣੇ ਬੰਦਿਆਂ ਨੇ ਜਿਹੜੇ ਖਾਸ ਕਰਕੇ ਟਰੱਕ ਚਲਾਉਂਦੇ ਨੇ। ਮੈਂ ਜੀ ਇੱਧਰ ਨੂੰ ਆਇਆ ਪਹਿਲੀ ਵਾਰੀ ਆ, ਪਰ ਮੈਂ ਖੁਦ ਐਸ਼ਲੈਂਡ ਵਾਲੀ ਹਿੱਲ ਬਾਰੇ ਬਹੁਤ ਸੁਣ ਚੁੱਕਿਆ ਕਿ ਬਈ ਐਸ਼ਲੈਂਡ ਵਾਲੀ ਹਿੱਲ ਫਲਾਨ ਢੀਂਗ। ਤੇ ਜਦੋਂ ਦੀ ਤੁਰੀ ਅਸੀਂ ਹੌਲੀ ਹੌਲੀ 4000 ਫੁੱਟ ਦੀ ਚਾਹੀਦੀ ਆ ਗਈ ਭਾਜੀ, ਪਤਾ ਲੱਗਾ 4300 ਤੱਕ ਪਹੁੰਚ ਗਏ ਅਸੀਂ ਹੁਣ 7 ਮੀਲ ਗਾਹਾਂ। ਹੁਣ 7 ਮੀਲ ਡਾਊਨ ਹਿੱਲ ਆ। ਇਹ ਪਿੱਛੇ ਅਸੀਂ ਹੁਣੇ ਬ੍ਰੇਕ ਚੈੱਕ ਏਰੀਆ ਆਏ ਆ ਜਿੱਥੇ ਟਰੱਕਾਂ ਵਾਲਿਆਂ ਨੇ ਰੁਕ ਕੇ ਆਪਣੀਆਂ ਬ੍ਰੇਕਾਂ ਚੈੱਕ ਕਰਨੀਆਂ ਕਿ ਬਈ ਅੱਗੇ ਡਾਊਨ ਹਿੱਲ ਆ ਤੇ ਹੋਰ ਨਾ ਇਹ ਬ੍ਰੇਕਾਂ ਦਾ ਧੂਆਂ ਨਿਕਲ ਜੇ ਤੇ ਟਰੱਕਾਂ ਨੂੰ ਅੱਗ ਤੱਕ ਲੱਗ ਜਾਂਦੀ ਹੈ ਬ੍ਰੇਕਾਂ ਦੇ ਜ਼ਰੀਏ। ਤੇ ਨਵੇਂ ਡਰਾਈਵਰ ਮੇਰੇ ਵਰਗੇ ਜਾਂ ਕੋਈ ਕੱਚੇ ਡਰਾਈਵਰ, ਉਹ ਫਿਰ ਕਈ ਵਾਰੀ ਜਿਹੜੀਆਂ ਨਜਾਇਜ਼ ਬ੍ਰੇਕਾਂ ਵੱਜਦੀਆਂ ਨੇ ਉਹਦੇ ਵਿੱਚ ਫਿਰ ਬ੍ਰੇਕਾਂ 'ਚੋਂ ਅੱਗਾਂ ਲੱਗਦੀਆਂ ਵੀ ਅਕਸਰ ਜਿਹੜੀਆਂ ਦੇਖੀਆਂ ਜਾਂਦੀਆਂ ਨੇ। ਆ ਵਿਊ ਦੇਖੋ ਕਮਾਲ ਦਾ, ਐਸ਼ਲੈਂਡ ਵਾਲੀ ਹਿੱਲ। ਆਲਮੋਸਟ ਅਸੀਂ ਕੈਲੀਫੋਰਨੀਆ ਦੇ ਵਿੱਚ ਐਂਟਰ ਜਿਹੜਾ ਕਰਨ ਵਾਲੇ ਆ ਜੀ। ਕੈਲੀਫੋਰਨੀਆ 'ਚ ਬਸ ਚੰਦ ਮਿੰਟਾਂ 'ਚ ਨਾ, ਚੰਦ ਮਿੰਟਾਂ ਦੇ ਵਿੱਚ 4 ਫਲੈਸ਼ਰ ਲੱਗੇ, ਟਰੱਕ ਹੌਲੀ ਹੌਲੀ ਡਾਊਨ ਹਿੱਲ ਉਤਰ ਜਾਂਦੇ ਨੇ। ਸੋ ਅਪ ਹਿੱਲ ਫਿਰ ਚੰਗੀ, ਜਿਹੜੀ ਡਾਊਨ ਹਿੱਲ ਆ ਟਰੱਕ ਦੇ ਵਿੱਚ। ਨਹੀਂ ਤੇ ਅਸੀਂ ਕਹਿ ਰਹੀ ਨਾ ਹੁਣ ਤੇ ਉਤਰ ਆਈ ਆ, ਬੰਦੇ ਨੇ ਜਾਈ ਜਾਣਾ, ਉਹ ਕਿਤੇ ਜ਼ਿਆਦਾ ਡੇਂਜਰਸ ਆ ਅਪ ਹਿੱਲ ਨਾਲ। ਮਤਲਬ ਇੱਕ ਤਰੀਕੇ ਦਾ ਬੰਬ ਵੀ ਬਣ ਕੇ ਤੁਸੀਂ ਮਗਰ ਆਉਂਦੇ ਹੋ ਵੀ ਤੁਸੀਂ ਇੰਨੀ ਵੀ ਗਲਤੀ ਕੀਤੀ ਨਹੀਂ ਤੇ ਚੱਲਿਆ ਨਹੀਂ। ਸੋ ਹੁਣ ਜਦੋਂ ਇਹਨੇ 7 ਕਿਲੋਮੀਟਰ ਡਾਊਨ ਹਿੱਲ ਹੀ ਜਾਣਾ ਆ। 7 ਮੀਲ। ਅੱਛਾ, ਕੀ ਬਾਤ। 7 ਮਾਈਲਸ ਅਜੇ ਕਿਲੋਮੀਟਰ ਡਾਊਨ ਹਿੱਲ ਨਿਕਲਦੇ ਨਹੀਂ ਨਾ ਕੈਨੇਡਾ 'ਚ। ਭਾਜੀ ਕਿੱਥੇ, ਜਿੱਦਾਂ ਹੁਣ ਕਿੰਨੇ ਸਾਲ ਇੰਡੀਆ ਵਾਲੇ ਰੁਪਈਏ ਨਹੀਂ ਸੀ ਨਿਕਲੇ ਜਿੱਦਾਂ, ਤੇ ਹੁਣ ਇੱਕਦਮ ਇਹ ਕਿੱਦਾਂ ਨਿਕਲ ਜਾਣਾ। ਇਹ ਗੱਲ ਸਹੀ ਹੈ ਜੀ। ਨਾਲੇ ਜੇ ਕੋਈ ਬੰਦਾ ਆਉਂਦਾ ਜਾਂਦਾ ਰਹੇ ਤਾਂ ਉਹਨੂੰ ਪਤਾ ਰਹਿੰਦਾ। ਕੈਲੀਫੋਰਨੀਆ 'ਚ ਵੜਨ ਲੱਗੇ ਆ, ਸਾਰੀਆਂ ਚੀਜ਼ਾਂ ਛੱਡ ਦਈਏ। ਆ ਦੇਖੋ ਜੀ, ਵੈਲਕਮ ਟੂ ਕੈਲੀਫੋਰਨੀਆ। ਕੀ ਬਾਤ। ਲਓ ਜੀ ਭਾਈ ਸਾਹਿਬ, ਓਏ ਕੈਲੀਫੋਰਨੀਆ। ਖਾਲੀ ਸੜਕ ਦਾ ਰੰਗ ਵੀ ਬਦਲ ਗਿਆ ਨਾ। ਹਾਂ, ਸੜਕ ਦਾ ਰੰਗ ਜੀ ਗੂੜਾ ਹੋ ਗਿਆ, ਗਾੜਾ ਹੋ ਗਿਆ। ਇਹ ਹੁਣ ਆਪਾਂ ਭਾਈ ਸਾਹਿਬ ਫਿਰ ਕੈਲੀਫੋਰਨੀਆ ਪਹੁੰਚ ਗਏ ਨੇ। ਆਖਰਕਾਰ ਪਹੁੰਚ ਗਏ। ਕਹਿੰਦੇ ਕਿੱਥੇ ਆ ਗਏ? ਕਹਿੰਦੇ ਕੈਲੀਫੋਰਨੀਆ ਆ ਗਏ। ਸੋ ਦੁਨੀਆ ਦੀ ਜਦੋਂ ਇੱਕ ਚੰਗੀ ਥਾਂ ਤੇ ਤੁਸੀਂ ਜਾਓ, ਉਹਦੀ ਅੰਦਰੋਂ ਤੁਹਾਨੂੰ ਫੀਲ ਹੀ ਹੋਰ ਆਉਂਦੀ ਹੈ ਜੀ। ਇੱਕ ਵਰਲਡ ਪਾਵਰ ਅਮਰੀਕਾ, ਤੇ ਫਿਰ ਉਹਦਾ ਵਨ ਆਫ ਦਾ ਬੈਸਟ। ਉਹਦੇ ਵਿੱਚ ਸਾਡੇ ਕਈ ਕਾਰਨ ਨੇ, ਇੱਕ ਉੱਥੋਂ ਦਾ ਮਾਹੌਲ, ਇੱਥੋਂ ਦੀ ਸਾਡਾ ਭਾਈਚਾਰਾ। ਮੈਂ ਹੋਰ ਪੁੱਛਾਂਗਾ, ਐਕਸਲ ਨੰਬਰ ਕੀ ਹੈ ਜੀ? 796 ਮਤਲਬ 796 ਮਾਈਲਸ। ਸੋ 796 ਮਾਈਲਸ। ਹੁਣ ਇੱਥੋਂ
ਮੈਕਸੀਕੋ ਆ। ਕੀ ਬਾਤ ਹੈ, ਸਿੱਧਾ ਹੀ ਹੋਣਾ। i5 ਜਿਹੜਾ ਹੈ ਨਾ, ਹਾਂ। ਮੰਨ ਲਓ ਕਿੱਡਾ ਵੱਡਾ ਹੈ। ਤੁਸੀਂ ਇਹ ਦੇਖ ਲਓ ਵੀ ਆਪਾਂ ਦੋ ਹੀ ਸਟੇਟਾਂ ਰਲਾ ਕੇ ਇੰਨਾ ਨਹੀਂ ਬਣਦਾ। ਇਹਨਾਂ ਨਹੀਂ ਬਣਿਆ। ਪਹਿਲੀ ਸੀਗੀ ਸਾਡੀ ਜਿਹੜੀ ਉਹ ਜਿਹੜੀ 276 276 plus 308 ਇਹ ਦੋਏ ਰਲਾ ਕੇ 600 ਨਹੀਂ ਬਣਦੀ। ਹਾਂ। ਇਹ ਆਲਮੋਸਟ 800 796 ਨਾ। ਹਾਂਜੀ। 796 ਮਾਈਲ। ਸੋ ਆਲਮੋਸਟ 800 ਮੀਲ 800 ਮੀਲ ਕਿਲੋਮੀਟਰ ਤੁਸੀਂ ਆਪੇ ਕਰ ਲਿਓ ਜੀ। ਕਿਲੋਮੀਟਰ ਭਾਜੀ ਦੱਸੋ ਜੀ ਕਿੰਨੇ ਕਿਲੋਮੀਟਰ? ਆਲਮੋਸਟ ਭਾਜੀ ਲੱਗਦਾ ਕਿ ਕਲੋਜ਼ ਟੂ ਡਬਲ ਹੀ ਹੋ ਜਾਂਦੇ ਨਾ, ਲੈਸ ਲਿਟਲ ਹੁਣ ਇੱਕ ਹਾਂਜੀ ਉਹ ਕਰਕੇ ਵੀ ਮਤਲਬ ਤੁਸੀਂ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂਗਾ। ਗਾਹਾਂ ਜਾ ਕੇ ਇੱਕ 12-13 ਚੈੱਕ ਪੋਸਟ ਹੋਣੀ ਆ। ਅੱਛਾ ਜੀ। ਹੁਣ ਮੈਂ ਤਾਂ ਆਉਂਦਾ ਜਾਂਦਾ ਰਹਿੰਦਾ ਨਾ। ਚੈੱਕ ਪੋਸਟ ਹੋਣੀ ਹੈ ਜਿੱਥੇ ਤੁਹਾਡੇ ਉਹ ਨਹੀਂ ਫਰੂਟ ਵਗੈਰਾ ਚੈੱਕ ਕਰਨਾ ਵੀ ਤੁਹਾਡੀ ਗੱਡੀ ਦੇ ਵਿੱਚ ਕੋਈ ਕੁਛ ਹੈਗਾ ਤਾਂ ਨਹੀਂ। ਫਰੂਟ ਤਾਂ ਨਹੀਂ। ਤਾਂ ਡੈਜ਼ਰਟ ਜਿਹਾ ਆ, ਹਾਂ। ਤੁਸੀਂ 100-200 ਮੀਲ ਅਜੇ ਅੰਦਰ ਨੂੰ ਜਾ ਕੇ ਦੇਖਿਓ, ਫਿਰ ਪਤਾ ਤੁਹਾਡੇ ਸੱਜੇ ਖੱਬੇ ਬਾਗ, ਅੱਛਾ। ਆੜੂਆਂ ਦੇ, ਆਹਾ। ਬਦਾਮਾਂ ਦੇ, ਓਏ ਹੋਏ ਹੋਏ, ਅੰਗੂਰਾਂ ਦੇ, ਹੋਰ ਓਹ। ਜਿਹੜੇ ਸਾਰੇ ਬਾਕੀ ਤੁਸੀਂ ਆਪੇ ਦੇਖ ਕੀ ਕਹਿਣ ਡਏ ਜੇ? ਕੀ ਕਹਿੰਦੇ ਇਹ ਕੀ ਕਹਿਣ ਡਏ ਜੇ? ਸਹੀ ਜਿਹਾ ਅਸੀਂ ਦਿਖਾਵਾਂਗੇ ਪਰ ਵੀ। ਸਭ ਤੋਂ ਇੰਪੋਰਟੈਂਟ ਕੈਲੀਫੋਰਨੀਆ ਤੁਸੀਂ ਕਿਸੇ ਦੂਜੀ ਸਟੇਟ ਤੋਂ ਫਰੂਟ ਨਹੀਂ ਲਿਜਾ ਸਕਦੇ, ਕੋਈ ਸੀਡਸ ਨਹੀਂ ਲਿਜਾ ਸਕਦੇ। ਹਾਂਜੀ। ਇਹ ਵੀ ਨਹੀਂ ਉਹ ਪਿੱਛੇ ਬਹੁਤ ਲਿਖਿਆ ਆ ਗਿਆ ਇੱਕ ਬੋਰਡ ਆਲਰੇਡੀ। ਅੱਛਾ, ਵੀ ਜੇ ਕੁਝ ਹੈਗਾ ਆ ਤੇ ਸਿੱਟ ਦੋ। ਪ੍ਰੋਡਿਊਸ ਨਹੀਂ ਹੈ। ਬਿਲਕੁਲ ਸਿੱਟ ਦਿਓ, ਨਹੀਂ ਤਾਂ ਉਹ ਸਟਾ ਦੇਣਗੇ। ਨਹੀਂ ਤੇ ਫਿਰ ਸਟਾਉਣਾ ਹੁੰਦਾ ਉਹਨਾਂ ਨੂੰ। ਕਿ ਕੈਨੇਡਾ ਦੀ ਪੋਪੂਲੇਸ਼ਨ ਤੋਂ ਜ਼ਿਆਦਾ ਇਕੱਲੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਪੋਪੂਲੇਸ਼ਨ ਆ। ਬਿਲਕੁਲ ਸਹੀ, ਤੇ ਐਗਜ਼ੈਕਟ ਨੰਬਰ ਤੁਹਾਨੂੰ ਉਹ ਜਿਹੜੇ ਨੇ ਹੁਣੇ ਭਾਜੀ ਇੱਕ ਨਾ ਇੱਕ ਫੀਲਿੰਗ ਜਿਹੀ ਆ ਜਾਂਦੀ ਹੈ ਕੈਲੀਫੋਰਨੀਆ ਚ ਆ ਕੇ। ਭਾਜੀ ਤੁਹਾਨੂੰ ਵੀ ਆਉਂਦੀ ਐ ਸਰ? ਬਿਲਕੁਲ ਮੈਂ ਬਾਰ-ਬਾਰ ਆਉਣਾ ਹੈ ਫਿਰ ਵੀ ਤਾਂ ਵੀ ਆਉਂਦੀ ਆ। ਫਿਰ ਕੀ ਫਾਇਦਾ ਹੋਇਆ ਤੁਹਾਨੂੰ ਨਹੀਂ ਆਉਂਦੀ ਹੁੰਦਾ? No, that's good. Feeling ਆਉਂਦੀ ਹੈ। ਆਲ ਵਹੀਕਲ ਪ੍ਰੀਪੇਅਰ ਟੂ ਸਟਾਪ। Okay, Okay, all right. ਭਾਜੀ, ਇਹ ਬਹੁਤ ਕੇਸਿਸ ਦੇ ਵਿੱਚ ਉਹ ਜਦੋਂ ਤੁਸੀਂ ਦੇਖ ਲੈਂਦੇ ਆ ਵੀ ਤੁਸੀਂ ਸਹੀ ਆ, ਹਾਂ। ਉਹ ਤੁਹਾਨੂੰ ਹੱਥ ਮਾਰ ਦਿੰਦੇ ਵੀ ਜਾਓ। ਜਾਓ। ਅੱਛਾ, ਜਿੱਥੇ ਉਹਨਾਂ ਜਿਹਨੂੰ ਨੂੰ ਮਰਜ਼ੀ ਡਾਊਟ ਜਿਹਨੂੰ ਮਰਜ਼ੀ ਰੋਕ ਸਕਦੇ ਆ, ਓਕੇ। ਪਰ ਜਿੱਥੇ ਤੁਹਾਨੂੰ ਲੱਗਦਾ ਹੈ। ਹਾਂਜੀ ਭਾਜੀ। ਕੈਨੇਡਾ ਦੀ ਪੋਪੂਲੇਸ਼ਨ 38 ਮਿਲੀਅਨ ਹੈ ਭਾਜੀ, ਤੇ ਕੈਲੀਫੋਰਨੀਆ ਇਕੱਲੇ ਦੀ 39 ਮਿਲੀਅਨ ਹੈ। ਸੋ 38 ਮਿਲੀਅਨ ਜਿਹੜੀ 38 ਮਿਲੀਅਨ ਪੋਪੂਲੇਸ਼ਨ ਕੈਨੇਡਾ ਦੀ ਤੇ 39 ਜਿਹੜੀ ਆ ਉਹ ਕੈਲੀਫੋਰਨੀਆ ਦੀ। ਕਦੋਂ ਦੇ ਭਾਜੀ ਹੁਣ ਦੇ ਹੋਣੇ ਆ ਇਹ ਲੇਟੈਸਟ ਵਾਲੇ ਨੇ? ਵੀ ਅਪਡੇਟ ਸੀਗਾ 2021 ਦਾ। 2021 ਦਾ ਨਾ ਭਾਜੀ ਆ ਦੇਖਿਓ ਜੀ। ਸੋ ਅੱਛਾ, ਹੁਣ ਇਹ ਆ ਗਿਆ ਜੀ, ਸਾਰੇ vehicles ਨੇ ਇੱਥੇ ਰੁਕਣਾ। ਇਹ ਜਿਹੜਾ ਇੱਥੇ ਸਾਰਿਆਂ ਨੇ ਰੁਕਣਾ ਆ। ਸੋ ਸਾਰਿਆਂ ਨੇ ਰੁਕ ਕੇ ਇਹ ਜਿਹੜੀ ਇੱਥੇ ਆਪਾਂ ਇਹਨੂੰ video ਤੇ graph ਕੋਈ ਤੇ ਨਹੀਂ ਕਰ ਤੁਸੀਂ ਸਕਦੇ। ਮੇਰਾ ਖਿਆਲ ਪ੍ਰੋਸੀਡ ਵਿਦ ਕੌਸ਼ਨ ਨਹੀਂ ਕਿਹਾ ਹੈ ਜੀ। ਆਪਾਂ ਰੁਕੇ ਆ, ਪ੍ਰੋਸੀਡ ਕਰਕੇ ਆ ਲਓ ਜੀ। ਆਪਾਂ ਕਹਿੰਦੇ ਨਹੀਂ ਸਾਈਨ ਲਾਇਆ ਆ ਵੀ ਚੱਲ ਜਾਓ। ਚਲੋ ਜਾਓ, ਮਤਲਬ ਉਹਨਾਂ ਨੂੰ ਜਿੱਥੇ ਸ਼ੱਕ ਪਏਗਾ। ਸੋ ਸਾਰੇ ਟਰੱਕਾਂ ਵਾਲਿਆਂ ਨੂੰ ਵੀ ਇੱਥੇ ਰੋਕਦੇ ਨੇ ਨਾਲ ਨਾ, ਉਹਨਾਂ ਦਾ ਵੀ ਚੈੱਕ ਕਰਦੇ ਨੇ। ਓਹ ਹੋ ਦੇਖੀ ਜੀ। ਟੈਸਲਾ ਇੱਕ ਵਾਰੀ ਧੌਣ ਲਾਉਂਦੀ ਪਿਛਲੇ ਬੰਨੇ ਸੀਟ ਦੇ ਨਾਲ ਪੂਰੀ ਨਾ। ਹਾਂਜੀ ਹਾਂਜੀ। ਫਿਰ ਇਹਦੀ ਮਤਲਬ ਹੈਰਾਨੀ ਤਾਂ ਹੁੰਦੀ ਹੈ ਕਿ ਪਤਾ ਨਹੀਂ ਇੰਜਣ ਦੀ ਆਵਾਜ਼ ਕੋਈ ਨਹੀਂ ਹੈਗੀ। ਤੁਹਾਨੂੰ ਪਤਾ ਉਦੋਂ ਹੀ ਲੱਗਦਾ ਜਦੋਂ ਤੁਹਾਡਾ ਸਿਰ ਜਾ ਕੇ ਪਿੱਛੇ ਸੀਟ ਨਾਲ ਲੱਗਦਾ ਵੀ ਉਹ ਇਹਦੇ ਇਹ ਜਿੱਦਾਂ ਹੱਥ ਛੱਡ ਕੇ ਨਹੀਂ ਮੋਟਰਸਾਈਕਲ ਤੇ ਸਟੰਟ ਕਰਦੇ ਹੁੰਦੇ। ਤੁਸੀਂ ਆ ਦੇਖੋ ਕਿੰਨਾ ਐਕੂਰੇਟ ਆਰਡਰ ਨਾ। ਹਾਂ। ਆਟੋ ਪਾਇਲਟ ਦੇ ਵਿੱਚ ਨਾ ਅੱਗੇ ਮੋੜ ਹੈ। ਜਿੰਨੇ ਮਰਜ਼ੀ ਮੋੜ ਆ, ਮੋੜ ਘੇੜ ਆਈ ਜਾ ਰਹੇ ਨੇ। ਹਾਂ। ਔਰ ਤੁਸੀਂ ਕੁਝ ਨਹੀਂ ਕਰ ਰਹੇ ਜੀ। ਹਾਂ। ਤੁਸੀਂ ਇਹ ਦੇਖੋ। ਲਓ ਜੀ। ਆਪਣੇ ਆਪ ਹੀ ਆ ਦੇਖੋ ਕਿ ਅੱਗੇ ਮੋੜ ਆ ਗਿਆ। ਆ ਦੇਖੋ ਦੇਖੋ ਜੀ, ਮੈਂ ਕੁਝ ਨਹੀਂ ਕਰ ਰਿਹਾ ਜੀ। ਸੋ ਬਹੁਤ ਵਧੀਆ, ਬਹੁਤ ਕਮਾਲ ਦੀ ਟੈਕਨੋਲੋਜੀ ਆ ਗਈ। ਸਵਾਦ ਆ ਗਿਆ। ਦੇਖਿਆ ਨਾ, ਹੁਣ ਜਿੱਥੇ ਵੀ ਜਾਣਾ ਕਰਮਾ ਕੁਰਬਾ ਸਾਰਾ ਕੁਝ ਆਪੇ ਸਪੀਡ ਦੇ ਹਿਸਾਬ ਨਾਲ। ਕਿਵੇਂ ਲੱਗ ਰਿਹਾ ਜੋਗਰਾ ਸਾਹਿਬ? ਬਹੁਤ ਵਧੀਆ ਭਾਜੀ। ਆਨੰਦ ਤੋਂ ਵੀ ਉੱਪਰ ਜੇ ਕੋਈ ਲਫ਼ਜ਼ ਹੈ ਤੇ ਜਾਂ ਸਵਾਦ ਆ ਰਿਹਾ ਉਸ ਚੀਜ਼ ਦਾ ਆ। ਹਰ ਇੱਕ ਕੱਲੀ ਚੀਜ਼ ਮਤਲਬ ਕੈਲੀ ਆ ਜੀ। ਕੈਲੀ ਹੋਈ ਪਈ ਆ। ਕੈਲੀ ਵਿੱਚੋਂ ਆਈਆਂ ਲੌਂਗਾਂ ਦਬਾਬੇ ਤੋਂ। ਆ ਦੇਖ। ਇਹ ਵੀ ਕੈਲੀਫੋਰਨੀਆ ਦੀ ਕੋ ਹੈ ਭਾਜੀ। ਕਿਦਾਂ ਕੀ ਖਿਆਲ ਕੈਲੀ ਬਾਰੇ? ਬਹੁਤ ਪਿਆਰੀ ਜਗ੍ਹਾ ਜੀ। ਇਹ ਪੰਜਾਬ ਹੀ ਆ ਆਪਣਾ। ਆਹਾ। ਵੱਡਾ ਪੰਜਾਬ। ਅਜੇ ਤਾਂ ਤੁਹਾਨੂੰ ਆ ਟਰੀ ਜੋਗਰਾ ਚ ਦਿਸਦੇ ਨਾ ਆਪਣੇ ਕੈਨੇਡਾ ਵਰਗੇ। ਹਾਂਜੀ। ਸੀਡਰ ਵਗੈਰਾ। ਹਾਂ। ਜਦੋਂ ਤੁਸੀਂ ਅੱਗੇ ਚੱਲ ਜਾਣਾ ਨਾ ਗਾਹਾਂ ਸੈਕਰਾਮੈਂਟੋ ਲੰਘ ਜਾਣਾ, ਫਿਰ ਤੁਹਾਨੂੰ ਸਫੈਦੇ ਦਿਸਣੇ। ਅੱਛਾ। ਐਨ ਇੰਡੀਆ ਵਾਲਾ ਮਾਹੌਲ। ਜੀਟੀ ਰੋਡ ਤੇ ਸਫੈਦੇ ਹਾਂ। ਲਿਖ ਦੂੰ ਉਹਨਾਂ ਦਾ ਨਾਮ। ਬਿਲਕੁਲ ਨਾਂ ਵੀ ਲਿਖੇ ਹੋਣਗੇ। ਇਹ ਸਫੈਦਿਆਂ ਦੇ ਖੋਦ ਨਾਂ ਵੀ ਲਿਖਿਆ। ਕੀ ਬਾਤ ਹੈ ਜੀ। ਮੌਜਾਂ। ਕੱਲੀ ਚੀਜ਼ ਨੇ ਸਵਾਦ ਲਿਆਂਦਾ ਪਿਆ ਜੀ।
ਗੱਡੀ ਨੇ ਵੱਖਰੇ 4 ਚੈਨਲ ਆਏ ਆ, ਗੱਡੀ 'ਚ ਵਿੱਚ ਬੈਠੇ ਵਾਲਿਆਂ ਨੇ ਵੱਖਰੇ, ਗੱਡੀ ਦੇ ਬਾਹਰ ਵਾਲੇ ਮਾਹੌਲ ਨੇ ਵੱਖਰੇ, ਗੱਡੀ ਦੇ ਚਾਰਜਰਾਂ ਨੇ ਵੱਖਰੇ। ਇਹ ਵੀ ਜਿਆਦਾ ਮੈਨ ਮੇਡ ਜੇ ਲੱਗ ਗਈ ਨਾ, ਜਿੱਦਾਂ ਰੁਕਿਆ ਹੁੰਦਾ ਡੈਮ ਲਾ ਕੇ, ਨਹੀਂ ਤਾਂ ਇੱਥੋਂ ਪਾਣੀ ਕਿੱਥੋਂ ਆ ਗਿਆ। ਕਾਈਂਡ ਆਫ ਫੀਲ ਇਹਦੀ ਮੈਨ ਮੇਡ ਵਾਲੀ ਆ, ਬਹੁਤ ਵੱਡੀ ਆ, ਬਹੁਤ ਜ਼ਿਆਦਾ। ਲਓ ਜੀ, ਅਸੀਂ ਪਹੁੰਚ ਗਏ ਆ ਇਸ ਵੇਲੇ ਰੈੱਡ ਬਲੱਫ, ਕੈਲੀਫੋਰਨੀਆ, ਸੈਕਰਾਮੈਂਟੋ ਤੋਂ ਬਸ ਬਹੁਤ ਹੀ ਨੇੜੇ। ਅਸੀਂ ਇੱਥੇ ਵੀ ਰੁਕ ਕੇ ਅਸੀਂ ਕਿ ਥੋੜੀ ਨਾਲੇ ਬ੍ਰੇਕ ਲੈ ਲਈਏ, ਨਾਲੇ ਕੁਝ ਖਾ ਪੀ ਲਈਏ, ਫਿਰ ਅਗੇਨ ਆਪਣਾ ਆਪਾਂ ਇੱਥੇ ਟੈਸਲਾ ਦੇ ਚਾਰਜਰ ਇੱਥੇ ਆਪਾਂ ਨਾਲੇ ਚਾਰਜ ਕਰ ਲਵਾਂਗੇ, ਤਾਂ ਨਾਲੇ ਆਪਾਂ ਮਾੜਾ ਮੋਟਾ ਸ਼ੱਕ ਛਕਾ ਲਵਾਂਗੇ। ਤਾਂ ਹੁਣ ਅਸੀਂ ਆਲਮੋਸਟ ਇੱਥੇ ਟਾਈਮ 7:30 ਹੋ ਗਿਆ ਜੀ, ਹਾਂਜੀ 7:30, ਔਰ ਟੈਂਪਰੇਚਰ 39 ਡਿਗਰੀ ਐਂਡ ਸਾਡੇ ਕੋਲ ਜਿਹੜੀ ਅਜੇ ਬੈਟਰੀ ਜਿਹੜੀ ਆ ਉਹ 18% ਬਚਦੀ ਸੀ, ਪਰ ਫਿਰ ਵੀ ਆਪਾਂ ਰੁਕਣ ਲੱਗੇ ਆ ਤਾਂ ਕਿ ਇੱਥੋਂ ਮਾੜੀ ਮੋਟੀ ਕਾਫੀ ਲੈ ਕੇ ਤਾਂ ਫਿਰ ਆਪਣੀ ਜਿਹੜੀ ਨੈਕਸਟ ਡੈਸਟੀਨੇਸ਼ਨ ਆ ਸੈਕਰਾਮੈਂਟੋ ਵਿਚ ਇਜ਼ ਅਬਾਊਟ 2 ਆਵਰਸ ਦੀ ਹੋਣੀ ਹੈ। ਇੱਥੋਂ ਆਪਾਂ ਰੁਕਦੇ ਰਕਾਉਂਦੇ ਆਲਮੋਸਟ ਪਹੁੰਚੇ ਗਏ ਔਰ ਟਾਇਰਡਨੈਸ 0। 3 ਚਾਰਜਾਂ 'ਚ 1203 ਕਿਲੋਮੀਟਰ ਆ ਚੁੱਕੇ। ਲਓ ਜੀ 1203 ਕਿਲੋਮੀਟਰ ਹੁਣ ਤੱਕ ਦਾ ਸਫ਼ਰ ਆਪਣਾ ਦੇਖੋ, ਮੇਰੇ ਖਿਆਲ ਉਰਿਓਂ ਮੁੜ ਗਿਆ ਕਿਲੋਮੀਟਰ। ਹਾਂਜੀ ਉਹ ਦੇਖੋ ਟੈਸਲਾ ਦੇ ਚਾਰਜਰ, ਉਹ ਦੇਖੋ ਲੱਗੇ ਹੋਏ। ਟੈਸਲਾ ਟਰੱਕ ਬੱਲੀ ਹੈ, ਛੇਤੀ ਹੋ ਜਾਣਾ, ਖਾਲੀ ਪਿਆ ਤਾਂ ਇਹ ਭਾਜੀ ਤੇ ਖਾਲੀ ਇਹਨਾਂ ਤੇ ਧੂੜਾ ਪੱਟ ਦੇਣੀਆਂ, ਆਪਾਂ ਦੇਖ ਲੈਂਦੇ ਆ ਜੀ ਕਿੰਨੀਆਂ ਪੜਦਾ। ਧੂੜਾ ਪੱਟੀਆਂ ਜਾਣੀਆਂ। ਵਧੀਆ ਨਾ, ਦੇਖੋ ਹਰ ਜਗ੍ਹਾ ਕਿੰਨਾ ਕੁਛ ਨਹੀਂ ਲਾਇਆ ਆ। ਟੈਸਲਾ ਜਿੰਦਾਬਾਦ। ਜਿੰਨੀ ਮਸ਼ਹੂਰੀ ਆਪਾਂ ਟੈਸਲਾ ਦੀ ਕੀਤੀ ਆ ਉਹਨਾਂ ਨੂੰ ਬਿੱਲ ਕਰ ਦਈਏ ਫਿਰ। ਕਿਵੇਂ ਲੱਗਦਾ? ਮਜ਼ਾ ਆਨੰਦ। ਉਹ ਕਿਸੇ ਦੀ ਔਰ ਹੈਟ ਰਹਿ ਗਈ ਜੀ, ਆ ਦੇਖਿਓ। ਕੋਈ ਗੱਲ ਨਹੀਂ, ਰਹਿਣ ਦਿਓ, ਲੈ ਜਾਊਗਾ ਭਾਈ ਕੋਈ। ਲੱਗਦਾ ਕੋਈ ਚਾਰਜ ਲਾਉਣ ਲੱਗਾ ਨਾ, ਉੱਪਰ ਰੱਖ ਦੇ। ਠੀਕ ਹੈ ਜੀ। ਕਿਵੇਂ ਵੀਰ ਜੀ? ਆਵਾਜ਼ਾਂ ਕੱਢਦੀ ਹਾਂ ਪੂਰਾ ਪੱਖਾ ਚੱਲਦਾ। ਹੁਣ ਮੈਂ ਦੇਖੀਏ ਕਿੰਨੀ ਸਪੀਡ ਚੱਲਦੀ ਆ। ਲਓ ਜੀ ਹੁਣੇ ਆਪਾਂ ਤੁਹਾਨੂੰ ਦੱਸੀਏ ਵੀ ਕਿੰਨੀ ਇਸ ਵੇਲੇ ਹੈਗੀ ਆ ਉਹ ਤੁਹਾਡੀ 1040 ਮਾਈਲ ਪਰ ਆਵਰਸ। ਇਹ ਤਾਂ ਇਹਨੇ ਫੱਟੇ ਜਣੇ ਚੱਕ ਆ ਦੇਖ ਲਓ ਜੀ। ਜਦੋਂ ਹੁਣੇ ਲਾਈ ਆ ਹੁਣ ਦੇ 5 ਮਾਈਲ ਮਿਲ ਵੀ ਗਏ ਆ, 5 ਮੀਲਸ ਮਿਲ ਵੀ ਗਏ, ਸੌਰੀ 6 ਮੀਲ। ਆਪਾਂ ਬਸ ਜਾ ਕੇ ਇਹ ਤਾਂ 10-15 ਮਿੰਟ ਦੇ ਵਿੱਚ ਆਪਣੀ ਫੁੱਲ ਚਾਰਜ ਹੋ ਜਾਣੀ ਆ। ਅੱਛਾ ਜੀ, ਠੀਕ ਹੈ ਜੀ। ਚਲੋ ਜੀ ਆਪਾਂ ਬਾਹਰ ਦੇਖੀਏ ਰੈੱਡ ਬਲੱਫ। ਪੀਣ ਲਈ ਕੁਝ ਲਈਏ ਠੰਡਾ, ਬਾਕੀ ਨਟਸ। ਕਿਵੇਂ ਲੱਗਦੇ ਸਟੋਰ ਇੱਥੇ? ਪੀਣ ਵਾਸਤੇ ਤੇ ਸਾਰਾ ਕੁਝ ਹੈਗਾ। ਉਹ ਵੇਖੋ ਕਿਹੜੇ ਜੀ? ਰੋਸਟਰ ਤੁਸੀਂ ਦੇਖੋ ਜੀ, ਉਹ ਮੱਕੀ ਦੇ ਦਾਣੇ ਨਹੀਂ ਹੁੰਦੇ ਜਿੱਦਾਂ ਮੱਕੀ ਦੇ ਦਾਣੇ ਦਾ। ਉਹ ਜਿਆਦਾ ਵਧੀਆ। ਹਾਂ ਮੱਕੀ ਦੇ ਭੁੱਜੇ ਜਿਹੜੇ ਹਨਾ, ਭੁੱਜੇ ਹੋ ਜਾਏ। ਲਓ ਜੀ ਲਓ ਜੀ ਇੱਥੇ ਆਪਾਂ 15-20 ਮਿੰਟ ਰੁਕੇ ਸੀਗੇ ਤਾਂ ਆਪਣੇ ਕੋਲ 291 ਮਾਈਲ ਮਿਲ ਗਏ ਨੇ। ਠੀਕ ਹੈ ਜੀ, ਉੱਤੇ ਕਲਿੱਕ ਕਰੋਗੇ ਤਾਂ ਕਿੰਨੇ % ਹੋ ਗਏ ਆ ਦੇਖ ਲਿਓ। ਜੋ 88% ਹੋ ਗਿਆ, ਜਿਹੜਾ ਕਿ ਅਸੀਂ ਹੁਣ ਆਪਾਂ ਨੂੰ ਕਿਸੇ ਚਾਰਜਰ ਦੀ ਲੋੜ ਨਹੀਂ ਪੈਣੀ। ਐਂਡ ਵੀ ਵਿਲ ਬੀ ਐਂਡ ਪਹੁੰਚ ਟੂ ਆਰ ਡੈਸਟੀਨੇਸ਼ਨ। ਬਿਲਕੁਲ ਸਹੀ ਜੀ, ਸੈਕਰਾਮੈਂਟੋ ਏਰੀਆ 'ਚ। ਬਿਲਕੁਲ ਸਹੀ ਜੀ। ਔਰ ਟੈਂਪਰੇਚਰ ਇੱਥੇ ਇੰਨੀ ਗਰਮੀ ਹੈ 39 ਡਿਗਰੀ ਸੈਲਸੀਅਸ। ਕੀ ਬਾਤ। ਹਾਂਜੀ, ਸੋ ਲੰਮੇ ਸਫ਼ਰ ਤੋਂ ਬਾਅਦ ਤਕਰੀਬਨ 17 ਘੰਟੇ ਹੋ ਗਏ ਸਾਨੂੰ ਘਰੋਂ ਨਿਕਲਿਆਂ ਨੂੰ, ਪਰ ਅਸੀਂ ਰਾਹ 'ਚ ਰੁਕਦੇ ਰਕਾਉਂਦੇ ਆਰਾਮ ਨਾਲ ਛਕਦੇ ਛਕਾਉਂਦੇ ਮੌਜਾਂ ਮਾਣਦੇ, ਪਹਿਲਾਂ ਵਾਸ਼ਿੰਗਟਨ ਸਟੇਟ ਦੀਆਂ, ਫਿਰ ਓਰੇਗਨ ਸਟੇਟ ਦੀਆਂ, ਫਿਰ ਹੁਣ ਕੈਲੀਫੋਰਨੀਆ ਦੀਆਂ, ਤੇ ਤਕਰੀਬਨ ਰਾਤ ਦੇ 9:45 ਵਜੇ ਹੁਣ ਅਸੀਂ ਮਨੇਰੇ 5 ਵਜੇ ਘਰੋਂ ਚੱਲ ਕੇ ਤੇ 9:45 ਵਜੇ ਅਸੀਂ ਸੈਕਰਾਮੈਂਟੋ ਦੇ ਕੋਲ ਪਹੁੰਚ ਗਏ ਹਾਂ। ਅੱਜ ਦਾ ਪੜਾਅ ਸਾਡਾ ਇੱਥੇ ਆ, ਯਾਤਰਾ ਦਾ ਪਹਿਲਾ ਦਿਨ ਆ, ਤੇ ਜਿੱਥੇ ਅਸੀਂ ਪਹੁੰਚਣਾ ਸੀਗਾ ਜਿਨ੍ਹਾਂ ਸੱਜਣਾ ਦੇ ਘਰੇ, ਉਹ ਲੈਣ ਵੀ ਆ ਗਏ ਨੇ ਬਾਹਰ,
ਤੇ ਹੁਣ ਅੰਦਰ ਚੱਲਾਂਗੇ, ਪ੍ਰਸ਼ਾਦਾ ਪਾਣੀ ਛਕਾਂਗੇ, ਨਾਵਾਂ ਧੋਵਾਂਗੇ ਤੇ ਕੱਲ ਦੇ ਦਿਨ ਵਾਸਤੇ ਤਿਆਰੀਆਂ ਨੇ। ਪਰ ਅਸੀਂ ਡਿਸਾਈਡ ਨਹੀਂ ਕਰ ਪਾਏ ਵੀ ਕੱਲ ਨੂੰ ਅਸੀਂ LA ਨੂੰ ਜਾਣਾ ਆ, ਕੱਲ ਨੂੰ ਅਸੀਂ ਟ੍ਰੇਸੀ ਨੂੰ ਜਾਣਾ ਹੈ ਕਿ ਸੈਨ ਫਰਾਂਸਿਸਕੋ ਨੂੰ ਜਾਣਾ ਆ। ਉਹ ਅਜੇ ਸਾਡੀ ਡਿਬੇਟ ਹੋਣੀ ਆ ਤੇ ਡਿਬੇਟ ਦੇ ਵਿੱਚੋਂ ਕੀ ਨਿਕਲਦਾ ਅਸੀਂ ਤੁਹਾਨੂੰ ਸਵੇਰੇ ਸਰਪ੍ਰਾਈਜ਼ ਦੇਵਾਂਗੇ ਕਿ ਕੱਲ ਆਖਿਰਕਾਰ ਅਸੀਂ ਯਾਤਰਾ ਕਿੱਧਰ ਕਰਨੀ ਆ। ਦੀਪਿੰਦਰ ਭਾਜੀ ਸਾਡੇ ਨਾਲ ਪੂਰਾ ਯੋਗਦਾਨ ਕੈਮਰੇ ਦੇ ਪਿੱਛੇ ਦੇ ਰਹੇ ਨੇ, ਨਾਲ ਮੁਸਕਰਾ ਰਹੇ ਥੋੜਾ ਜਿਹਾ। ਸੋ ਅੱਜ ਦੀ ਯਾਤਰਾ ਸਾਡੀ ਤਕਰੀਬਨ ਇੱਥੇ ਸਮਾਪਤ ਆ ਜੀ। ਕੱਲ ਨੂੰ ਡੇ 2 ਸਾਡੇ ਟੂਰ ਦਾ ਤੇ ਕਿੱਥੇ ਕੀ ਕਰਾਂਗੇ ਕੱਲ ਤੁਹਾਨੂੰ ਅਸੀਂ ਜੋ ਕੱਲ ਦਿਖਾਉਣਾ ਹੈ ਕੈਲੀਫੋਰਨੀਆ, ਉਹ ਮੈਂ ਵੀ ਪਹਿਲੀ ਵਾਰੀ ਵੇਖਣਾ ਆ ਤੇ ਮੇਰਾ ਵੀ ਚਾਅ ਉਨਾ ਹੀ ਹੋਣਾ ਜਿੰਨਾ ਤੁਹਾਡੇ ਵਾਂਗੂ ਸਾਰਿਆਂ ਦਾ ਬਾਕੀਆਂ ਦਾ ਪਹਿਲੀ ਵਾਰੀ ਵੇਖਣ ਦਾ ਹੋਣਾ ਆ। ਬਹੁਤ ਸੋਹਣਾ ਕੈਲੀਫੋਰਨੀਆ ਨਜ਼ਾਰਾ ਆ ਗਿਆ। ਧੰਨਵਾਦ, ਸ਼ੁਭ ਰਾਤਰੀ, ਸਤਿ ਸ੍ਰੀ ਅਕਾਲ। ਲਓ ਜੀ ਪਹੁੰਚ ਗਏ ਤੇ ਬਿੰਦਾ ਭਾਜੀ ਥੈਂਕ ਯੂ। ਅਸੀਂ ਬੇਰਾਮ ਕੀਤਾ, ਰਾਤ ਦੇ 10 ਵਜ ਗਏ ਪਰ ਬਹੁਤ ਅਸੀਂ ਨਾ ਬੜੇ ਰੁਕਦੇ ਤਸੱਲੀ ਨਾਲ ਆਏ। ਠੀਕ ਮਤਲਬ ਗਾੜੀ ਨਹੀਂ ਸੀ ਘਰੇ ਹੀ ਜਾਣਾ। ਮੈਨੂੰ ਆਈਡੀਆ ਸੀ ਪਹਿਲਾਂ ਵੀ ਇੰਨਾ ਕਿ ਟਾਈਮ ਅਸੀਂ ਬਹੁਤੇ ਰੁਕਦੇ ਆਏ ਆ ਹੈ ਨਾ ਜੀ। ਚਲਿਏ ਜੀ ਅੱਜ ਇਹ ਵੁੱਡਲੈਂਡ ਹੈ ਨਾ ਸ਼ਹਿਰ ਦਾ ਨਾਮ ਵੁੱਡਲੈਂਡ ਸੈਕਰਾਮੈਂਟੋ ਤੋਂ ਕਿੰਨੀ ਦੂਰ ਹੈ ਜੀ? ਸੈਕਰਾਮੈਂਟੋ ਤੋਂ 15 ਮਿੰਟ ਦੀ ਡਰਾਈਵ ਹੈ ਇੱਥੋਂ 15 ਮਾਈਲ ਹੈ। ਇਹ ਤਾਂ ਕੁਝ ਵੀ ਨਹੀਂਗਾ, 15 ਮਿੰਟ ਦੀ ਦੂਰੀ ਤੇ ਆਪਾਂ ਆਪਣੇ ਘਰ ਆ ਜਾਈਏ। ਠੀਕ ਹੈ ਜੀ, ਆ ਜਾਓ ਜੀ।